ਇਹ ਮਿਰਜ਼ਾਈਆਂ ਨੇ ਦੁਬਾਰਾ ਚੁੱਕਿਆ ਹੈ ਹਰ ਜਗ੍ਹਾ ਤੋਂ ਇਹ ਹਜ਼ੀਮਤ ਮਿਰਜ਼ਾਈ ਉਠਾ ਕੇ ਇਸ ਆਡੀਓ ਦੇ ਪਿੱਛੇ ਤੇ ਉਹ ਖਾਮੋਸ਼ ਹੋ ਗਏ ਨੇ। ਫਿਰ ਹੁਣ ਉਹਨਾਂ ਨੂੰ ਪਤਾ ਨਹੀਂ ਕਿ ਲੜਿਆ ਮਿਰਜ਼ਾਈਆਂ ਨੂੰ ਦੁਬਾਰਾ ਫਿਰ ਇਹ ਕੰਮ ਚੁੱਕ ਲਿਆ ਨੇ। ਤੇ ਅਫਜ਼ਲ ਵੜਾਈ ਸਾਹਿਬ ਨੂੰ ਸਮਝਾਓ ਭਾਈ ਇਸ ਚੀਜ਼ ਨੂੰ ਐਂਟਰਟੇਨ ਕਰਨੇ ਦੀ ਕੀ ਜ਼ਰੂਰਤ ਹੈ। नहीं मुर्तज़ा अवान साहब अस्सलाम वालेकुम। मुर्तज़ा अवान साहब अस्सलाम वालेकुम। जी जी वालेकुम। देखिए बात पता क्या हुई है, सुबह ये बात हुई है, उधर डॉक्टर डेरिंग भी था। उसके बाद जो है ना इसको जो अपना फैसला करने के लिए जिसको कहा गया है ना वो अफजल वड़ाई साहब को ही कहा गया था, क्योंकि अफजल वड़ाई साहब उस टाइम उधर ब्रॉड पे मौजूद थे। फिर अफजल वड़ाई साहब इधर आए हैं, उन्होंने अलामा साहब की बात इधर रिकॉर्डिंग की है, वो लेके गए हैं। फिर उन्होंने ये जो काम किया है ना कि एक ये मामला जो है ना खुद डिसीजन नहीं लिया, उन्होंने खुद फैसला नहीं किया। वो कहते हैं मेरे में इतनी ताकत इतनी सख्त नहीं है, जो जिसकी बात हो वो करनी चाहिए। मरना है सब ने एक दिन, ठीक है, हक की बात करनी चाहिए। उन्होंने ब्रॉड इसलिए लगाई, उन्होंने ब्रॉड के ऊपर तारक चौहान साहब को, पीर इसकानी साहब को, हाजी अब्दुर्रहमान साहब को, मलक तलत साहब को, एक दो ये मिस्टर परवेज साहब साडे ए भी उत्थे बैठे हुए सन, नईम अवान साहब उत्थे मौजूद सन, ठीक है। इन्हां नूं बुला के इन्हां दी राय लईए, इन्हां दी राय लईए, इन्हां दे अगे एविडेंस रखिया है, इन्हां दे अगे सारा मामला रखिया है कि तुसीं मैनूं दसो कि इहदे विच शातमीयत है या नहीं है, ठीक है। ਉਹਦੇ ਵਿੱਚ ਦੋ ਟੋਕ ਗੱਲ ਹੈ। ਪੀਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ, ਪੀਰ ਸਾਹਿਬ ਕਹਿੰਦੇ ਨੇ ਪਏ ਕਿ ਤੁਸੀਂ ਇੰਨੀ ਗੱਲ ਨੂੰ ਕਿਉਂ ਉਛਾਲ ਰਹੇ ਹੋ। ਫੈਸਲ ਡਾਰ ਸਾਹਿਬ ਨੇ ਵੀ ਇਹੀ ਗੱਲ ਕੀਤੀ, ਉਹਨਾਂ ਬਾਰ-ਬਾਰ ਕਮੈਂਟਸ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਇਹ ਗੱਲ ਕਰਨਾ ਹੀ ਫਜ਼ੂਲ ਹੈ। ਇਹ ਜਿਹਨੇ ਸਵਾਲ ਕੀਤਾ ਉਹ ਵੀ ਫਜ਼ੂਲ। ਅਲਾਮਾ ਸਾਹਿਬ ਆ ਗਏ ਨੇ ਆਪਣੀ ਗੱਲ। ਜੀ ਜੀ ਅਸਲ ਵਿੱਚ ਗੱਲ ਹੈ ਨਾ ਅਲੀ ਅਰਜ਼ ਹੈ। ਆਮਰ ਭਾਈ ਸਲਾਮ ਅਲੈਕੁਮ। ਅੱਛਾ ਮੁਰਤਜ਼ਾ ਭਾਈ ਥੋੜੀ ਗੱਲ ਕਰੋਗੇ? ਸਵਾਲ ਤਾਂ ਸਾਡਾ ਮੈਂ ਇੱਕ ਮਿੰਟ ਮੈਂ ਲਵਾ ਉੱਥੇ ਵੀ ਮੈਂ ਇਹ ਸਵਾਲ ਕੀਤਾ ਵੀ ਤੁਸੀਂ ਵੇਖੋ ਜਿਸ ਬੰਦੇ ਜਿਸ ਦਾਅਵੇ ਤੇ ਐਵੀਡੈਂਸ ਪੇਸ਼ ਕੀਤਾ ਉਹ ਦਾਅਵੇ ਨਾਲ ਮੁਤਾਬਕਤ ਵੀ ਰੱਖਣਾ ਹੈ ਕਿ ਨਹੀਂ, ਪਹਿਲੇ ਤੇ ਇਹ ਵੇਖੋ ਨਾ, ਫਿਰ ਦੂਏ ਬੰਦੇ ਪੁੱਛਿਓ। ਉਧਰ ਤੁਸੀਂ ਮੂੰਹ ਨਹੀਂ ਕਰਦੇ ਹੋ ਵੀ ਤੁਹਾਡਾ ਦਾਅਵਾ ਕੀ ਹੈ, ਤੁਹਾਡਾ ਐਵੀਡੈਂਸ ਕੀ ਹੈ, ਦੋਵਾਂ 'ਚ ਮੁਤਾਬਕਤ ਵੀ ਹੈ ਜਾਂ ਨਹੀਂ ਹੈ। ਨਹੀਂ ਮਵਾਨ ਭਾਈ, ਕੁਝ ਟਾਈਮ ਪਹਿਲੇ ਇਹ ਗੱਲ ਚਾਣ ਹੋਈ ਸੀ ਤੇ ਸਾਰਿਆਂ ਪਾਸੋਂ ਮਿਰਜ਼ਾਈ ਜੁੱਤੀਆਂ ਨਹੀਂ ਸਾਰਾ ਪਤਾ ਗੱਲ ਤਾਂ ਸੁਣੋ ਨਾ, ਉਹੀ ਗੱਲ ਹੈ ਨਾ, ਸਾਰਿਆਂ ਪਾਸੋਂ ਜਿਸਲੇ ਮਿਰਜ਼ਾਈ ਜੁੱਤੀਆਂ ਖਾ ਕੇ ਹੁਣ ਫਿਰ ਇਹਨਾਂ ਨੂੰ ਕੇ ਲੜਿਆ ਹੈ। ਤੇ ਇਹ ਜਿਹੜੀ ਅਲੀ ਹਕ ਬਾਈ ਨੇ ਗੱਲ ਕੀਤੀ ਹੈ ਉਹ ਹੁਣ ਸਾਰਿਆਂ ਕੋਲੋਂ ਫੈਸਲਾ ਵੜਾਈ ਸਾਹਿਬ ਦੁਬਾਰਾ ਕਿਉਂ ਲੈ ਰਹੇ ਨੇ? ਪੂਰਾ ਇੱਕ ਜਨਾਬ ਕੋਰਟ ਖੜਾ ਕੀਤਾ ਨੇ, ਜਨਾਬ ਸਾਰੇ ਤੁਸੀਂ ਇਹ ਬੈਠੇ ਹੋ। ਮਿਰਜ਼ਾਈਆਂ ਕੋਈ ਨਹੀਂ ਲੜਿਆ ਹੋਰ ਬੰਦਿਆਂ ਦੇ, ਚਲੋ ਹੋਰ ਕਿਸੇ ਆਓ ਸੀ। ਜਿਸ ਤਰ੍ਹਾਂ ਵੜਾਈ ਸਾਹਿਬ ਨੂੰ ਇਹੀ ਕਹਿ ਰਹੇ ਆ नहीं मैं 4-5 घंटे बाद दोबारा लगा। ਉਹ ਅੱਲਾ ਨੇ ਬੰਦਿਓ, ਹੁਸੈਨੀ ਸਾਹਿਬ ਵੀ ਉਹਨਾਂ ਕੋਲੋਂ ਜੁੱਤੀਆਂ ਖਾਦੀਆਂ ਨੇ, ਫਲਾਣੇ ਕੋਲ ਜੁੱਤੀਆਂ ਖਾਦੀਆਂ ਨੇ। ਸਾਰਾ ਮਸਲਾ ਜਿਸੇ ਠੱਪਣ ਗਿਆ ਗੱਲ ਵਿੱਚ ਹੈ ਵੀ ਕੁਝ ਨਹੀਂ ਤੇ ਦੁਬਾਰਾ ਇਸ ਨੂੰ ਕਿਉਂ ਚਾਹ ਰਹੇ ਹੋ ਖਾਮਖਾ ਫਜ਼ੂਲ ਜੀ? ਸਾਡੀ ਪੰਜਾਬੀ ਦੀ ਮਿਸਾਲ ਹੈ ਨਾ, ਰੋਣਾ ਯਾਰ ਨੂੰ ਨਾਲ ਲੈ ਕੇ ਵੀਰਾਂ ਦਾ ਕਿਵੇਂ ਤੇ ਐਵੇਂ ਨਹੀਂ ਰਿਹਾ। ਇਸ ਦਾ ਤਾਂ ਜਵਾਬ ਪਹਿਲੇ ਹੀ ਹੋ ਗਿਆ ਨਾ। ਹੁਣ ਕੌਣ ਪਹਿਚਾਨਾ ਤੇ ਕਿਉਂ ਪਹਿਚਾਨਾ ਇਹ ਤੱਕ ਨਹੀਂ, ਬਸ ਇਹ ਛਪੀ ਲੁਕੀ ਗੱਲ ਨਹੀਂ ਹੈ। अच्छी गल है ਜਿਹੜੀਆਂ ਜਗ੍ਹਾ ਦੇ ਉੱਤੇ ਨਾ ਜਾਣਾ ਹੋਵੇ ਉਹਨਾਂ ਜਗ੍ਹਾ ਦੇ ਉੱਤੇ ਗਿਆ ਗਾਲਾਂ ਪੈਣ ਤੇ ਮੱਤ ਮੁੱਲ ਆਉਂਦੀ ਏ। ਸਾਡੀ ਕੋਈ 29-30 ਸਾਲ ਉਮਰ ਸੀ ਤੇ ਇੱਕ ਮੇਰਾ ਦੋਸਤ ਸੀ, ਉਹਨੇ ਮੁਰੀ ਖਾਨਾ ਬਣਾਇਆ ਜਿਹਨਾਂ ਉਹ ਚੋਰ ਫੜਿਆ ਸੀ ਜਿਹੜਾ ਅਗਲੇ ਦਿਨ ਦੱਸਿਆ ਸੀ। ਤੇ ਉਹ ਨਾ ਉਹ ਮੁਰੀ ਖਾਨਾ ਉਹਨੇ ਬਣਾਇਆ ਤੇ ਮੈਨੂੰ ਕਹਿੰਦਾ ਉਹ ਫਲਾਣਾ ਬੰਦਾ ਹੈ ਤੇ ਉਹਨੇ ਪਹਿਲਾਂ ਦਾ ਮੁਰੀ ਖਾਨਾ ਬਣਾਇਆ ਤੇ ਚਲੀਏ ਜ਼ਰਾ ਉਹਦੇ ਨਾਲ ਮਸ਼ਵਰਾ ਕਰ ਆਈਏ। ਮੈਂ ਕਿਹਾ ਠੀਕ ਹੈ। ਸਾਨੂੰ 1999 ਦੀ ਗੱਲ ਹੋਣੀ, 2000 ਦੀ। ਅਸੀਂ ਦੋਏ ਗਏ ਉਹਦੇ ਕੋਲ ਤੇ ਉਹ ਗੱਲ ਪਿਆ ਦੱਸਦਾ ਸੀ ਬਈ ਇਸ ਤਰ੍ਹਾਂ ਫਲਾਣੇ ਬੰਦੇ ਨੇ ਮਾਲ ਪਾਇਆ ਤੇ ਇੰਝ ਹੋਇਆ ਤੇ ਬਿਮਾਰੀ ਪੈ ਗਈ ਤੇ ਨੁਕਸਾਨ ਹੋ ਗਿਆ। ਆਖਰ ਦੇ ਉੱਤੇ ਉਹਨੇ ਆਖਿਆ ਵੀ ਮੱਤ ਮੁੱਲ ਆਉਂਦੀ ਹੈ।
ਅਸੀਂ ਇੱਕ ਦੂਜੇ ਦੇ ਮੂੰਹ ਨੂੰ ਵੇਖਣ ਲੱਗ ਪਏ ਵੀ ਚੌਧਰੀ ਨੇ ਗੱਲ ਕਹਿੰਦੀ ਕੀਤੀ ਹੈ। ਅਸੀਂ ਤੇ ਅੱਜ ਤੱਕ ਇਹ ਸੁਣਿਆ ਵੀ ਜੇ ਮੱਤ ਮੁੱਲ ਆਉਂਦੀ ਹੁੰਦੀ ਤਾਂ ਤੈਨੂੰ ਬਾਜ਼ਾਰੋਂ ਲੈ ਦਿੰਦੇ। ਅੱਜ ਚੌਧਰੀ ਵਾ ਕਹਿੰਦਾ ਮੱਤ ਮੁੱਲ ਆਉਂਦੀ ਹੈ। ਉਹ ਚੌਧਰੀ ਨੇ ਸਾਨੂੰ ਨਾ ਗੱਲ ਸਮਝਾਈ। ਉਹਨੇ ਆਖਿਆ ਬਈ ਮੁੱਲ ਆਉਣ ਦਾ ਮਤਲਬ ਹੈ ਇਹ ਵੀ ਜਿਸ ਵੇਲੇ ਉੱਥੋਂ ਗਲਤੀ ਕਰਕੇ ਤੇ ਕੀਮਤ ਪੇ ਕਰਨੀ ਪਵੇ ਨਾ ਬੰਦੇ ਨੂੰ, ਅਗਲੀ ਵਾਰੀ ਮੱਤ ਆ ਜਾਂਦੀ, ਬੰਦਾ ਫਿਰ ਦੁਬਾਰਾ ਉਹ ਗਲਤੀ ਨਹੀਂ ਕਰਦਾ। ਸੋ ਕਈ ਵਾਰੀ ਮੱਤ ਮੁੱਲ ਆਉਂਦੀ ਏ। ਉਹ ਇਹੋ ਜਿਹੇ ਕੰਮ ਨਾਲ ਅਗਰ ਆ ਜੇ ਤੇ ਕੋਈ ਐਡੀ ਮਹਿੰਗੀ ਕੋਈ ਨਹੀਂ ਹੈ। ਜੇ ਗਾਲਾਂ ਪਈਆਂ ਨੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਗਾਲਾਂ ਪੈਣੀਆਂ ਚਾਹੀਦੀਆਂ ਸਨ ਤੁਹਾਨੂੰ ਤਾਂ ਕਿ ਮੱਤ ਆ ਜਾਏ। ਅਠਵਾਲ ਸਾਹਿਬ ਕਾਹਦਾ ਜਵਾਬ ਲੈਣਾ ਚਾਹੁੰਦੇ ਹੋ? ਤੁਸੀਂ ਆਓ ਉੱਤੇ ਤਸ਼ਰੀਫ ਲਿਆਓ ਤੇ ਸਵਾਲ ਕਰੋ। ਨਹੀਂ, ਉਹ 8-9 ਸਾਲ ਪੁਰਾਣੀ ਗੱਲ ਹੈ ਤੇ ਉਹਨੂੰ ਇੰਨਾ ਹੀ ਜਵਾਬ ਕਾਫੀ ਵੀ ਉਦੋਂ ਮੈਂ ਚੈਨਲ ਨਹੀਂ ਸੀ ਬਣਾਇਆ ਤੇ ਮੈਂ YouTube ਤੇ ਵੀਡੀਓ ਬਣਾ ਕੇ ਅਪਲੋਡ ਨਹੀਂ ਸੀ ਕਰਦਾ। ਉਦੋਂ ਵਾਲੀਆਂ ਗਰੁੱਪ ਦੀਆਂ ਰਿਕਾਰਡਿੰਗਾਂ ਚੜੀਆਂ। ਕੀ ਆਖਿਆ ਅਬੂ ਬਕਰ ਭਾਈ? ਮੈਂ ਦੂਜੇ ਬੰਦੇ ਦੀ ਗੱਲ ਸੁਣਨ ਲੱਗ ਪਿਆ। ਜਾਣ ਦੇ ਮੁੰਡੇ, ਜਾਣ ਦੇ ਯਾਰ, ਜਾਣ ਦੇ, ਛੋੜ ਨਾ। ਨਹੀਂ, ਅਸਲ ਦੇ ਵਿੱਚ ਨਾ ਇਹਦਾ ਜਵਾਬ ਇੰਨਾ ਹੀ ਹੈ ਕਿ ਜਿਹੜੀ ਉੱਥੇ ਪਾਕਿਸਤਾਨ ਅਸੀਂ ਆਉਂਦੇ ਹੁੰਦੇ ਸੀ ਦੁੱਖ ਵਰਿਆਮ ਹੁੰਦਾ ਹੈ। ਦੁੱਖ ਵਰਿਆਮ ਹੁੰਦਾ ਜਿਹੜੇ ਬੰਦੇ ਨੂੰ ਦੁੱਖ ਜਾਂ ਤਕਲੀਫ ਪਹੁੰਚੀ ਹੋਵੇ ਨਾ, ਉਹਦਾ ਚੀਕਾਂ ਮਾਰਨਾ, ਬਾਂਗਾਂ ਦੇਣੀਆਂ, ਵਾਹ ਵੇਲੇ ਕਰਨੇ ਬਣਦੇ ਨੇ। ਤੇ ਉਹਦੀਆਂ ਗੱਲਾਂ ਦਾ ਤੁਸੀਂ ਜ਼ਿਆਦਾ ਨੋਟਿਸ ਨਾ ਲਓ। ਬਸ ਉਹਦੇ ਤੋਂ ਪਿਛਾਂ ਰਵੋ, ਉਹਦੇ ਤੋਂ ਬਚ ਕੇ ਰਵੋ, ਕਿਉਂਕਿ ਉਹ ਇਸ ਵਕਤ ਪਤਾ ਜੇ ਕੁੱਤੀ ਸੂਈ ਹੋਵੇ ਨਾ ਤੇ ਉਹ ਕੋਈ ਬੰਦਾ ਉਹਦੇ ਬੱਚੇ ਚੁੱਕਣ ਜਾਏ ਤੇ ਉਹ ਕੁੱਤੀ ਇੰਜ ਬਣੀ ਹੁੰਦੀ ਜਿਵੇਂ ਸ਼ੇਰਨੀ ਹੈ। ਹਰ ਬੰਦੇ ਨੂੰ ਪੈਂਦੀ ਹੈ ਬੱਚਿਆਂ ਦੀ ਵਜ੍ਹਾ ਤੋਂ। ਤੇ ਕਈ ਵਾਰੀ ਕਈ ਬੰਦੇ ਜਿਹੜੇ ਨੇ ਉਹਨਾਂ ਦੀ ਕੈਫੀਅਤ ਬਿਲਕੁਲ ਉਹ ਹੋ ਜਾਂਦੀ ਜਿਸ ਤਰ੍ਹਾਂ ਕੁੱਤੀ ਸੂਈ ਹੁੰਦੀ ਤੇ ਉਹ ਹਰ ਬੰਦੇ ਨੂੰ ਪੈਂਦੀ ਨੇ। ਇਸ ਤਰ੍ਹਾਂ ਹਰ ਬੰਦੇ ਨੂੰ ਪੈਣ ਲੱਗੇ ਹੁੰਦੇ। ਉਹਦੀ ਵਜ੍ਹਾ ਕਿ ਉਹ ਵਿਚਾਰੇ ਡੈਸਪਰੇਸ਼ਨ ਵਿੱਚ ਤੇ ਆਪਣੇ ਇਜ਼ਤਰਾਬ ਵਿੱਚ ਹਰ ਬੰਦੇ ਦੇ ਗਾਲ ਪੇ ਪੈਂਦੇ ਹੁੰਦੇ ਨੇ। ਕੋਈ ਐਡਾ ਵੱਡਾ ਵਾਕਿਆ ਨਹੀਂ। ਬਸ ਪਿਛਾਂ ਰਹੋ, ਇhtiyat ਕਰੋ, ਬਚੋ। ਅਗਰ ਤੁਸੀਂ ਅੱਜ ਗਏ ਹੋ ਤੇ ਉੱਥੋਂ ਮੱਤ ਆਈ ਹੈ ਤੇ ਮੱਤ ਪੱਲੇ ਬੰਨ ਲਓ, ਹੁਣ ਦੁਬਾਰਾ ਨਾ ਜਾਇਆ ਜੇ। ਤੁਹਾਡਾ ਤੇ ਨਈਮ ਭਾਈ ਦਾ ਜਾਣਾ ਬਣਦਾ ਹੀ ਨਹੀਂ ਸੀ ਹੈ, ਲੇਕਿਨ ਤੁਸੀਂ ਗਏ ਹੋ ਤੇ ਤੁਸੀਂ ਆਪਣੀ ਮਰਜ਼ੀ ਕਰਕੇ ਆਏ ਹੋ ਤੇ ਕੋਈ ਗੱਲ ਨਹੀਂ। ਤਾਂ ਕੀ ਹੋ ਗਿਆ? ਕਿਹੜਾ ਕੋਈ ਕਿਆਮਤ ਆ ਗਈ? ਨਹੀਂ ਅਮਰ ਭਾਈ, ਵਿੰਨੇ ਵੀ ਕੋਈ ਨਾ ਆ। ਮੈਂ ਗਿਆ ਵੀ ਹੋਰ ਚੱਕਰ ਚ। ਮੈਂ ਕਿਹਾ ਸ਼ਾਇਦ ਵੜੈਚ ਸਾਹਿਬ ਆਡੀਓ ਲੈ ਕੇ ਕੋਈ ਹੋਰ ਧੰਦਾ ਕਰਨਾ ਚਾਹੁੰਦੇ ਨੇ। ਤੇ ਮੈਂ ਅਸੀਂ ਤਾਂ ਮੌਕੇ ਤੇ ਗਵਾਹ ਵਾ ਨਾ, ਉਸ ਮੌਕੇ ਤੇ ਮੌਜੂਦ ਆ। ਤੇ ਇਤਨਾ ਅਰਸਾ WhatsApp ਉਸ ਤੋਂ ਬਾਅਦ ਰਿਹਾ, ਕਿਸੇ ਦੀ ਖਾਰਿਸ਼ ਨਹੀਂ ਹੋਈ। 3 ਸਾਲ ਸਾਨੂੰ ਟਿਕਟਾਕ ਤੇ ਹੋ ਗਏ ਨੇ ਤੇ 6 ਮਹੀਨੇ ਪਹਿਲੇ ਖਾਰਿਸ਼ ਸ਼ੁਰੂ ਹੋਈ ਹੈ। ਉਹ ਠੀਕ ਹੈ, ਮੈਂ ਤਾਂ ਪਰ ਚੀਜ਼ ਦਾ ਤਕੜਾ ਵੀ ਖਾਰਿਸ਼ ਸ਼ੁਰੂ ਕਿੱਥੋਂ ਹੋਈ ਹੈ ਤੇ ਕਿਉਂ ਹੋਣੀ ਪਈ ਹੈ? ਉਹਦਾ ਪਹਿਲੇ ਇਲਾਜ, ਕਿੱਥਾਂ ਕਿਉਂ ਹੋਈ ਤੇ ਹੁਣ ਕਿਹਨੂੰ ਕਿਉਂ ਹੋਣੀ ਪਈ ਹੈ? ਉਹਦਾ ਤਰੀਕਾ ਤੇ ਇਹ ਨਾ ਕਿ ਤੁਸੀਂ ਆ ਕੇ ਆਪਣੇ ਕਿਸੇ ਬੰਦੇ ਨੂੰ ਰਾਬਤਾ ਕਰਕੇ ਪੁੱਛੋ, ਆਪਣੀ ਬਰਾੜ ਤੇ ਆਓ,
ਜਾਂ ਆਪਣੇ ਕਿਸੇ ਮੁਸਲਮਾਨ ਭਰਾ ਨੂੰ ਫੋਨ ਕਰਕੇ ਪੁੱਛ ਲਓ ਵੀ ਇਹ ਕੀ ਰੌਲਾ ਪਿਆ ਸਵੇਰੇ ਸਵੇਰੇ। ਉਬੈਦੁੱਲਾ ਭਾਈ ਪਤਾ ਸੁੱਤੇ ਉੱਠ ਕੇ ਆਏ ਤੇ ਉਹਨਾਂ ਆ ਕੇ ਮਨਾਜ਼ਰਾ ਵਿੱਚ ਪਿਆ ਹੁੰਦਾ ਸੀ, ਪਤਾ ਨਹੀਂ ਉੱਥੇ WhatsApp ਗਰੁੱਪ 'ਚ, ਤੇ ਇਹਨਾਂ ਵਿੱਚ ਮੈਸੇਜ ਕਰਨੇ ਸ਼ੁਰੂ ਕਰ। ਮੈਂ ਕਿਹਾ ਇੱਥੇ ਮਨਾਜ਼ਰਾ ਹੋਣ ਲੱਗਿਆ, ਕਹਿੰਦੇ ਮੈਂ ਤਾਂ ਸੁੱਤਾ ਉੱਠ ਕੇ ਆਇਆ, ਤੇ ਮੈਂ ਕਿਹਾ ਮੈਂ ਆਡੀਓ ਪੰਚ ਕਰ ਲਾਂ। ਇੰਝ ਤਾਂ ਨਹੀਂ ਨਾ ਕਰਨਾ ਚਾਹੀਦਾ, ਬੰਦਾ ਸੁੱਤਾ ਉੱਠ ਕੇ ਆ ਕੇ ਤੇ ਅੰਨੇਵਾਹ ਸ਼ੁਰੂ ਹੋ ਜਾਏ। ਪਤਾ ਕਰ ਲੈਣਾ ਚਾਹੀਦਾ ਵੀ ਕੀ ਵਕੂਆ ਹੋਇਆ, ਕਿਉਂ ਇਹ ਆਡੀਓ ਵੀ ਚੱਲਦੀ ਹੈ, ਕੀ ਕੇਸ ਕੀ ਹੈ, ਪੂਰੀ ਗੱਲ ਦਾ ਪਤਾ ਕਰਕੇ। ਵਾਲੇਕੁਮ ਸਲਾਮ। ਇਹਦੇ 'ਚ ਤੇ ਉਹ 24 ਘੰਟੇ ਛੱਡ ਕੇ 48 ਘੰਟੇ 72 ਘੰਟੇ ਸਾਰੇ ਘੰਟੇ ਗੁਜ਼ਰ ਗਏ, ਲੇਕਿਨ ਉਹ ਵੀਡੀਓ ਨਾ ਲਿਆ ਸਕਿਆ, ਆਡੀਓ ਨਾ ਲਿਆ ਸਕਿਆ, ਤਾਂ ਖਨਜ਼ੀਰ ਦਾ ਬੱਚਾ ਤੇ ਉਹ ਬਣ ਚੁੱਕਿਆ। ਲੇਕਿਨ ਉਹ ਹੁਣ ਪਤਾ ਨਹੀਂ ਕਾਹਦਾ ਬੱਚਾ ਬਣਨਾ ਚਾਹੁੰਦਾ ਹੈ, ਹਰੇ ਮਿਰਜ਼ਾਈ ਦਾ ਬੱਚਾ ਬਣਨਾ ਚਾਹੁੰਦਾ, ਖਨਜ਼ੀਰ ਦਾ। ਇਹ ਕੱਲ ਮੈਂ ਬੜਾ ਚਾਹ ਕੇ ਆਇਆ ਮੈਂ ਵੀ ਆਖਦੇ ਹੋ ਤੇ ਵਰਕਾ ਸੀ ਫਿਰ ਖੋਲ ਲੈਣੇ ਆ ਬੰਦ ਕਰਾ ਕੇ ਆਮਰ ਭਾਈ ਫਿਰ ਟੰਗ ਲੈਣਾ। ਹਾਂਜੀ ਆਮਰ ਭਾਈ ਸਬਰ ਰੱਖ, ਸਬਰ ਰੱਖ। ਬਿਨ ਮਹਿਮੂਦ ਦੀ ਤਸਵੀਰ ਲਾਓ, ਇਹ ਉਸਦਾ ਪੁੱਤਰ ਬਣਨਾ ਚਾਹੁੰਦਾ ਹੈ। ਫੈਸਲਾ ਜਦ ਤੱਕ ਨਾ ਹੋ ਜਾਏ, ਨਾ ਜੱਜ ਨੂੰ ਮਾੜਾ ਆਖਣਾ, ਜੱਜ ਨੂੰ ਖੈਰ ਬਾਅਦ ਚ ਵੀ ਨਹੀਂ ਮਾੜਾ ਆਖਣਾ ਚਾਹੀਦਾ, ਫੈਸਲਾ ਹੋਣ ਤੋਂ ਬਾਅਦ ਜਿਹਨੂੰ ਆਪ ਬੰਦਾ ਮੁੰਤਖਬ ਕਰ ਲਵੇ, ਜਿਹਦੇ ਤੇ ਬੰਦਾ ਮੁਤਮਿਨ ਹੋ ਕੇ ਕਹਿ ਦੇਵੇ ਕਿ ਅੱਜ ਮੇਰਾ ਫੈਸਲਾ ਕਰ, ਫਿਰ ਉਹਨੂੰ ਮਾੜਾ ਨਾ ਪਹਿਲਾਂ ਆਉਣਾ ਚਾਹੀਦਾ ਨਾ ਪਿੱਛੋਂ। ਕਿ ਪਤਾ ਭਗਵਾਨ ਨੇ ਫੈਸਲਾ ਜ਼ਿਆ ਭਾਈ ਦੇ ਖਿਲਾਫ ਕਰਤਾ ਸੀ, ਇੱਕ ਲਫ਼ਜ਼ ਵੀ ਅਸੀਂ ਉਹਨੂੰ ਮਾੜਾ ਨਹੀਂ ਆਖਿਆ, ਇੱਕ ਲਫ਼ਜ਼ ਵੀ। 3-4 ਦਿਨ ਅਸੀਂ ਤੱਤੇ ਤਵੇ ਤੇ ਬੈਠੇ ਰਹੇ ਹਾਂ, ਮਗਰ ਜਾ ਕੇ ਮਲਕ ਨਾਲ ਗੁਬਗੁਜ਼ਰ ਨਾ ਹੁੰਦੇ ਰਹੇ ਹਾਂ, ਲੇਕਿਨ ਉਹਨੂੰ ਅਸਾਂ ਕੱਖ ਨਹੀਂ ਆਖਿਆ। ਕਿਉਂ? ਜਦੋਂ ਉਹਨੂੰ ਜ਼ਿਆ ਭਾਈ ਨੇ ਚੁਣ ਲਿਆ, ਸਿਰਫ ਇੰਨਾ ਆਂਦੇ ਸੀ ਕਿ ਉਹਦਾ ਇਹ ਫੈਸਲਾ ਕਰਨਾ ਬਣਦਾ ਨਹੀਂ ਸੀ, ਇਹ ਦੋਵਾਂ ਵੱਲਾਂ ਦਾ ਕੇਸ ਸੁਣਨਾ ਚਾਹੀਦਾ ਸੀ, ਜ਼ਿਆ ਭਾਈ ਨੂੰ ਥੱਲੇ ਸੁੱਟ ਕੇ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਇਹ ਜ਼ਿਆਦਤੀ ਇੰਨੀ ਗੱਲ ਹੈ ਕਿ ਉਹਦੇ ਸੁਣ ਲੈ, ਉਹਦੇ ਬਾਅਦ ਤੂੰ ਬੇਸ਼ੱਕ ਉਹਨਾਂ ਦੇ ਹੱਕ 'ਚ ਫੈਸਲਾ ਕਰ ਦੇ। ਉਹ ਇੱਕ ਬੰਦਾ, ਉਹ ਕੇਸ ਪੈ ਸੁਣਾਉਂਦਾ ਹੈ ਜਾਂ ਉਹ ਸੁਣਾਉਣਾ ਚਾਹੁੰਦਾ ਹੈ, ਉਹਨੂੰ ਬਰਾੜ ਤੋਂ ਥੱਲੇ ਸੁੱਟ ਦਈਏ ਤੇ ਉਹਦੇ ਬਾਅਦ ਫੈਸਲਾ ਕਰੀਏ ਤੇ ਉਹ ਫੈਸਲਾ ਹੁੰਦਾ ਨਹੀਂ, ਮੁਤਨਾਜ਼ਿਆ ਹੋ ਜਾਂਦਾ। ਇੰਨੀ ਗੱਲ ਕੀਤੀ ਸੀ। ਇਹਦੇ ਇਲਾਵਾ ਉਹਨੂੰ ਕੋਈ ਲਫ਼ਜ਼ ਬੁਰਾ, ਇਹਨਾਂ ਤੇ ਮਰਜ਼ਾਈਆਂ ਤੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਸਨ, ਤਾਰਕ ਚੌਹਾਨ ਸਾਹਿਬ ਨੂੰ ਵੀ, ਤੇ ਹੁਣੇ ਵੜਾਇਤ ਸਾਹਿਬ ਨੂੰ ਮਗਰੋਂ ਨਾ ਤਬਰਰਾ ਪੇ ਕਰਦੇ ਸੀ ਇਮਰਾਨ ਕਾਲੂ ਹੋਰੀ। ਤੇ ਮਰਜ਼ਾਈਆਂ ਦਾ ਤੇ ਨਾ ਜ਼ਰਫ ਹੈ, ਨਾ ਇਹਨਾਂ ਦਾ ਖੂਨ ਐਸਾ ਹੈ, ਨਾ ਇਹਨਾਂ ਦਾ ਖਾਨਦਾਨ ਐਸਾ ਹੈ, ਨਾ ਇਹਨਾਂ ਦੀ ਨਸਲ ਐਸੀ ਹੈ, ਨਾ ਇਹਨਾਂ ਦੀ ਤਰਬੀਅਤ ਐਸੀ ਹੈ। ਉਹਨਾਂ ਨੂੰ ਤੇ ਇਹੋ ਜਿਹੀਆਂ ਹਰਕਤਾਂ ਜ਼ੇਬ ਦਿੰਦੀਆਂ, ਸਾਨੂੰ ਇਹ ਹਰਕਤਾਂ ਜ਼ੇਬ ਨਹੀਂ ਦਿੰਦੀਆਂ। ਅਸੀਂ ਫੈਸਲਾ ਹੋ ਜਾਏ ਤੇ ਫਿਰ ਜਿਹੜਾ ਉਹਦੀ ਸ਼ਰਤ ਸ਼ੁਰਤ ਲੱਗੀ ਫਿਰ ਉਹਦੇ ਤੇ ਗੱਲ ਕਰਾਂਗੇ ਇਨਸ਼ਾਅੱਲਾ। ਫਿਲਹਾਲ ਫੈਸਲੇ ਦੀ ਇੰਤਜ਼ਾਰ ਕਰੋ, ਕੋਈ ਨਹੀਂ, ਗੱਲ 4-5 ਘੰਟੇ ਹੋਰ ਸਹੀ। ਜਿੱਥੇ ਇੰਨੇ ਘੰਟੇ ਦੀ ਗੱਲ ਵੀ ਰਿੜਕਦੇ ਨੇ ਬਹਿ ਕੇ, ਹਾਲਾਂਕਿ ਉਹ ਐਡਾ ਵੱਡਾ ਮਸਲਾ ਹੀ ਨਹੀਂ ਸੀ, ਉਹਨੂੰ ਐਡਾ ਲੰਮਾ ਕਰਨ ਦੀ ਖਿੱਚਣ ਦੀ ਜ਼ਰੂਰਤ ਹੀ ਨਹੀਂ ਸੀ। 2 ਮਿੰਟ ਦੀ ਗੱਲ ਹੈ ਬਈ। ਉਹ ਅਸਲ ਦੇ ਵਿੱਚ ਜ਼ਿਆ ਭਾਈ ਦੇ ਉੱਤੇ ਨਾ ਤੋਹਮਤ ਲਾਉਣ ਲੱਗਿਆ ਸੀ। ਮੈਂ ਅੱਗੇ ਜ਼ਿਆ ਭਾਈ ਨੂੰ ਇਹੀ ਪਿਆ ਕਹਿੰਦਾ ਸੀ ਵੀ ਬਾਕੀ ਤਾਂ ਸਾਡਾ ਨਾ ਕੋਈ ਮਰਜ਼ਾਈਆਂ ਦੇ ਅੱਗੇ ਅਸੀਂ ਜਵਾਬ ਦੇ ਹਾਂ, ਨਾ ਮਰਜ਼ਾਈਆਂ ਦਾ ਕੋਈ ਇਸਤਹਿਕਾਕ ਹੈ ਕਿ ਕਿਸੇ ਮੁਸਲਮਾਨ ਦੇ ਉੱਤੇ ਇਹੋ ਜਿਹਾ ਇਲਜ਼ਾਮ ਲਾਉਣ ਕੇ ਫਲਾਂ ਮੁਸਲਮਾਨ ਨੇ ਸ਼ਾਤਮੀਅਤ ਕੀਤੀ ਹੈ। ਇਹਦਾ ਮਰਜ਼ਾਈਆਂ ਨਾਲ ਤਾਂ ਕੋਈ ਲੈਣ ਦੇਣ ਹੀ ਕੋਈ ਨਹੀਂ ਹੈ, ਤਾਂ ਮੁਸਲਮਾਨਾਂ ਦਾ ਕੇਸ। ਲੇਕਿਨ ਉਹ ਇੱਕ ਤੋਹਮਤ ਲਾਉਂਦਾ ਸੀ ਜ਼ਿਆ ਭਾਈ ਤੇ ਕਹਿੰਦਾ ਸੀ ਕਿ ਮੇਰੀ ਤੇਰੀ ਸ਼ਰਤ ਲੱਗੀ ਸੀ ਫਲਾਂ ਬਰਾੜ ਦੇ ਉੱਤੇ, ਬਈ ਜਿਹੜਾ ਸਾਡੇ 'ਚ ਝੂਠਾ ਹੋਵੇਗਾ ਉਹ ਕੰਨ ਫੜੇਗਾ, ਤੇ ਉਹਦਾ ਤੂੰ ਫੈਸਲਾ ਨਹੀਂ ਕੀਤਾ। ਇਹ ਮੈਨੂੰ ਵੀ ਉਹਨੇ ਪਤਾ ਨਹੀਂ ਮੈਂ ਸੁਣਿਆ ਜਾਂ ਕਿਸੇ ਬਰਾੜ ਤੋਂ ਲੰਘਦਿਆਂ ਉਹ ਜ਼ਿਆ ਭਾਈ ਦੇ ਬਾਰੇ ਇਸ ਤਰ੍ਹਾਂ ਦੀ ਬਕ ਕਰਨ ਲੱਗਿਆ ਸੀ। ਇਹ ਮੈਂ ਵੀ ਚਾਹੁੰਦਾ ਸੀ ਕਿ ਇਹਦਾ ਫੈਸਲਾ ਹੋ ਜਾਏ। ਇਹ ਇੰਝ ਹੀ ਹੈ ਜਿਸ ਤਰ੍ਹਾਂ ਇਮਰਾਨ ਖਾਨ ਨੂੰ ਕਹਿੰਦਾ ਸੀ ਨਾ, ਅੰਕਲ ਸੈਣੀ ਸਾਡਾ ਲੱਖ ਰੁਪਏ ਦਾ ਕੀ ਕਰਨਾ ਹੈ, ਸੈਣੀ ਅੰਕਲ ਸਾਡਾ ਕੀ ਕਰਨਾ ਲੱਖ ਰੁਪਏ ਦਾ। ਉਹ ਜਿਸ ਤਰ੍ਹਾਂ ਉਹ ਕਰਦਾ ਸੀ ਨਾ ਜ਼ਿਆ ਭਾਈ ਦੇ ਬਾਰੇ, ਇੰਝ ਇਹ ਵੀ ਕਰਦਾ ਸੀ ਪਿਆ
ਵਾਹਵਾ ਦਿਨਾਂ ਦੀ, ਤੇ ਚਲੋ ਉਹ ਗੱਲ ਇਹਨਾਂ ਦੀ ਸਵੇਰੇ ਸ਼ੁਰੂ ਹੋ ਗਈ। ਅਗਰਚੇ ਉਹ ਜਗ੍ਹਾ, ਉਹ ਮਾਹੌਲ, ਉਹ ਜ਼ਿਆ ਭਾਈ ਦੇ ਮੁਵਾਫਕ ਉਹ ਮਾਹੌਲ ਨਹੀਂ ਸੀ ਹੈ, ਬਲਕਿ ਉਹ ਸਾਰਾ अस्सलाम वालेकुम वरहमतुल्लाहि वबरकातुहू। जी मित्र साहब छूटे साबित हो गए जी। ਜੀ ਹੋ ਗਏ ਸਰ। ਜੀ, WhatsApp ਮੇਰੀ- 1 ਸੈਕਿੰਡ ਦੇ 30 ਸੈਕਿੰਡ WhatsApp ਧਿਆਨ ਮਿਹਰਬਾਨੀ। ਇਹ ਅੱਛਾ ਆਪਣਾ ਅਮਰ ਨਜ਼ੀਰ ਭਾਈ, ਜੀ ਇਸ ਦਫਾ ਜਿਹੜਾ ਇਹ ਮਸਲਾ ਹੁਣ ਚੁੱਕਣ ਹੋਇਆ ਹੈ, ਇਹ ਵੜਾਇਤ ਸਾਹਿਬ ਨੂੰ ਤੁਸਾਂ ਵਿੱਚ ਮੁਨਸਬੀ ਦਿੱਤੀ ਹੈ, ਪਰ ਤੁਸਾਂ ਹੀ ਕਰੋ ਤਾਂ ਉਹ ਨਹੀਂ ਇਹ ਜ਼ਿਆ ਭਾਈ ਸੁਬਾ ਕਿਸੇ ਬਰਾੜ ਤੇ ਸਨ, ਤੇ ਉਹ ਬਰਾੜ ਗਿਰ ਗਈ ਤੇ ਬਾਈ ਚਾਂਸ ਜ਼ਿਆ ਭਾਈ ਜਾ ਡਿੱਗੇ ਇਹਦੀ ਬਰਾੜ ਤੇ, ਜਿਹੜੀ ਰਾਣਾ ਜ਼ਾਹਿਦ ਮੁਲਹਦ ਨੇ ਬਰਾੜ ਲਾਈ ਸੀ। ਠੀਕ ਉਹਦੀ ਬਰਾੜ ਤੇ ਗਏ ਨੇ ਤੇ ਉਹਨੇ ਇਹਨਾਂ ਨੂੰ ਕਾਲ ਤੇ ਚੁੱਕ ਲਿਆ। ਤੇ ਉਹ ਜ਼ਿਆ ਭਾਈ ਨੇ ਅੱਗੇ ਵੀ ਸੁਣਿਆ ਸੀ ਕਿ ਇਹ ਜ਼ਿਆ ਭਾਈ ਨੂੰ ਚੈਲੰਜ ਕਰਦਾ ਫਿਰਦਾ ਕਿ ਮੇਰੇ ਨਾਲ ਸ਼ਰਤ ਲਾਈ। ਉੱਥੇ ਕਿਰੇ ਵੜਾਏ ਸਾਹਿਬ ਮੌਜੂਦ ਸਨ ਜਾਂ ਬਾਅਦ ਚ ਆਏ ਨੇ, ਇਹ ਨਹੀਂ ਮੈਨੂੰ ਪਤਾ, ਲੇਕਿਨ ਜ਼ਿਆ ਭਾਈ ਨੇ ਤੇ ਰਾਣਾ ਜ਼ਾਹਿਦ ਨੇ ਵੜਾਇਤ ਸਾਹਿਬ ਨੂੰ ਮੁਨਸਫ ਮੰਨ ਲਿਆ ਕਿ ਮੁਨਸਫ ਫੈਸਲਾ ਕਰੇਗਾ ਕਿ ਸਾਡੇ ਦੋਵਾਂ ਚ ਝੂਠਾ ਕਿਹੜਾ। ਇਹ ਗੱਲ ਉਹਨਾਂ ਦੋਵਾਂ ਦੇ ਠੀਕ ਹੋ ਗਿਆ। ਇਸ ਮਤਲਬ ਜਾਂ ਤੁਸਾਂ ਦਿੱਤੀ ਜਾਂ ਨਹੀਂ ਤੇ ਉਹਨੇ ਦਿੱਤੀ। ਠੀਕ ਹੋ ਗਿਆ ਜੀ। ਨਹੀਂ, ਉਸ ਤੋਂ ਪਹਿਲੇ ਰਾਣੇ ਨੂੰ ਹੁਣ ਸਿਲੈਕਟ ਕਰਕੇ ਨਾ ਅਫਜ਼ਲ ਵੜਾਇਤ ਨੂੰ ਹੁਣ ਜਿੱਦਾਂ ਅਲਾਵਾ ਸਾਹਿਬ ਸੁਣਦੇ ਰਹੇ ਸੀ ਵੀ ਬੱਕਰੇ ਨੂੰ ਚਾਂਦ ਰਾਤ ਨੂੰ ਛੁਰੀਆਂ ਨਜ਼ਰ ਆਉਂਦੀਆਂ ਨੇ, ਰਾਣੇ ਨੂੰ ਛੁਰੀਆਂ ਨਜ਼ਰ ਆ ਰਹੀਆਂ ਨੇ। ਆਹੋ, ਉਹਨੂੰ ਮਰਜ਼ਈ ਸਾਰਿਆਂ ਨੇ ਜਾ ਕੇ ਨਾ ਮਰਜ਼ਈਆਂ ਨੇ ਉਹਦਾ ਬੀਪੀ ਲੋ ਕਰ ਛੜਿਆ। ਮਰਜ਼ਈ ਸਾਰੇ ਜਾ ਕੇ ਉਹਨੂੰ ਕਹਿੰਦੇ ਸਨ ਪਏ, ਮੈਂ ਸੁਣਦਾ ਸੀ ਪਿਆ, ਉਹਨੂੰ ਕਹਿੰਦੇ ਸਨ ਪਏ ਤੂੰ ਅਫਜ਼ਲ ਵੜਾਇਤ ਨੂੰ ਕਿਉਂ ਜੱਜ ਮੁੰਤਖਬ ਕੀਤਾ ਹੈ, ਤੇਰਾ ਦਿਮਾਗ ਨਹੀਂ ਕੰਮ ਕਰਦਾ। ਜਿਸ ਤਰ੍ਹਾਂ ਇਮਰਾਨ ਕੱਲ ਨੂੰ ਕਹਿੰਦਾ ਸੀ ਨਾ ਉਹ ਟੋਨੀ ਵੀ ਜਿਹੜਾ ਤੂੰ ਜੱਜ ਮੁੰਤਖਬ ਕਰ ਲਿਆ, ਹੁਣ ਤੈਨੂੰ ਛੁਰੀ ਫਿਰੇ ਹੁਣ ਤੇਰੀ ਚਾਂਦ ਰਾਤ ਆਈ ਲੈ। ਤੇ ਇਸੇ ਤਰ੍ਹਾਂ ਇਹਨੂੰ ਵੀ ਸਾਰੇ ਮਰਜ਼ਈ ਜਾ ਕੇ ਨਾ ਤੇ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਸਨ ਕਿ ਤੂੰ ਜੱਜ ਗਲਤ ਮੁੰਤਖਬ ਕੀਤਾ। ਆਂਦਾ ਕੀ ਮੈਂ ਗਲਤੀ ਕੀਤੀ ਹੈ? ਆਂਦੇ ਗਲਤੀ ਤੂੰ ਇਹ ਕੀਤੀ ਹੈ ਕਿ ਜਿਹੜੇ ਬੰਦੇ ਨੂੰ ਤੂੰ ਜੱਜ ਮੁੰਤਖਬ ਕੀਤਾ ਹੈ ਉਹ ਦੂਜਿਆਂ ਨਾਲ ਮੁਸ਼ਾਵਰਤ ਪਿਆ ਕਰਦਾ ਹੈ। ਤੇ ਮੁਸ਼ਾਵਰਤ ਕਿਉਂ ਪਿਆ ਕਰਦਾ ਹੈ? ਮੁਸ਼ਾਵਰਤ ਕਰਨ ਦਾ ਕਦੇ ਦੁਨੀਆ ਦੇ ਉੱਤੇ ਹੱਕ ਹੈ ਕਿਸੇ ਜੱਜ ਦਾ? ਐਡੇ ਜਾਹਿਲ ਨੇ ਮਿਰਜ਼ੋਟੇ। ਹਾਲਾਂਕਿ ਜਿਹੜਾ ਜੱਜ ਹੈ ਉਹ ਭਾਵੇਂ ਕੰਧ ਨਾਲ ਮਸ਼ਵਰਾ ਕਰੇ, ਉਹ ਭਾਵੇਂ ਕਿਸੇ ਦੂਜੇ ਜੱਜ ਨਾਲ ਮਸ਼ਵਰਾ ਕਰੇ, ਉਹ ਭਾਵੇਂ ਵਕੀਲ ਨੂੰ ਕੋਈ ਗੱਲ ਪੁੱਛੇ, ਉਹਦਾ ਇਸਤਿਹਕਾਕ ਹੈ। ਉਹ ਭਾਵੇਂ ਰਾਤੀ ਇਸਤਿਖਾਰਾ ਕਰਕੇ ਸੋ ਜੇ ਨਾ, ਜੱਜ ਨੂੰ ਨਾ ਸਮਝ ਆਵੇ ਤੇ ਰਾਤੀ ਇਸਤਿਖਾਰਾ ਕਰਕੇ ਸੋ ਜੇ ਕਿ ਯਾ ਅੱਲਾ ਮੈਨੂੰ ਤੂੰ ਰਹਿਨਮਾਈ ਕਰ, ਇਹ ਵੀ ਉਹਦਾ ਇਸਤਿਹਕਾਕ। ਉਹ ਰੱਬ ਕੋਲ ਮਸ਼ਵਰਾ ਕਰ ਲੈ ਕਿਸੇ ਬੰਦੇ ਨੂੰ। ਇਹ ਅਮਰ ਨਜ਼ੀਰ ਸਭ ਤੋਂ ਵੱਡਾ ਬੇਸ਼ਰਮ ਆਦਮੀ ਤੇ ਬੇਗੈਰਤ ਆਦਮੀ ਤੇ ਕੁੱਤਾ ਤੇ ਦੱਲਾ ਤੇ ਖਨਜ਼ੀਰ ਹੈ, ਅਮਰ ਨਜ਼ੀਰ ਹੈ। ਤੇ ਤੈਨੂੰ ਉਹ ਡਾਕਟਰ ਡੇਰਿੰਗ, ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਸਭ ਤੋਂ ਵੱਡਾ ਦੁਸ਼ਮਣ ਇਸਲਾਮ ਦਾ ਹੈ ਅਮਰ ਨਜ਼ੀਰ ਹੈ, ਤੈਨੂੰ ਸ਼ਰਮ ਹਜਾ ਨਹੀਂ ਆਉਂਦੀ? ਤੂੰ ਮੁੜ ਕੇ ਜਾ ਕੇ ਉਹਦੇ ਕੋਲ ਬਹਿਣਾ, ਇੱਧਰ ਚੜ੍ਹ ਉੱਤੇ ਜਵਾਬ ਦੇ ਮੈਨੂੰ, ਇੱਧਰ ਆ ਤੈਨੂੰ ਦੱਸ ਮੈਨੂੰ ਤੂੰ ਕਿਉਂ ਉਹਦੇ ਕੋਲ ਜਾ ਕੇ ਬਹਿਣਾ? ਸਭ ਤੋਂ ਵੱਡਾ ਇਸਲਾਮ ਦਾ ਦੁਸ਼ਮਣ ਹੈ, ਜਵਾਬ ਦੇ ਮੈਨੂੰ ਆ ਕੇ। ਮੈਂ ਕਿਹਾ ਜੀ ਕਾਲ ਚੁੱਕੋ। ਨਹੀਂ ਤੂੰ ਜਾ ਤੂੰ ਉਹਨਾਂ ਬਰਾੜਾ ਦੀ ਜਾ, ਤੂੰ ਉੱਥੇ ਜਾ ਕੇ ਜੋ ਗੱਲ ਕਰਨੀ ਕਰ ਉੱਥੇ। ਨਹੀਂ ਕੋਈ ਨਹੀਂ ਚੁੱਕਣਾ, ਕਿਸੇ ਨੇ ਚੁੱਕ ਉਹ ਭੌਂਕਣ ਲੱਗਿਆ ਕੁੱਤੇ ਵਾਲੀ ਕਾਰ, ਉਹਨੂੰ ਮਿਰਜ਼ੇ ਕਾਦਿਆਨੀ ਵਾਲੀ ਜ਼ਬਾਨ ਲੱਗੀ ਆ। ਉਹ ਅਮਰ ਨਜ਼ੀਰ ਨੂੰ ਜਿਹੜੀਆਂ ਗਾਲਾਂ ਕੱਢ ਰਿਹਾ ਬਹਿ ਕੇ, ਇਹ ਤੇ ਸਾਰਾ ਮਿਰਜ਼ਾ ਕਾਦਿਆਨੀ ਸੀ। ਕੁੱਤਾ, ਖਨਜ਼ੀਰ, ਦੱਲਾ, ਬਗੈਰਤ, ਹਰਾਮੀ, ਚੂੜਾ, ਕੰਜਰ, ਇਹ ਸਾਰਾ ਸੀ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਤੇ ਉਹਦੀ ਜ਼ੁਰੀਅਤ। ਨੁਸਰਤ ਜਹਾਂ ਬੇਗਮ ਤੋਂ ਲੈ ਕੇ ਸਬੂਈ ਬੇਗਮ ਤੱਕ ਤੇ ਮਿਰਜ਼ੇ ਗੁਲਾਮ ਕਾਦਿਆਨੀ ਤੋਂ ਲੈ ਕੇ ਮਿਰਜ਼ਾ ਮਸਰੂਰ ਤੱਕ ਤੇ ਇਹਨਾਂ ਦੇ ਨਿੱਕੇ ਤੋਂ ਨਿੱਕੇ ਮਰਜ਼ਈ ਇਮਰਾਨ ਕਾਲੋਂ ਤੱਕ, ਇਹ ਸਾਰੇ ਖਨਜ਼ੀਰ, ਬਾਂਦਰ, ਸੂਅਰ, ਹਰਾਮੀ, ਦੱਲੇ, ਬਗੈਰਤ, ਚੂੜੇ, ਹਰਾਮਜ਼ਾਦੇ, ਇਸਲਾਮ ਦੇ ਦੁਸ਼ਮਨ ਐ ਨੇ। ਤੇ ਨਾਂ ਲੈ ਰਿਹਾ ਤੂੰ ਅਮਰ ਨਜ਼ੀਰ ਦਾ, ਤੇ ਐਡੀ ਤੇਰੇ ਗਿੱਟਿਆਂ 'ਚ ਪਾਣੀ ਕੋ ਨਹੀਂ ਹੈ। ਉਸ ਮਰਜ਼ੈਨ ਨੇ ਅੱਜ ਤੱਕ ਉਹ ਬੱਚਾ ਹੀ ਨਹੀਂ ਜਣਿਆ
ਜਿਹਦੇ ਐਡੀ ਕੋਈ ਮਰਜ਼ੈਣ ਦੇ ਦੁੱਧ 'ਚ ਤਸੀਰ ਹੋਵੇ ਵੀ 8-9 ਮਰਦਈ ਬਰਾੜ ਆਪਣੀ ਲਾ ਕੇ ਬੈਠੇ ਨੇ, ਗਾਲਾਂ ਕੱਢ ਰਹੇ ਨੇ ਆਮਰ ਨਜ਼ੀਰ ਨੂੰ ਤੇ ਕਹਿ ਰਹੇ ਉੱਤੇ ਆ ਜਵਾਬ ਦੇ, ਉੱਤੇ ਆ। ਮੈਂ ਕਿਹਾ ਚੁੱਕ ਕਾਲ ਮੇਰੀ, ਮੈਂ ਕਾਲ ਪਾ ਦਿੱਤੀ। ਨਹੀਂ 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 ਕੋਈ ਨਹੀਂ ਚੁੱਕਣਾ ਇਹਨੂੰ, ਕੋਈ ਨਹੀਂ ਚੁੱਕਣਾ ਇਹਨੂੰ, ਕੋਈ ਨਹੀਂ ਚੁੱਕਣਾ, ਜਾ ਜਾ ਤੂੰ ਆਪਣੀ ਬਰਾੜ ਤੇ ਜਾ ਕੇ ਜੋ ਕਰਨਾ ਕਰ। ਐਡੀ ਬੁਜ਼ਦਿਲ ਕੌਮ, ਐਡੀ ਭਗੌੜੀ ਕੌਮ ਤੇ ਐਡੀ ਜ਼ਲੀਲ ਕੌਮ ਇਹ ਤਰੀਕੇ ਇਨਸਾਨੀਅਤ 'ਚ ਕੋਈ ਨਹੀਂ ਆਈ। ਐਡੇ ਬੇਸ਼ਰਮ ਤੇ ਬਗੈਰਤ ਤੇ ਬੁਜ਼ਦਿਲ ਤੇ ਭਗੌੜੇ ਤੇ ਹੀਜੜੇ ਤੇ ਮੁਖੰਨਸ ਨੇ ਇਹ ਮਰਜ਼ਈ ਵੀ 8 ਮਰਜ਼ਈ ਬਹਿ ਕੇ ਤੇ ਇੱਕ ਨੂੰ ਭੌਂਕਣ ਲਾਇਆ ਨੇ ਕੁੱਤੇ ਨੂੰ, ਜਿਹਨੂੰ ਮਿਰਜ਼ੇ ਵਾਲੀ ਜ਼ਬਾਨ ਲੱਗੀ, ਗਟਰ ਲੱਗਿਆ ਮੂੰਹ ਨੂੰ। ਤੇ ਮੈਂ ਉਧਰ ਗਿਆ ਤੇ ਮੈਨੂੰ ਆਂਦੇ ਇੱਧਰ ਆ ਜਵਾਬ ਦੇ। ਅੱਛਾ ਮੈਂ ਕਾਲ ਪਾਈ ਤੇ ਨਹੀਂ 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 ਇਹਨੂੰ ਨਹੀਂ ਚੱਕਣਾ, ਸਾਰਿਆਂ ਰੌਲਾ ਪਾਤਾ ਇਹਨੂੰ ਨਹੀਂ ਚੱਕਣਾ, ਇਹਨੂੰ ਨਹੀਂ ਚੱਕਣਾ, ਇਹਨੂੰ ਲੈਣਾ, ਇਹਨੂੰ ਲੈਣਾ। 8 ਮਰਜ਼ਈ ਬੈਠੇ ਨੇ। ਉਹ ਤੁਸੀਂ ਸ਼ਰਮ ਨਾ ਮਰ ਮੁਰ ਨਹੀਂ ਜਾਂਦੇ ਮਰਦਈਓ? ਕੋਈ ਗੈਰਤ ਹਜਾ ਦੀ ਕੋਈ ਪੁੜੀ, ਕੋਈ ਤੁਹਾਨੂੰ ਦਵਾਈ ਕੋਈ ਨਹੀਂ ਲੱਭਦੀ, ਲੈ ਕੇ ਮਰ ਮੁਰ ਜਾਓ ਪਰਾਂ। ਕੋਈ ਚੁੱਲੂ ਭਰ ਪਾਣੀ ਜੇ नहीं ਲੱਭਦਾ ਕਿਸੇ ਆਪਣੇ ਪਿੱਛਸ ਪੁੱਛਸ 'ਚ ਡੁੱਬ ਕੇ ਮਰ ਜਾਓ ਬਗੈਰ ਤੋਂ। ये इस्लाम की तबलीग हो रही है ਕੱਢਣ ਦੇ माशाल्लाह। ਸ਼ੌਕ ਨੇ ਨਾ माशाल्लाह ਤੁਹਾਨੂੰ ਤੇ इस्लाम की ਬੜਕਾ तबलीग ਮਾਰਨ हो ਦੇ रही ਤੇ है। ਪਿਓਆਂ ਨੂੰ ਨਾਲ इस्लाम की ਬਿਠਾ ਕੇ तबलीग हो ਤੇ रही ਸਾਹਮਣੇ है। ਬੈਕ ਕਰੋ इस्लाम ਜਿਹੜੀ की ਕਰਨੀ। तबलीग हो रही है माशाल्लाह। ਆਹੋ ਇਹ ਜਿਹੜੀ ਮਿਰਜ਼ਾ ਕਾਦੀਆਨੀ ਸਾਹਿਬ ਦੇਖ ਗਏ ਨੇ ਉਹੀ ਤਬਲੀਗ ਹੋ ਰਹੀ ਹੈ। ਤੁਹਾਡੇ ਮਰਜ਼ਈਆਂ ਦੀ ਗੱਲ ਦੱਸ ਰਿਹਾ, ਉਹ ਭੌਂਕ ਰਿਹਾ ਸੀ ਬਹਿ ਕੇ ਆਮਰ ਨਜ਼ੀਰ ਦੇ ਬਾਰੇ ਤੇ ਉਹ ਨਾਲੇ ਬੜਕ ਮਾਰ ਛੱਡੀ ਇੱਕ ਨੇ, ਉਹ ਸ਼ੇਬ ਮਰਜ਼ਈ ਨੇ, ਉਹਨੇ ਬੜਕ ਮਾਰ ਛੱਡੀ ਉੱਤੇ ਆ ਡਾਕਟਰ ਡੇਰਿੰਗ ਜਵਾਬ ਦੇ ਮੈਨੂੰ। ਮੈਂ ਕਾਲ ਪਾ ਛੱਡੀ। ਅੰਨੇ ਨੂੰ ਕੀ ਚਾਹੀਦਾ 2 ਅੱਖਾਂ। ਮੈਂ ਕਿਹਾ 8 ਮਰਜ਼ਈ ਬੈਠੇ ਨੇ ਤੇ ਕੰਮ ਤਾਂ ਬਹੁਤ ਭੱਖ ਜਾਣਾ ਇੱਥੇ। ਲਓ ਜੀ ਮਾਂ ਮਰ ਗਈ ਮਰਜ਼ਈਅਤ ਦੀ ਸਾਰੀ। ਕਰ ਕਰਕੇ ਕਮੈਂਟ ਉਹ ਭੌਂਕੀ ਜਾਂਦੇ, ਚੁੱਕ ਲਾ ਕਾਲ ਤੈਨੂੰ ਦਿਆਂ ਜਵਾਬ ਮੈਂ, ਚੁੱਕ 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 ਨਾ। ਅਖੀਰ ਭਾਈ ਮੈਂ ਉੱਥੇ ਕਾਲ ਪਾ ਕੇ ਥੱਕ ਹਾਰ ਕੇ ਮੈਂ ਆਪ ਹੀ ਆ ਗਿਆ ਉਹਨਾਂ ਨੂੰ। ਮੈਂ ਕਿ ਯਾਰ ਕਿੰਨਾ ਕਿ ਇਹਨਾਂ ਨੂੰ ਹੁਣ ਕਿੰਨਾ ਕਿ ਇਹਨਾਂ ਨੂੰ ਮੈਂ ਕਿਹਾ ਹੁਣ ਸ਼ਰਮ ਦਵਾਈ ਹੈ, ਨਹੀਂ ਜਵਾਂਦੀ ਇਹਨਾਂ ਇਕੱਲਿਆਂ ਬਹਿ ਕੇ ਭੌਂਕਣਾ ਤੇ ਚਲੋ ਭੌਂਕੋ ਬਹਿ ਕੇ। ਫਿਰ ਜੇ ਨਹੀਂ ਤੁਹਾਡੀ ਹਿੰਮਤ ਹੈ ਕਿਸੇ ਨਾਲ ਗੱਲ ਕਰਨ ਦੀ ਤੇ ਮਰਦਈਓ ਪੁੱਤਰੋ ਇਹ ਬੜਕਾਂ ਨਾ ਮਾਰਿਆ ਕਰੋ, ਇਹ ਤੁਹਾਨੂੰ ਜੱਚਦੀਆਂ ਨਹੀਂ। ਮੁਖੰਨਸ ਮਿਰਜ਼ਾ ਸਾਹਿਬ ਆਂਦੇ ਸੀ मैदान में निकलना मुखन्नस का काम नहीं है। ਤੁਸੀਂ ਹੈਗੇ ਹੋ ਮੁਖੰਨਸ, ਮੁਖੰਨਸ ਇਬਨ ਅਲ ਮੁਖੰਨਸ ਇਬਨ ਅਲ ਮੁਖੰਨਸ ਤੇ ਆਪਣੇ ਕਾਜ 'ਚ ਰਿਹਾ ਕਰੋ, ਭੌਂਕਿਆ ਨਾ ਕਰੋ। ਜੇ ਭੌਂਕਣਾ ਹੁੰਦਾ ਤਾਂ ਪਿਓ ਨੂੰ ਚੁੱਕ ਕੇ ਜਵਾਬ ਲਿਆ ਕਰੋ। ਬਸ ਜ਼ਰਾ ਥੋੜੇ ਜੋਸ਼ ਆਏ ਸੀ, ਹੁਣ ਤੁਸੀਂ ਗੱਲ ਕਰੋ ਆਪਣੇ। ਠੀਕ ਹੋ ਗਿਆ, ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਕੋਈ ਵਕੂਆ ਹੋ ਗਿਆ ਕਿਸੇ ਹੋਰ ਬਰਾੜ ਦੇ। ਉਹ ਅਸਲ 'ਚ अस्सलाम वालेकुम। ਉਹ ਮੈਨੂੰ ਕਹਿ ਰਹੇ ਨੇ ਕਿ ਆਮਰ ਨਜ਼ੀਰ ਐਡਾ ਵੱਡਾ ਇਸਲਾਮ ਦਾ ਦੁਸ਼ਮਣ ਆ। ਤੁਹਾਡੇ ਆਮਰ ਰਜ਼ਾ ਖਾਨ ਸਾਹਿਬ ਨੇ ਉਹਨਾਂ ਦੇ ਬਾਰੇ ਇਹ ਫਤਵੇ ਦਿੱਤੇ ਨੇ, ਇਹ ਫਤਵੇ। ਤੈਨੂੰ ਸ਼ਰਮ ਨਹੀਂ ਆਉਂਦੀ ਕੋਲ ਬੈਠੇ? ਮੈਂ ਕਿਹਾ ਤੂੰ ਉੱਤੇ ਕਾਲ ਤੇ ਚੁੱਕ, ਫਿਰ ਦੱਸਦਾ ਮੈਂ ਆਂਦੀ ਕਿ ਨਹੀਂ ਆਂਦੀ, ਥੱਲੇ ਕਿਵੇਂ ਦੱਸਾਂ ਮੈਂ? ਕਿ ਕਿੱਡੇ ਆਪਣੇ ਆਪ ਨੂੰ ਸਮਝਦੇ ਨੇ ਅਸੀਂ ਬੜੇ ਸਿਆਣੇ ਆ। ਅਸੀਂ ਆਖਾਂਗੇ ਵੀ ਉਹ ਭਾਬੀ ਹੈ ਤੂੰ ਬਰੇਲਵੀ ਹੈ। ਤੁਹਾਨੂੰ ਕੀ ਪਤਾ ਉਹ ਭਾਬੀ ਹੈ ਜਾਂ ਮੈਂ ਭਾਬੀ ਹਾਂ? ਤੁਹਾਨੂੰ ਕੀ ਪਤਾ ਉਹ ਬਰੇਲਵੀ ਹੈ ਜਾਂ ਮੈਂ ਬਰੇਲਵੀ? ਤੁਸੀਂ ਤਾਂ ਹੈਗੇ ਹੋ 1 ਨੰਬਰ ਦੇ ਫੁੱਦੂ। ਤੁਹਾਨੂੰ ਅੱਜ ਤੱਕ 10 ਸਾਲਾਂ 'ਚ ਇਹ ਨਹੀਂ ਪਤਾ ਲੱਗਿਆ ਵੀ ਯਾਰ ਰਸੂਲ ਤੇ ਆਮਰ ਨਜ਼ੀਰ ਦੇ ਵਿੱਚੋਂ ਬਰੇਲਵੀ ਕਿਹੜਾ ਤੇ ਭਾਬੀ ਕਿਹੜਾ। ਇੰਨੀ ਕਿ ਤਾਂ ਤੁਹਾਡੀ ਅਕਲਾਂ ਨੇ, ਇੰਨੀਆਂ ਕਿ ਤੁਹਾਡੀਆਂ ਅਕਲਾਂ ਨੇ ਤੇ ਤੁਸੀਂ ਬਹਿ ਕੇ ਲੱਗੇ ਹੋ ਵੀ ਅਸੀਂ ਇਹਨਾਂ ਨੂੰ ਪਤਾ ਨਹੀਂ ਲੜਾ ਲਵਾਂਗੇ। ਉਹ ਤੁਸੀਂ ਬੱਚੇ ਲੱਗਦੇ ਹੋ ਮਰਦਈਓ ਬੱਚੇ। ਇਹਨਾਂ ਨੂੰ ਤੇ ਉਮੈਂਟੀ ਤੇ ਸ਼ਾਰਪ ਸ਼ੂਟਰ ਨੇ 5 ਸਾਲਾਂ ਦਾ ਫੁੱਦੂ ਬਣਾਇਆ। ਉਹਦੇ ਨੇ ਤੁਸੀਂ ਸ਼ੀਆ ਵਾ ਇਹ ਉਹਨਾਂ ਅੱਗੇ ਸ਼ੀਆ ਕੇ ਗੱਲ ਪੇਸ਼ ਕਰ। ਉਹ ਅਮਰ ਭਾਈ ਉਹ ਕੇਸ ਜਿਹੜਾ ਸਵੇਰ ਦਾ ਨਾ ਉਹ ਸਾਰਾ ਵਿਗੜ ਗਿਆ ਹੈ। ਇਸ ਤਰ੍ਹਾਂ ਉਹ ਕੇਸ ਨਵਾਂ ਉਹ ਫੜ ਗਿਆ ਕਿ ਇਹ ਸ਼ਾਤਮੀਅਤ ਹੋਈ ਏ ਤੇ ਉੱਥੇ ਉਹ ਜਿਹੜਾ ਕੀ ਬਲੋਚਿਸਤਾਨ ਦਾ ਹੈ ਵੇ ਬਲੋਚੀ ਉਹ ਆਇਆ ਸੀ। ਉਹ ਕਹਿੰਦਾ ਇਹਦੇ ਚ ਸ਼ਾਤਮੀਅਤ ਨਹੀਂ ਹੈ, ਗੱਲ ਦੀ ਮੈਂ ਗਵਾਹੀ ਦੇ ਦਿਆਂਗਾ। ਜਿਹੜੇ ਤੁਸੀਂ ਸ਼ਾਤਮੀਅਤ ਦੇ ਉੱਤੇ ਗੱਲ ਕਰਦੇ ਹੋ ਇਹ ਉਹ ਚੀਜ਼ ਨਹੀਂ ਹੈ। ਇਹ ਜੁਮਲਾ ਸਹੀ ਕਰ ਲਓ ਦੁਬਾਰਾ। ਇਹ ਨਹੀਂ ਆਖਣਾ ਬਲੋਚਿਸਤਾਨ ਦਾ ਬਲੋਚੀ। ਬਲੋਚੀ ਸਾਡੇ ਭਾਈ ਨੇ, ਸਾਡੀ ਜਿੰਦ ਜਾਨ ਨੇ। ਇਹ ਆਖਿਆ ਕਰੋ BLA ਦਾ ਬਲੋਚੀ, BLA ਵਾਲਾ ਬਲੋਚੀ ਆਖਿਆ ਕਰੋ, ਬਲੋਚਿਸਤਾਨ ਵਾਲਾ ਬਲੋਚੀ BLA ਦਾ ਜਿਹੜਾ ਬਲੋਚੀ ਹੈ ਜਨਾਬ ਉਹ ਕਹਿ ਰਿਹਾ ਸੀ ਕਿ ਇਸ ਗੱਲ ਦੀ ਤਾਂ ਗਵਾਹੀ ਮੈਂ ਵੀ ਦੇ ਦਿਆਂਗਾ ਤੇ ਸ਼ਾਤਮੀਅਤ ਕੋਈ ਨਹੀਂ ਹੈ। ਜਿਹੜੀ ਗੱਲ ਦੂਜੀ ਉਹਨਾਂ ਨੇ ਦੁੱਧ ਦਿੱਤਾ ਤੇ ਪਰ ਪਿੰਗਣਾ ਪਾ ਕੇ ਦਿੱਤਾ ਏ। ਉਹਨਾਂ ਨੇ ਇਹ ਤੇ ਗੱਲ ਕੀਤੀ ਤੇ ਨਾਲ ਜਿਹੜੀਆਂ ਗਾਲਾਂ ਸ਼ੁਰੂ ਕੀਤੀਆਂ ਨੇ ਨਾਲ ਉਹਨਾਂ ਨੇ ਪਿੰਗਣਾ ਪਾ ਦਿੱਤੀਆਂ ਵਿੱਚ। ਇਹ ਗਾਲਾਂ ਬਲਾਲ ਸਾਹਿਬ ਤੁਸੀਂ ਇਹ ਸਵੇਰ ਵਾਲੀਆਂ ਨਹੀਂ ਸੁਣੀਆਂ, ਤੁਸੀਂ ਇਹ ਹੁਣ ਵਾਲੀਆਂ ਸੁਣੀਆਂ ਨੇ। ਜੋ ਕੋਈ ਸਵੇਰੇ ਉਹਨੇ ਮਰਜ਼ਾਈਆਂ ਦੀ ਬਰਾੜ ਤੇ ਗਾਲਾਂ ਕੱਢੀਆਂ ਨੇ ਉਹਨਾਂ ਮਰਜ਼ਾਈਆਂ ਨੂੰ ਥੱਲੇ ਲਾਤਾ। ਇਹ ਕਹਿੰਦਾ ਸੀ कि गल सुनो, मैं उस कुत्ते के बारे में अपनी राय देना चाहता हूँ, सुननी है, मैं कुत्ते के बारे में बात करना चाहता हूँ। उन्हें आख्या गल सुनो, थोड़ा जिहा अपने आप ते ना जब्त रख के गल करो तो गल करो, असीं तुहाडी राय सुनना चाहते हैं। इन्हें कहा नहीं, मैं उस कुत्ते को कुत्ता कहूँगा, कुत्ते के बारे में मैं बात करना चाहता हूँ, पर अल्लाह की रजा के लिए करना चाहता हूँ, अल्लाह रसूल को राजी करने के लिए बात करना चाहता हूँ, पर उस कुत्ते के बारे में। उन्हें आख्या गल सुन, जे हुण तू उन्हें कुत्ता आख्या सी थले ला देने। इन्हें फिर आख्या नहीं मैं उस कुत्ते के बारे में। उन्हें आख्या चल थले चल। उन्हें इनू थले ला दिता।
ਇਸ ਵਿਚਾਰੇ ਕੋਲੋਂ ਕੰਟਰੋਲ ਨਹੀਂ ਹੋ ਸਕਿਆ ਆਪਣੇ ਉੱਤੇ। ਇੰਨਾ ਇਹ ਬੇਚੈਨ ਹੈ, ਪਰੇਸ਼ਾਨ ਹੈ, ਮੁਜ਼ਤਰਿਬ ਹੈ, ਉਹਦੀ ਹਾਲਤ ਤੇ ਗਰਗੂ ਹੋਈ ਹੈ। ਉਹਦੇ ਤੇ ਰਹਿਮ ਕਰੋ, ਉਹਨੂੰ ਕੁਝ ਨਾ ਕਰੋ, ਤਾਂ ਕਿ ਗਾਲਾਂ ਗੋਲਾਂ ਕੱਢੀਆਂ ਤੇ ਕੋਈ ਮਸਲਾ ਨਹੀਂ। ਹਾਲਾਂ ਆਮਰ ਭਾਈ ਇਸੇ ਬੰਦੇ ਦੇ ਪਿੱਛੇ ਹਰ ਬਰਾੜ ਦੇ ਉੱਤੇ ਜਾ ਕੇ ਅਸੀਂ ਲੜਾਈਆਂ ਲਈਆਂ ਨੇ। ਉਹਦੀ ਪਿਸ਼ਾਬ ਵਾਲੀ ਹਦੀਸ ਨੇ ਬਿਆਨ ਕੀਤੀ ਸੀ ਤੇ ਇਹਦੇ ਉੱਤੇ ਇਲਜ਼ਾਮ ਪੁੱਠੇ ਪੇ ਲੱਗਦੇ ਹਨ। ਤੁਸੀਂ ਹਰ ਬਰਾੜ ਤੇ ਜਾ ਕੇ ਉਹਦੀ ਜਿਹੜੀ ਉਹ ਦੱਸੀਏ ਤਫਸੀਲ ਕਿ ਉਹਦਾ ਮਤਲਬ ਹੈ ਵੀ ਉਹ ਇਹ ਕੁਝ ਇਹ ਹਰ ਕਿਸੇ ਵਾਸਤੇ ਨਹੀਂ ਹੈ। ਤੁਸੀਂ ਬੜਾ ਦਫਾ ਕੀਤਾ ਲੇਕਿਨ ਇਸ ਬੰਦੇ ਦੇ ਅੰਦਰ ਜਿਹੜੀ ਹਯਾ ਸ਼ਰਮ ਹੀ ਕੋਈ ਨਹੀਂ ਜੇ। ਇਹ ਮੇਰੇ ਮੁਸਲਮਾਨ ਭਾਈ ਫਿਰ ਕਹਿੰਦੇ ਨੇ ਚੁੱਕ ਲੈ, ਫਿਰ ਚੁੱਕ ਲੈ ਬੋਝ, ਫਿਰ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ। ਮੈਂ ਕਿਹਾ ਹੁਣ ਨਹੀਂ ਮੈਂ ਰੱਸਾ ਗਲ ਚ ਪਾਣਾ, ਹੁਣ ਨਹੀਂ ਮੈਂ ਬੋਝ ਚੁੱਕਣਾ, ਤੁਸੀਂ ਹੀ ਚੁੱਕਣਾ। ਜਿਹੜਾ ਮੈਨੂੰ ਕਹਿੰਦਾ ਹੁਣ ਉਦੋਂ ਰਾਜ਼ੀ ਕਰ ਲਈਏ, ਮੈਂ ਕਿਹਾ ਤੁਸੀਂ ਹੀ ਕਰਨਾ, ਤੁਸੀਂ ਕਰ ਲਓ, ਮੇਰੇ ਲੋ ਜਵਾਬ। ਆਮਰ ਭਾਈ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਲ ਸਾਂ। ਮੈਂ ਵੀ ਅਕਸਰ ਹੀ ਕਹਿਣਾ ਹੱਥ ਹੌਲਾ ਰੱਖ ਲਓ, ਹੱਥ ਹੌਲਾ ਰੱਖ ਲਓ। ਜਿੱਦਣ ਮੈਂ ਸੁਣ ਲਿਆ ਸਾਰਾ ਕੁਝ ਉਦੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾਤਾ, ਖਤਮ। ਉਹ ਭਾਈ ਬਹੁਤ ਜ਼ਿਆਦਾ ਬੋਝ, ਉਹ ਚੁੱਕ ਕੇ ਤੁਰਨਾ ਬੜਾ ਮੁਸ਼ਕਲ ਹੈ। ਉਹ ਹਰ ਬੰਦੇ ਨਾਲ ਹੀ ਆਮਰ ਭਾਈ 2008 ਤੋਂ ਮੈਂ ਇਸ ਬੰਦੇ ਨੂੰ ਜਾਣਦਾ ਹਾਂ ਜੀ, ਬੜੀ ਅੱਛੀ ਗੱਲਾਂ ਕਰਦਾ ਸੀ, ਲੇਕਿਨ ਇਹਦਾ ਰੰਗ ਹੁਣ ਵੇਖਿਆ ਆ ਕੇ। ਕਰੋ ਯੂਸਫ ਭਾਈ। ਮੈਂ ਅਰਜ਼ ਕਰ ਰਿਹਾ ਸਾਂ ਇਹ ਤੇ ਲਾਸਟ ਟਾਈਮ ਇਹਨਾਂ ਨਿਓ ਦੀ ਤੇ ਬਨੀ ਇਸਰਾਈਲ ਦੀ ਬਰਾੜ ਤੇ ਬਹਿ ਕੇ ਨੇ ਉੱਥੋਂ ਫੈਸਲਾ ਲੈ ਲਿੱਤਾ ਸੀ ਤੇ ਵਾਜ਼ੇ ਇਹਦੇ ਖਿਲਾਫ ਫੈਸਲਾ ਉਹਨਾਂ ਨੇ ਦੇ ਕੇ ਤੇ ਇਹਨੂੰ ਟੋਰ ਦਿੱਤਾ ਸੀ ਵਾਪਸ ਉੱਥੇ। ਤੇ ਹੁਣ ਦੁਬਾਰਾ ਮੇਰਾ ਖਿਆਲ ਹੈ ਮੌਜ਼ੂ ਨੂੰ ਛੇੜਨ ਦੀ ਜ਼ਰੂਰਤ ਨਹੀਂ ਸੀ। ਨਹੀਂ, ਉਹ ਅਸਲ ਦੇ ਵਿੱਚ ਨਾ ਮੌਜ਼ੂ ਉਹ ਨਹੀਂ ਛਿੜਿਆ। ਮੌਜ਼ੂ ਇਹ ਸੀ ਕਿ ਜ਼ਿਆ ਭਾਈ ਦੀ ਤੇ ਇਹਦੀ ਕੋਈ ਕਿਸੇ ਬਰਾੜ ਦੇ ਉੱਤੇ ਕੋਈ ਸ਼ਰਤ ਲੱਗੀ ਸੀ ਕੰਨ ਫੜਨ ਦੀ। ਉਹ ਜ਼ਿਆ ਭਾਈ ਕਹਿੰਦੇ ਸੀ ਕਿ ਆਮਰ ਨੇ ਇਹ ਗੱਲ ਇੰਜ ਨਹੀਂ ਕਹੀ, ਉਹ ਕਹਿੰਦਾ ਸੀ ਉਹਨੇ ਇੰਜ ਕਹੀ, ਨਬੀ ਪਾਕ ਦੇ ਬਾਰੇ ਕਹੀ। ਇਹ ਕਹਿੰਦੇ ਸੀ ਕਿ ਨਬੀ ਪਾਕ ਦੇ ਬਾਰੇ ਨਹੀਂ ਕਹੀ। ਇਸ ਗੱਲ ਤੋਂ ਇਹਨਾਂ ਦੀ ਲੱਗੀ ਸੀ ਸ਼ਰਤ। ਹੁਣ ਇਹ ਉਸ ਗੱਲ ਨੂੰ ਬਦਲ ਕੇ ਤੇ ਹੁਣ ਇਹ ਕਹਿੰਦਾ ਹੈ ਕਿ ਆਮਰ ਨੇ ਉਹਦਾ ਇਤਰਾਜ਼ ਦਰਾਇਆ ਹੈ। ਆਮਰ ਨੇ ਉਹਦਾ ਇਤਰਾਜ਼ ਦਰਾਇਆ ਸੀ। ਜ਼ਿਆ ਭਾਈ ਨੇ ਆਖਿਆ ਵੀ ਤੇਰੀ ਮੇਰੀ ਗੱਲ ਇਹ ਹੋਈ ਸੀ, ਤੂੰ ਕਹਿੰਦਾ ਸੈਂ ਕਿ ਆਮਰ ਨੇ ਉਹ ਗੱਲ ਨਬੀ ਪਾਕ ਦੇ ਬਾਰੇ ਆਖੀ, ਜਦਕਿ ਮੈਂ ਤੈਨੂੰ ਕਹਿੰਦਾ ਸੀ ਕਿ ਆਮਰ ਨੇ ਨਬੀ ਪਾਕ ਦੇ ਬਾਰੇ ਗੱਲ ਨਹੀਂ ਆਖੀ। ਆਮਰ ਨੇ ਆਮ ਜਰਨਲ ਗੱਲ ਮੁਸਲਮਾਨਾਂ ਦੇ ਬਾਰੇ ਕੀਤੀ। ਉਹ ਗੱਲ ਜਿਹੜੀ ਤੂੰ ਪਿਆ ਕਹਿੰਦਾ ਉਹ ਨਬੀ ਪਾਕ ਦੇ ਬਾਰੇ ਉਹਨੇ ਨਹੀਂ ਕੀਤੀ। ਇਹ ਮੇਰੀ ਤੇਰੀ ਸ਼ਰਤ ਸੀ। ਇਹ ਆਂਦਾ ਸੀ ਨਹੀਂ। ਹੁਣ ਇਹ ਗੱਲ ਨੂੰ ਬਦਲਣਾ ਚਾਹੁੰਦਾ ਸੀ ਤੇ ਨਾਲੇ ਇੱਕ ਦੋ ਬਰਾਡਾਂ ਤੇ ਇਹਨੇ ਨਾ ਆਲੇ ਦੁਆਲੇ ਇਉਂ ਕੀਤੀ ਹੈ ਕਿ ਮੇਰੇ ਕੋਲੋਂ ਜ਼ਿਆ ਰਸੂਲ ਦੌੜਿਆ, ਮੈਂ ਉਹਦੇ ਨਾਲ ਸ਼ਰਤ ਲਾਈ ਤੇ ਮੈਂ ਉਹਨੂੰ ਕੰਨ ਫੜਾਣੇ ਨੇ। ਗੱਲ ਐਨੀ ਹੈ। ਉਹ ਗੱਲ ਤੇ ਮੁੱਕ ਗਈ, ਉਹਦਾ ਤੇ ਫੈਸਲਾ ਹੋ ਗਿਆ ਤੇ ਉਹਦੇ ਤੋਂ ਇਹ ਜੁੱਤੀਆਂ ਖਾ ਚੁੱਕਿਆ। ਬਲਕਿ ਖੰਜ਼ੀਰ ਦਾ ਬੱਚਾ ਇਹਨੇ ਕਿਹਾ ਸੀ ਆਪਣੇ ਆਪ ਨੂੰ ਕਿ ਮੈਂ ਅਗਰ 24 ਘੰਟੇ 'ਚ ਉਹਦਾ ਜਵਾਬ ਸਬੂਤ ਨਾ ਲੈ ਕੇ ਆਇਆ ਤਾਂ ਮੈਂ ਖੰਜ਼ੀਰ ਦਾ ਬੱਚਾ। ਇਹ 24 ਘੰਟੇ ਗੁਜ਼ਰਨ ਤੋਂ ਬਾਅਦ ਖੰਜ਼ੀਰ ਦਾ ਬੱਚਾ ਬਣ ਗਿਆ। ਇਹਦੇ ਖੰਜ਼ੀਰ ਦੇ ਬੱਚੇ ਹੋਣ ਦੀ ਫੋਟੋ ਲਾ ਦਿੱਤੀ ਗਈ। ਅਸਾਂ ਬਰਾਡ ਦੇ ਉੱਤੇ ਲਾ ਕੇ ਇਹਨੂੰ ਦੱਸ ਦਿੱਤਾ ਕਿ ਤੂੰ ਆਪਣੇ ਫਤਵੇ ਦੇ ਮੁਤਾਬਕ ਖੰਜ਼ੀਰ ਦਾ ਬੱਚਾ ਹੈ। ਹਾਂ, ਅਠਵਾਲ ਦੀ ਬਰਾੜ ਸੀ ਮੇਰੇ ਹਾਲ। ਹੁਣ ਇਹ ਕੋਈ ਜ਼ਿਆ ਭਾਈ ਨਾਲ ਜਾਣ ਬੁੱਝ ਕੇ ਨਾ ਤੇ ਉਹ ਆੜ ਫਸ ਕਰਦਾ ਸੀ ਪਿਆ। ਉਹ ਅੱਜ ਕਿਰੇ ਸਵੇਰੇ ਉਹ ਜ਼ਿਆ ਭਾਈ ਦਾ ਤੇ ਉਹਦਾ ਕਿਰੇ ਉੱਥੇ ਹੋ ਗਿਆ ਨਾ ਕਲੈਸ਼। ਤੇ ਉਸ ਗੱਲ ਦਾ ਵੀ ਮੈਂ ਕਿਹਾ ਚਲੋ ਚੰਗਾ ਹੀ ਹੋ ਗਿਆ। ਅੱਲਾ ਦੇ ਨਬੀ ਨੇ ਫਰਮਾਇਆ ਜਿਹੜਾ ਮੋਮਨ ਨੇ ਉਹ ਹਰ ਸ਼ਰ ਚੋਂ ਖੈਰ ਦਾ ਪਹਿਲੂ ਤਲਾਸ਼ ਕਰ ਲੈਂਦਾ। ਅਗਰਚ ਮੈਂ ਜੂੰ ਹੀ ਉਹ ਬਰਾੜ ਵੇਖੀ ਇਹਨਾਂ ਦਾ ਮੈਨੂੰ ਇੱਕਦਮ ਜਿਸ ਤਰ੍ਹਾਂ ਕਹਿੰਦੇ ਨੇ ਕਰੰਟ ਆਰ ਵੱਜੀ ਉਹ ਬਰਾੜ, ਕਿਉਂਕਿ ਮਾਹੌਲ ਵੀ ਸਹੀ ਨਹੀਂ ਸੀ, ਹੋਸਟ ਵੀ ਉਹ ਸੀ ਤੇ ਮੌਜ਼ੂ ਵੀ ਗਲਤ ਸੀ। ਤੇ ਮੈਂ ਕਿਹਾ ਇਹ ਜ਼ਿਆ ਭਾਈ ਨੇ ਸਵੇਰੇ ਸਵੇਰੇ ਕਿੱਧਰ ਪੰਗਾ ਪਾਇਆ। ਪਰ ਮੈਂ ਇਸ ਤਰ੍ਹਾਂ ਜਿਸ ਤਰ੍ਹਾਂ ਬੰਦਾ ਅੱਖਾਂ ਘੇੜਦਾ ਨਹੀਂ ਸੁੱਤਾ ਉੱਠ ਕੇ ਬੰਦਾ, ਤੇ ਮੈਂ ਕਿਹਾ ਇਹ ਹੁਣ ਕੀ ਲੱਗਿਆ। ਬਲਕਿ ਮੈਂ ਇੱਕ ਵਾਰੀ ਐਂਟਰ ਵੀ ਹੋਇਆ ਕਿ ਮੈਂ ਜਾਣਾ, ਫਿਰ ਮੈਂ ਨਿਕਲ ਗਿਆ। ਮੈਂ ਕਿਹਾ ਨਹੀਂ, ਹੁਣ ਜਿਸ ਤਰ੍ਹਾਂ ਜਿਹੜੀ ਰਬਤ ਨਾਲ ਗੱਲ ਵੀ ਹੁੰਦੀ ਹੈ ਨਾ ਉਹ ਹੀ ਹੋ ਜੇ ਤੇ ਉਹ ਸਿਰੇ ਚੜ ਜਾਏਗੀ ਇਨਸ਼ਾਅੱਲਾ। ਉਹ ਮਾਸ਼ਾਅੱਲਾ ਜ਼ਿਆ ਭਾਈ ਨੇ ਬੜੇ ਸਬਰ ਨਾਲ ਬੜੇ ਧੰਮਲ ਨਾਲ ਗੱਲ ਨੂੰ ਫੇਸ ਕੀਤਾ ਔਰ ਉਹਨੂੰ ਉਹਦੇ ਮੁਤਾਬਕ ਟੈਕਲ ਕੀਤਾ। ਦੇਖੋ ਬਹੁਤ ਸਾਰੇ ਬੰਦੇ ਨੇ, ਮੈਂ ਅੱਗੇ ਫੋਨ ਤੇ ਵੀ ਆਈ ਪਾ ਗੱਲ ਕਰਦਾ ਆ, ਬਹੁਤ ਸਾਰੇ ਬੰਦੇ ਨੇ ਸਾਡੇ ਆਪਣਿਆਂ ਵਿੱਚੋਂ ਹੀ, ਮਰਜ਼ਾਈਆਂ ਦਾ ਤਾਂ ਖੈਰ ਨਾ ਹੀ ਨਾ ਲਓ, ਮਰਜ਼ਾਈ ਤੇ ਨਿਰਾ ਹੀ ਮੇਰੂ ਮਾਲ ਹੈ ਨਾ। ਸਾਡੇ ਆਪਣੇ ਕਈ ਮੁਸਲਮਾਨ ਮੈਂ ਦੇਖੇ ਨੇ ਐਸੇ ਨੇ ਕਿ ਉਹ ਗੱਲ ਸੁਣ ਕੇ ਨਾ ਉਹਨੂੰ ਗੱਲ ਨੂੰ ਬਿਆਨ ਨਹੀਂ ਕਰ ਸਕਦੇ। ਤੇ ਮਾਸ਼ਾਅੱਲਾ ਜ਼ਿਆ ਭਾਈ ਚ ਸਲਾਹੀਅਤ ਹੈ ਕਿ ਉਹ ਗੱਲ ਆਡੀਓ ਸੁਣ ਕੇ ਜਾਂ ਦੂਜੇ ਦੀ ਵੀ ਗੱਲ ਸੁਣ ਕੇ, ਦੂਜੇ ਦਾ ਮੌਕਾ ਸੁਣ ਕੇ ਉਹਦੇ ਵਿੱਚੋਂ ਗੱਲ
ਜਿਹੜੀ ਦਰੁਸਤ ਗੱਲ ਹੈ ਉਹਨੂੰ ਪਿਕ ਕਰ ਲੈਂਦੇ ਨੇ। ਇਸੇ ਮਹਾਰਤ ਦਾ ਉਹਨਾਂ ਨੇ ਸਵੇਰੇ ਮੁਜ਼ਾਹਰਾ ਕੀਤਾ ਹੈ, ਉਹਨਾਂ ਨੂੰ ਕਾਬੂ ਕਰ ਲਿਆ ਵੀ ਤੂੰ ਜਿਹੜੀ ਗੱਲ ਮੇਰੇ ਨਾਲ ਕੀਤੀ ਸੀ ਨਾ ਉਹ ਐ ਸੀ, ਉਹਦੇ ਤੇ ਤੇਰੀ ਮੇਰੀ ਸ਼ਰਤ ਹੈ ਤੇ ਹੁਣ ਤੂੰ ਦੌੜਨਾ ਨਹੀਂ। ਹੁਣ ਜਿਹੜਾ ਤੂੰ ਲਫ਼ਜ਼ ਪਾਣਾ ਨਾ, ਆਮਰ ਨੇ ਉਹਦਾ ਤਰਾਜ਼ ਦਰਾਇਆ ਹੈ। ਹਾਂ, ਆਮਰ ਨੇ ਉਹਦਾ ਤਰਾਜ਼ ਦਰਾਇਆ, ਲੇਕਿਨ ਉਹ ਤੇ ਤਰਾਜ਼ ਹੈ ਹੀ ਨਹੀਂ, ਉਹਦਾ ਤੇ ਆਮਰ ਨੇ ਇਨਕਾਰ ਕਰ ਦਿੱਤਾ ਨਾ। ਲੇਕਿਨ ਜਿਹੜੀ ਤੂੰ ਗੱਲ ਕਰਨਾ ਨਾ, ਉਹ ਤਰਾਜ਼ ਨਾ ਤੂੰ ਪੇਸ਼ ਕਰ ਸਕਣਾ ਤੇ ਨਾ ਉਹਨੂੰ ਆਮਰ ਨੇ ਕਬੂਲ ਕੀਤਾ। ਇਹਨੇ ਫਿਰ ਇੱਕ ਆਡੀਓ ਪੇਸ਼ ਕੀਤੀ ਅੱਜ ਸਵੇਰੇ, ਮੈਂ ਤੇ ਪਹਿਲੀ ਵਾਰੀ ਸੁਣੀ ਆਡੀਓ। ਉਹ ਆਡੀਓ ਇਹਨੇ ਪਤਾ ਨਹੀਂ ਸ਼ਰਾਬ ਪੀਤੀ ਸੀ, ਇਹਨੂੰ ਇੰਨਾ ਵੀ ਨਹੀਂ ਪਤਾ ਕਿ ਜਿਹੜੀ ਆਡੀਓ ਮੈਂ ਪੇਸ਼ ਪਿਆ ਕਰਨਾ ਉਸ ਆਡੀਓ ਦੇ ਜਵਾਬ ਵਿੱਚ ਆਮਰ ਦੀ ਆਡੀਓ ਨਹੀਂ ਹੈ। ਯਾਨੀ 2 ਆਡੀਓ ਪੇਸ਼ ਕੀਤੀਆਂ, ਇੱਕ ਮੇਰੇ ਵਾਲੀ, ਉਹ ਮੇਰੇ ਵਾਲੀ ਤਾਂ ਅਰਸਾ ਹੋਇਆ ਨਾ ਸਾਂਭ ਕੇ ਰੱਖੀਆਂ ਨੇ, ਜੇਬਾਂ 'ਚ ਪਾ ਕੇ ਮਰਜਾਈ ਫਿਰਦੇ ਨੇ ਪਏ, ਕੋਈ ਬੰਦਾ ਲੱਭ ਜੇ ਤੇ ਅਸੀਂ ਆਮਰ ਨੂੰ। ਤੇ ਉਹ ਅੱਜ ਇੱਕ ਆਡੀਓ ਉਹਦੀ ਲਿਆਂਦੀ ਮੀਤ ਅਗਰਵਾਲ ਦੀ, ਉਸੇ ਗੁਫ਼ਤਗੂ ਦੀ। ਉਹਨਾਂ ਦੋਵਾਂ ਦਾ ਆਪਸ ਵਿੱਚ ਕੋਈ ਰੈਲੀਵੈਂਸ ਹੀ ਨਹੀਂ ਸ਼ੋ ਹੁੰਦਾ, ਕੋਈ ਮੁਤਾਬਕਤ ਹੀ ਨਹੀਂ ਸ਼ੋ ਹੁੰਦੀ, ਕੋਈ ਰਬਤ ਹੀ ਨਹੀਂ ਸ਼ੋ ਹੁੰਦਾ। ਯਾਨੀ ਮੈਂ ਜਵਾਬ 'ਚ ਇਹ ਕਹਿ ਰਿਹਾ ਕਿ ਤੂੰ ਗੁੱਸਾ ਪਤਾ ਨਹੀਂ ਕਿਉਂ ਕਰ ਰਹੇ ਹੈ, ਗੁੱਸੇ ਵਾਲੀ ਤੈਨੂੰ ਕਿਹੜੀ ਪ੍ਰੋਬਲਮ ਹੈ, ਤੈਨੂੰ ਕਿਹੜੀ ਸੂਈ ਚੁੱਭੀ, ਗੁੱਸਾ ਨਾ ਕਰ। ਤੇ ਤੂੰ ਜਿਹੜਾ ਇਤਰਾਜ਼ ਕੀਤਾ ਹੈ ਉਹ ਇਹ ਆਡੀਓ ਤੇ ਉਹ ਹੋਣੀ ਚਾਹੀਦੀ ਹੈ ਨਾ ਜਿਹਦੇ 'ਚ ਉਹਦਾ ਉਹ ਇਤਰਾਜ਼ ਸ਼ੋ ਹੋ ਰਿਹਾ ਵੇ। ਇਹਨਾਂ ਕੋਈ ਆਡੀਓ ਲੈਂਦੇ ਜਿਹਦੇ 'ਚ ਉਹਦਾ ਜ਼ਿਕਰ ਹੀ ਨਹੀਂ ਹੈ ਉਸ ਗੱਲ ਦਾ। ਮੈਂ ਕਿਹਾ ਇਹਨੇ ਸ਼ਰਾਬ ਪੀਤੀ, ਇਹਨੂੰ ਹੋਸ਼ ਹੀ ਨਹੀਂ ਹੈ ਕਿ ਮੈਂ ਜਿਹੜੀ ਆਡੀਓ ਲਿਆਂਦੀ ਏ ਉਹ ਤੇ ਉਹਦੇ ਨਾਲ ਮੁਤਾਬਕਤ ਹੀ ਨਹੀਂ ਰੱਖਦੀ। ਉਹ ਸੁਣ ਲਈ, ਅਸਾਂ ਫਸ ਗਿਆ ਤੇ ਉਹਦਾ ਇਹਨਾਂ ਨੇ ਕਿਰੇ ਅਫਜ਼ਲ ਵੜੈਚ ਸਾਹਿਬ ਨੂੰ ਜੱਜ ਮੰਨ ਲਿਆ। ਤੇ ਹੁਣ ਉਹ ਵੜੈਚ ਸਾਹਿਬ ਮੁਸ਼ਾਵਰਤ ਕਰ ਰਹੇ ਸੀ ਦੀਗਰ ਲੋਕਾਂ ਨਾਲ। ਇਹ ਉਹਨਾਂ ਦਾ ਆਪਣਾ ਇਸਤਿਹਕਾਮ ਕਿ ਕਰਨਾ ਚਾਹਣ ਮੁਸ਼ਾਵਰਤ ਕਰਨ, ਨਾ ਕਰਨਾ ਚਾਹਣ ਤੇ ਕੱਲਿਆਂ ਵੀ ਕਰਨਾ ਚਾਹਣ ਫੈਸਲਾ ਤਾਂ ਕਰ ਸਕਦੇ ਸਨ। ਜਦੋਂ ਜੱਜ ਤੁਹਾਨੂੰ ਕਿਸੇ ਨੇ ਚੁਣ ਲਿਆ, ਤੁਹਾਡਾ ਹੱਕ ਹੈ ਤੁਸੀਂ ਕਿਸੇ ਨਾਲ ਮਸ਼ਵਰਾ ਕਰੋ, ਨਾ ਕਰੋ, ਫੋਨ ਤੇ ਕਰੋ, ਪਬਲਿਕ 'ਚ ਕਹਿੰਦੇ ਨੇ ਮੈਂ ਮਸ਼ਵਰਾ ਕੀਤਾ ਪਬਲਿਕ ਵਿੱਚ ਸਭ ਦੇ ਸਾਹਮਣੇ, ਮੇਰਾ ਦਿਲ ਹੈ ਮੈਂ ਕਰਾਂ, ਠੀਕ ਚਾਹੇ ਸੇ ਤੁਹਾਡੀ ਬਈ। ਉਹ ਮਸ਼ਵਰਾ ਕਰਨ ਲੱਗੇ ਸਨ 3-4 ਬੰਦਿਆਂ ਨਾਲ, ਤੇ ਪਿੱਛੇ ਮਰਜ਼ਈਆਂ ਦੇ ਘਰ ਜਨਾਬ ਖੈਮਿਆਂ ਨੂੰ ਅੱਗ ਲੱਗ ਗਈ। ਜਿਹੜਾ ਜਾਏ ਉਹਨੂੰ ਮਰਜ਼ਈ ਨੂੰ ਆਖਿਆ ਉਹ ਮਰ ਚੱਲਿਆ, ਓਏ ਤੈਨੂੰ ਉਹਨੇ ਮਾਰ ਛੱਡਣਾ ਹੀ, ਉਹ ਛੁਰੀ ਤੇਜ਼ ਵੀ ਹੁੰਦੀ ਹੈ, ਤੇਰੇ ਵਾਸਤੇ ਲਗਾ ਹੀ ਤੇਰੇ ਖਿਲਾਫ ਫੈਸਲਾ ਹੋਣਾ, ਓਏ ਤੇਰੇ ਖਿਲਾਫ ਫੈਸਲਾ ਹੋ ਚੱਲਿਆ ਹੀ, ਉਹ ਬਚ ਜਾ ਬਚ ਜਾ। ਉੱਥੇ ਰੋਲਾ ਪਿਆ ਸੀ ਪਿੱਛੇ। ਇਹਨਾਂ ਨੇ ਖਾਮ ਖਾ ਜਿਹੜੀ ਗਲਤੀ ਮੇਰੇ ਹਿਸਾਬ 'ਚ ਕੀਤੀ, ਉਹ ਲੇਟ ਜਿਹੜਾ ਇੰਨਾ ਕਰ ਛੜਿਆ ਨਾ, ਇੰਨਾ ਉਹਨੂੰ ਲੇਟ ਕਰਨਾ ਨਹੀਂ ਸੀ ਚਾਹੀਦਾ। ਪਰ ਇਹਨਾਂ ਕੋਲ ਵੀ ਹੋਰ ਕੋਈ ਨਾ ਕੋਈ ਵੱਛਾ, ਨਾ ਗਾਂ, ਨਾ ਵਹਿੜਾ, ਨਾ ਕੱਟਾ, ਨਾ ਢੱਗਾ, ਇਹਨਾਂ ਦੇ ਦਿਹਾੜੀ ਗੁਜ਼ਾਰਨੀ ਸੀ। ਇਹਨਾਂ ਨੇ ਆਹੀ ਮੌਜੂ ਰੱਖਿਆ 3-4 ਘੰਟੇ ਨਾ ਮਸ਼ਵਰੇ ਵਿੱਚ ਹੀ। ਇਹਨਾਂ 3-4 ਘੰਟੇ ਸਾਡਾ ਇੱਕ ਭਾਈ ਆਜ਼ਮ ਸੀ, ਉਹਦੇ ਕੋਲ ਨਾ ਉਹ ਜਿਹੜਾ ਮੁਖਾਲਫ ਕੈਂਡੀਡੇਟ ਸੀ ਜਿਸ ਵੇਲੇ ਵੋਟ ਮੰਗਣ ਆਉਂਦਾ ਸੀ ਨਾ, ਉਹ 2 ਘੰਟੇ ਲੈ ਕੇ ਉਹਨੂੰ ਬਹਿ ਜਾਂਦੇ ਸੀ ਤੇ ਉਹਨੂੰ ਆਂਦੇ ਸੀ ਵੀ ਰਾਤੀ ਬੰਦਿਆਂ ਨੂੰ ਇਕੱਠਿਆਂ ਕੀਤੇ ਅਸੀਂ, ਬਰਾਦਰੀ ਨੂੰ ਇਕੱਠਿਆਂ ਕੀਤੇ ਅਸੀਂ, ਤੇ ਜੀ ਆਏ ਸੀ ਤੇ ਮਸ਼ਵਰਾ ਕਰਦੇ ਰਹੇ ਆ। ਤੇ ਜੀਆਂ ਨੇ ਆਖਿਆ ਵੀ ਠੀਕ ਹੈ, ਸਲਾਹ ਸੁੱਤਰ ਕਰਕੇ ਤੇ ਦੱਸਨੇ ਆ। ਦੂਜੇ ਦਿਨ ਫੇਰ ਇਹੀ ਕੰਮ ਹੋਣਾ, ਤੀਜੇ ਦਿਨ ਫੇਰ ਇਹੀ ਕੰਮ ਹੋਣਾ। ਜਦੋਂ ਇਲੈਕਸ਼ਨ ਹੋ ਗਿਆ ਨਾ ਤੇ 21 ਤਰੀਕ ਨੂੰ ਵੋਟ ਆਏ ਤੇ 22 ਤਰੀਕ ਨੂੰ ਉਹ ਬੰਦਾ ਹਾਰ ਗਿਆ ਜਿਹੜਾ ਵੋਟ ਮੰਗਣ ਆਉਂਦਾ ਸੀ ਨਾ ਭਾਈ ਆਜ਼ਮ ਕੋਲ। ਉਹ ਹਾਰ ਗਿਆ ਤੇ ਉਹਨੇ ਆਖਿਆ, ਭਾਈ ਆਜ਼ਮ ਨੇ ਆਖਿਆ ਵੀ ਸ਼ਾਹ ਜੀ ਬੜਾ ਅਫਸੋਸ ਹੋਇਆ ਤੁਸੀਂ ਇਲੈਕਸ਼ਨ ਹਾਰ ਗਏ ਹੋ, ਤੇ ਕਿੰਨਾ ਕੁ ਵੋਟਾਂ ਦਾ ਫਰਕ ਪਿਆ ਤੇ ਕਿਸ ਤਰ੍ਹਾਂ ਹਾਰੇ ਹੋ, ਕੀ ਵਜ੍ਹਾ ਬਣੀ? ਉਹਨਾਂ ਕਿਹਾ ਵੋਟਾਂ ਦਾ ਤੇ ਥੋੜਿਆਂ ਦਾ ਹੀ ਫਰਕ ਪਿਆ। ਤੇ ਭਾਈ ਆਜ਼ਮ ਜਿਹੜੇ ਵੋਟ ਤੂੰ ਮੈਨੂੰ 20 ਤਰੀਕ ਸ਼ਾਮੀ ਦਿੱਤੇ ਨੇ ਨਾ, ਜੇ ਤੂੰ ਮੈਨੂੰ 19 ਨੂੰ ਸ਼ਾਮੀ ਦੇ ਸਕਦਾ ਨਾ ਜਾਂ 18 ਨੂੰ ਦੇ ਸਕਦਾ ਤੇ ਐਨੇ ਕੋਈ ਵੋਟਾਂ ਦਾ ਫਰਕ ਪਿਆ, ਐਨੇ ਟਾਈਮ 'ਚ ਮੈਂ ਕਿਸੇ ਹੋਰ ਕੋਲੋਂ ਵੋਟ ਮੰਗ ਲੈਣੇ। ਮੈਂ ਤੇਰੇ ਮੰਜੇ ਦੁਆਲੇ ਹੀ ਰਿਹਾ, ਮੈਨੂੰ ਰੋਜ਼ ਸ਼ਾਮੀ 4 ਵਜੇ ਤੇਰੀ ਅਦਾਲਤ ਵਿੱਚ ਹਾਜ਼ਰੀ ਲਵਾਉਣੀ ਪੈਂਦੀ ਸੀ ਤੇ ਤੇਰੇ ਕੋਲੋਂ ਵੋਟ ਮੰਗਣ ਆ ਜਾਂਦਾ ਸੀ ਮੈਂ। ਉਹ ਫਲਾਣਾ ਪਿੰਡ, ਉੱਥੇ ਤਾਂ ਮੈਂ ਜਾ ਹੀ ਨਹੀਂ ਸਕਿਆ, ਲੋਕਾਂ ਕੋਲ ਵੋਟ ਮੰਗਣ ਜਾਣਾ ਸੀ। ਤੇ ਤੇਰੀ ਵਜ੍ਹਾ ਤੋਂ ਤੂੰ ਮੈਨੂੰ ਕਿਰਿਆ ਜਾਣ ਹੀ ਨਹੀਂ ਦਿੱਤਾ ਹੈ। ਥੋੜਾ ਜਿਹਾ ਤੂੰ ਮੈਨੂੰ ਕਿਰੇ ਵਿੱਥ ਦਿੰਦੀ ਹੋ ਤੇ ਮੈਂ ਦੂਜਿਆਂ ਪਿੰਡਾਂ 'ਚ ਵੋਟ ਮੰਗ ਆਉਂਦਾ ਤੇ ਮੈਂ ਐਨੇ ਕੋਈ ਵੋਟਾਂ ਤੋਂ ਹਰਿਆ ਨਾ 5-7 ਹਜ਼ਾਰ ਵੋਟ ਤੋਂ ਹਰਿਆ MP ਦੇ ਇਲੈਕਸ਼ਨ। ਸੋ ਗੱਲ ਇਹ ਵੀ ਉਹ ਮੇਰੇ ਇੱਕ ਯਾਰ ਨੇ ਆਖਿਆ, ਉਹਨੇ ਆਖਿਆ ਤੇ ਭਾਈ ਆਜ਼ਮ ਜੇ ਇਹ ਜਿਹੜਾ ਇਹ ਆਂਦਾ ਹੈ ਨਿਸ਼ਾ ਹੋਰੀ ਆਂਦੇ ਨੇ ਵੀ ਜਿਹੜੇ ਤੂੰ ਵੋਟ ਮੈਨੂੰ 20 ਤਰੀਕ ਸ਼ਾਮੀ ਦਿੱਤੇ ਨੇ ਕਿਰੇ 5-7 ਦਿਹਾੜੇ ਪਹਿਲਾਂ ਦੇਣੇ ਸੀ, ਤੇ ਉਹਨੇ ਆਖਿਆ ਜੇ ਦੇ ਛੱਡਦੇ ਤੇ ਬਾਅਦ 'ਚ ਭਾਈ ਆਜ਼ਮ ਨੇ ਕੀ ਕਰਨਾ ਸੀ?
ਭਾਈ ਆਜ਼ਮ ਕੋਲ ਹੋਰ ਕਿਹੜਾ ਕੰਟੈਂਟ ਸੀ? ਭਾਈ ਆਜ਼ਮ ਕੋਲ ਵੀ ਤਾਂ ਇਹੋ ਹੀ ਸੀ ਨਾ। ਭਾਈ ਆਜ਼ਮ ਕੋਲ ਵੋਟ ਹੀ ਵੋਟ ਹੈ ਸਨ, ਤੇ 21 ਤਰੀਕ ਨੂੰ ਇਲੈਕਸ਼ਨ ਸੀ, ਤੇ 20 ਤਾਈਂ ਤੇ ਉਹਨਾਂ ਨੂੰ ਗੱਲ ਲਮਕਾ ਕੇ ਰੱਖਣੀ ਚਾਹੀਦੀ ਸੀ ਨਾ। ਬਸ ਇੰਝ ਹੀ ਉਹ ਖਾਮ ਖਾ ਗੱਲ ਨੂੰ ਲਮਕਾਈ ਗਏ ਨੇ। ਹਾਲਾਂਕਿ ਐਡੀ ਵੱਡੀ ਗੱਲ ਕੋਈ ਨਹੀਂ ਸੀ। ਉਹਨੂੰ ਕੈਂਡੀਡੇਟ 'ਚ ਗੱਲ ਨੂੰ ਜਿਹੜਾ ਨਾ ਵਲੇਟ ਕੇ ਤੇ ਜਿਹੜਾ ਫੈਸਲਾ ਉਹਨਾਂ ਨੂੰ ਕਰਨਾ ਚਾਹੀਦਾ ਸੀ, ਕਰ ਸਕਣਾ ਚਾਹੀਦਾ ਸੀ, ਕਿਉਂਕਿ ਉਹਦੇ 'ਚ ਗੱਲ ਤੇ 2+2=4 ਹਰ ਸਾਫ਼ ਹੈ। ਉਹਨੇ 2 ਆਡੀਓ ਪੇਸ਼ ਕੀਤੀਆਂ ਨੇ, ਉਹਨਾਂ ਦੋਵਾਂ ਦੀ ਆਪਸ ਕੋਈ ਰਬਤ ਨਹੀਂ ਹੈ, ਤੇ ਇਹ ਗੱਲ ਉਸ ਮੌਜੂ ਤੇ ਕੀਤੀ ਵੀ ਨਹੀਂ ਗਈ ਹੈ ਜਿਹੜੀ ਮੇਰੀ ਉਹ ਵੀਡੀਓ ਪੇਸ਼ ਕਰ। ਦੂਜਾ ਇਹ ਕਿ ਜ਼ਿਆ ਭਾਈ ਨਾਲ ਜਿਹੜਾ ਉਹਦਾ ਛਿੰਝ ਪਈ ਹੈ, ਜਾਂ ਜਿਹੜਾ ਮਬਾਸਾ ਹੋਇਆ ਹੈ, ਜਾਂ ਸ਼ਰਤ ਲੱਗੀ ਸੀ ਕੰਨ ਫੜਨ ਦੀ, ਉਹ ਇਸੇ ਗੱਲ ਤੇ ਹੋਈ ਸੀ ਕਿ ਉਹ ਜ਼ਿਆ ਭਾਈ ਨੂੰ ਕਹਿੰਦਾ ਸੀ ਕਿ ਆਮਰ ਨੇ ਇਹ ਗੱਲ ਨਬੀ ਪਾਕ ਦੇ ਬਾਰੇ ਕਹੀ। ਜ਼ਿਆ ਭਾਈ ਕਹਿੰਦੇ ਸੀ ਕਿ ਜੇ ਆਮਰ ਨੇ ਨਬੀ ਪਾਕ ਦੇ ਬਾਰੇ ਕਹੀ ਹੋਈ ਤੇ ਮੈਂ ਕੰਨ ਫੜਾਂਗਾ ਕੈਮਰਾ ਆਨ ਕਰਕੇ, ਤੇ ਜੇ ਨਬੀ ਪਾਕ ਦੇ ਬਾਰੇ ਨਾ ਕਹੀ ਹੋਈ ਤੇ ਤੂੰ ਕੰਨ ਫੜਨੇ ਨੇ। ਉਹਨੇ ਆਖਿਆ ਠੀਕ ਹੈ। ਇਹ ਗੱਲ ਕਰਨ ਤੋਂ ਬਾਅਦ ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਮੈਂ ਗੱਲ ਸਾਬਤ ਨਹੀਂ ਕਰ ਸਕਾਂਗਾ, ਕਿ ਉਹ ਗੱਲ ਬਦਲਣ ਲੱਗ ਪਿਆ ਤੇ ਆਖਣ ਲੱਗ ਪਿਆ ਨਹੀਂ, ਉਹਨੇ ਇਤਰਾਜ਼ ਉਹਦਾ ਦਰਾਇਆ, ਉਹਦਾ ਇਤਰਾਜ਼ ਦਰਾਇਆ। ਜ਼ਿਆ ਭਾਈ ਨੇ ਆਖਿਆ ਇਤਰਾਜ਼ ਉਹਨੇ ਦਰਾਇਆ ਤੇ ਭਾਵੇਂ ਨਹੀਂ ਦਰਾਇਆ, ਤੇਰੀ ਮੇਰੀ ਸ਼ਰਤ ਲੱਗੀ ਸੀ ਕਿ ਕਿਆ ਆਮਰ ਨੇ ਜਿਹੜੀ ਗੱਲ ਆਖੀ ਹੈ ਕਿ ਔਰਤ 365 ਦਿਨ ਦਸਤਿਆਬ ਨਹੀਂ ਹੁੰਦੀ, ਕਿਆ ਇਹ ਨਬੀ अलैहिस्सलातु वस्सलाम ਦੇ ਮੁਤਲਕ ਗੱਲ ਆਖੀ ਜਾਂ ਆਮ ਮੁਸਲਮਾਨਾਂ ਦੇ ਬਾਰੇ ਜਰਨਲ ਗੱਲ ਕੀਤੀ? ਮੇਰਾ ਇਹ ਦਾਅਵਾ ਹੈ ਕਿ ਉਹ ਅਮਰ ਭਾਈ ਨੇ ਗੱਲ ਆਮ ਮੁਸਲਮਾਨਾਂ ਦੇ ਮੁਤਲਕ ਕੀਤੀ ਸੀ ਕਿ ਆਮ ਮੁਸਲਮਾਨਾਂ ਨੂੰ ਅੱਲਾਹ ਤਾਲਾ ਨੇ ਸ਼ਾਦੀਆਂ ਕਰਨ ਵਾਸਤੇ ਕੁਰਾਨ 'ਚ ਹੁਕਮ ਦਿੱਤਾ ਹੈ ਕਿ ਤੁਸੀਂ 1 ਕਰੋ, 2 ਕਰੋ, 3 ਕਰੋ, 4 ਕਰੋ, ਲੇਕਿਨ ਅਗਰ ਉਹਨਾਂ ਨਾਲ ਇਨਸਾਫ ਨਾ ਕਰ ਸਕਦੇ ਹੋ ਤੇ ਫਿਰ ਇੱਕ ਹੀ ਕਾਫੀ ਹੈ। ਤੇ ਦੁਨੀਆ ਦੇ ਉੱਤੇ ਔਰਤਾਂ ਦੀ ਤਾਦਾਦ ਵੀ ਜ਼ਿਆਦਾ ਹੈ। ਅਗਰ ਮੁਸਲਮਾਨ ਇੱਕ ਤੋਂ ਜ਼ਿਆਦਾ ਔਰਤਾਂ ਕਰਦੇ ਨੇ, ਸ਼ਾਦੀਆਂ ਕਰਦੇ ਨੇ, ਤੇ ਇਹ ਅੱਲਾ ਦੀ ਹਕਮਤ ਹੈ, ਅੱਲਾ ਦੀ ਰਜ਼ਾ ਇਸੇ 'ਚ ਕਿ ਉਹਨਾਂ ਨੂੰ ਜ਼ਿਆਦਾ ਸ਼ਾਦੀਆਂ ਕਰਨੀਆਂ ਚਾਹੀਦੀਆਂ ਨੇ। ਇੱਕ ਔਰਤ ਜਿਹੜੀ ਹੈ ਉਹ ਤੇ ਮਰਦ ਵਾਸਤੇ 365 ਦਿਨ ਦਸਤਿਆਬ ਵੀ ਨਹੀਂ ਹੁੰਦੀ ਹੈ। ਇਹ ਆਮਰ ਨੇ ਗੱਲ ਕੀਤੀ ਸੀ ਆਮ ਮੁਸਲਮਾਨਾਂ ਦੇ ਮੁਤਲਕ, ਇਹ ਸ਼ਰਤ ਲੱਗੀ ਸੀ ਇਹਨਾਂ ਦੀ। ਉਹ ਹੁਣ ਇਸ ਗੱਲ ਤੋਂ ਪਤਾ ਉਹਨੂੰ ਲੱਗ ਗਿਆ ਸੀ ਕਿ ਮੈਂ ਬਾਅਦ ਉਹਨੂੰ ਪਤਾ ਲੱਗ ਗਿਆ ਸੀ ਕਿ ਇਸ ਗੱਲ ਤੋਂ ਮੈਂ ਝੂਠਾ ਪੈ ਗਿਆ, ਇਸ ਗੱਲੇ ਉਹ ਗੱਲਾਂ ਨੇ ਬਦਲਣ ਲੱਗ ਪਿਆ। ਅੱਜ ਫਿਰ ਇਹਨਾਂ ਕਾਬੂ ਕੀਤਾ ਸੀ, ਇਹਨਾਂ ਆਖਿਆ ਅੱਜ ਨੱਸਣੇ ਨਾ ਭਾਈ ਮੇਰੇ ਉੱਤੇ ਦੌੜੀ ਨਾ, ਅੱਜ ਤੈਨੂੰ ਮੈਂ ਛੱਡ ਕੇ ਆਵਣਾ ਉੱਥੇ ਜਿੱਥੇ 2-3 ਵਾਰੀ ਅੱਗੇ ਤੈਨੂੰ ਖੰਜ਼ੀਰ ਦਾ ਬੱਚਾ ਸਾਬਤ ਕੀਤਾ ਹੈ, ਕੁੱਤੇ ਦਾ ਬੱਚਾ ਸਾਬਤ ਕੀਤਾ ਤੇਰੇ ਫਤਵੇ ਦੇ ਮੁਤਾਬਕ, ਲੇਕਿਨ ਤੇਰੇ 'ਚ ਸ਼ਰਮ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਤੂੰ ਕਿਹੜੀ ਮਿੱਟੀ ਦਾ ਬਣਿਆ? ਜਦੋਂ ਤੂੰ ਮਿਰਜ਼ੇ ਕਾਦੀਆਨੀ ਤੇ ਲਾਨਤ ਪਾ ਚੁੱਕੀ, ਹੁਣ ਤੇਰਾ ਕੰਮ ਬਣਦਾ ਹੀ ਨਹੀਂ ਕਿ ਤੂੰ ਫੇਰ ਉਹਨਾਂ ਦਾ ਦਫਾ ਕਰੇ ਮਰਜ਼ਾਈਆਂ ਦਾ। ਇਹ ਵੇਖੋ ਨਾ, ਇਹਦੀ ਆਡੀਓ ਏ। ਇਹਨੇ ਆਖਿਆ ਕਿ ਉਹ ਆਡੀਓ ਆ ਜਾਂਦੀ ਏ, ਮੈਂ ਉਹ ਆਡੀਓ ਲੈ ਆਉਣਾ ਵਾ ਜਿਹਦੇ 'ਚ ਤੂੰ ਇਹ ਗੱਲ ਨਬੀ ਪਾਕ ਦੇ ਬਾਰੇ ਆਖੀ। ਮੈਂ ਕਿਹਾ ਮੈਂ ਨਬੀ ਪਾਕ ਦੇ ਬਾਰੇ ਨਹੀਂ ਆਖੀ। ਜਿਹੜਾ ਬੰਦਾ ਨਬੀ ਪਾਕ ਦੇ ਬਾਰੇ ਆ ਗੱਲ ਆਖਦਾ ਹੈ ਉਹ ਖੰਜ਼ੀਰ ਦਾ ਬੱਚਾ। ਇਹਨੇ ਕਿਹਾ ਕਿ ਜਿਹੜਾ ਨਬੀ ਪਾਕ ਦੇ ਬਾਰੇ ਗੱਲ ਕਰਦਾ ਖੰਜ਼ੀਰ ਦਾ ਬੱਚਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਮੈਂ ਐਗਰੀ ਹਾਂ ਤੇਰੇ ਨਾਲ। ਜਿਹੜਾ ਨਬੀ ਪਾਕ ਦੇ ਬਾਰੇ ਇਹ ਗੱਲ ਆਖੇ ਕਿ ਨਬੀ ਪਾਕ ਨੇ ਸ਼ਾਦੀਆਂ ਇਸ ਗੱਲੇ ਕੀਤੀਆਂ ਨੇ ਕਿਉਂਕਿ ਉਹਨਾਂ ਨੂੰ 365 ਦਿਨ ਔਰਤ ਮਾਜ਼ ਅੱਲਾ ਚਾਹੀਦੀ ਸੀ, ਬੀਵੀ ਚਾਹੀਦੀ ਸੀ, ਤੇ ਉਹ ਤਾਂ ਤੇ ਸ਼ਾਦੀਆਂ ਕੀਤੀਆਂ ਨੇ। ਜਿਹੜਾ ਬੰਦਾ ਇਹ ਆਖਦਾ ਉਹ ਤੇ ਖੰਜ਼ੀਰ ਦਾ ਬੱਚਾ। ਲੇਕਿਨ ਜਿਹੜਾ ਜਰਨਲ ਮੁਸਲਮਾਨਾਂ ਦੀ ਗੱਲ ਕਰਦੇ ਹੋਏ, ਜਰਨਲ ਇਨਸਾਨਾਂ ਦੀ ਗੱਲ ਕਰਦੇ ਹੋਏ ਕਹਿੰਦਾ ਕਿ ਔਰਤਾਂ ਦੀ ਤਾਦਾਦ ਦੁਨੀਆ 'ਤੇ ਜ਼ਿਆਦਾ ਹੈ ਤੇ ਔਰਤਾਂ ਦੁਨੀਆ ਦੇ ਉੱਤੇ 365 ਦਿਨ ਦਸਤਿਆਬ ਨਹੀਂ ਹੁੰਦੀਆਂ। ਮਰਦਾਂ ਨੂੰ ਇੱਕ ਤੋਂ ਜ਼ਿਆਦਾ ਸ਼ਾਦੀਆਂ ਹੀ ਕਰਨੀਆਂ ਚਾਹੀਦੀਆਂ ਨੇ। ਇੱਕ ਸ਼ਾਦੀ ਇੱਕ ਬੰਦੇ ਵਾਸਤੇ, ਇੱਕ ਔਰਤ ਉਹ ਕਾਫੀ ਨਹੀਂ ਹੁੰਦੀ ਹੈ, ਜ਼ਿਆਦਾ ਕਰਨੀਆਂ ਚਾਹੀਦੀਆਂ ਨੇ ਸ਼ਾਦੀਆਂ। ਤੇ ਜੇ ਮੈਂ ਆਮ ਬੰਦਿਆਂ ਦੇ ਬਾਰੇ ਕੀਤੀ ਹੋਵੇ ਤੇ ਫਿਰ ਤੇ ਠੀਕ ਹੈ, ਤੇ ਜਿਹੜਾ ਨਬੀ ਪਾਕ ਦੇ ਬਾਰੇ ਗੱਲ ਕਰੇ ਉਹ ਤੇ ਹੋ ਗਿਆ ਖੰਜ਼ੀਰ ਦਾ ਬੱਚਾ। ਤੇ ਮੈਂ ਕਿਹਾ ਜਿਹੜਾ ਇਲਜ਼ਾਮ ਲਾਏ ਉਹਨੇ ਆਖਿਆ ਉਹ ਵੀ ਖੰਜ਼ੀਰ ਦਾ ਬੱਚਾ। ਮੈਂ ਕਿਹਾ ਚੱਲ ਤੂੰ ਸਬੂਤ ਲੈ ਕੇ ਮੈਂ ਨਬੀ ਪਾਕ ਦੇ ਬਾਰੇ ਇਹ ਗੱਲ ਕੀਤੀ। ਸਬੂਤ ਲਾਇਆ,
ਤੇ ਮੈਂ ਹੋ ਜਾਵਾਂਗਾ, ਨਾ ਤੂੰ ਲੈ ਆ ਤੇ ਤੂੰ ਹੋ ਜਾਏਗਾ ਖੰਜ਼ੀਰ ਦਾ ਬੱਚਾ। ਇਹਨੇ ਆਖਿਆ ਜੀ ਮੈਂ ਆਡੀਓ ਲੈ ਕੇ ਆਉਣਾ। ਟਾਈਮ ਰੱਖਿਆ 24 ਘੰਟੇ। 24 ਘੰਟੇ ਬਾਅਦ ਇਹ ਆ ਗਿਆ ਤੇ ਆ ਕੇ ਇਹਨੇ ਬੋਲੀਆਂ ਬਣਾ ਕੇ ਇਹਨੇ ਆਖਿਆ ਕਿ ਆਡੀਓ ਨਹੀਂ ਲੱਭੀ ਹੈ, ਐਸੀ ਕੋਈ ਆਡੀਓ ਨਹੀਂ ਲੱਭੀ ਜਿਹਦੇ ਵਿੱਚ ਤੂੰ ਨਬੀ ਪਾਕ ਦਾ ਨਾਮ ਲੈ ਕੇ ਆਖਿਆ ਹੋਵੇ ਕਿ ਨਬੀ ਪਾਕ ਨੇ ਇਸ ਗੱਲੇ ਜ਼ਿਆਦਾ ਸ਼ਾਦੀਆਂ। ਇਹ ਖੰਜ਼ੀਰ ਦਾ ਬੱਚਾ ਸਾਬਤ ਹੋ ਗਿਆ। ਹੁਣ ਮਜ਼ੀਦ ਇਹਨੂੰ ਇਹ ਠੰਡ ਨਹੀਂ ਵੀ ਪੈਂਦੀ ਇੰਨਾ ਜ਼ਲੀਲ ਹੋਣ ਤੋਂ ਬਾਅਦ, ਲੇਕਿਨ ਉਹਦੀ ਵਜ੍ਹਾ ਵੀ ਇਹ ਕਿ ਮਿਰਜ਼ਾਈਆਂ ਨੂੰ ਵੀ ਇਹਦੇ ਤੇ ਵੱਟ ਹੈ ਨਾ, ਕਿਉਂਕਿ ਮਿਰਜ਼ਾ ਕਾਦੀਆਨੀ ਤੇ ਵੀ ਤਬਰਾ ਕਰਦਾ ਹੈ ਤੇ ਮਿਰਜ਼ਾਈਆਂ ਨੂੰ ਵੀ ਇਹਦੇ ਤੇ ਵੱਟ ਹੈ ਤੇ ਮਿਰਜ਼ਾਈ ਵੀ ਚਾਹੁੰਦੇ ਨੇ ਇਹਦੀ ਮੰਜੀ ਠੁੱਕੇ ਮੁਸਲਮਾਨਾਂ ਕੋਲ। ਉਹ ਇਹਨੂੰ ਜਾ ਕੇ ਕਹਿੰਦੇ ਸੀ ਵੀ ਬੜਾ ਸੋਹਣਾ ਤੂੰ ਮੌਜੂ ਛੇੜਿਆ। ਮੈਂ ਸੁਣਿਆ ਤੇ ਮੈਂ ਕਿਹਾ ਵੀ ਪੁੱਤਰਾ ਤੁਹਾਡਾ ਗੁੰਮਣਾ ਕੱਖ ਨਹੀਂ ਤੇ ਇਹਦਾ ਰਹਿਣਾ ਕੱਖ ਨਹੀਂ, ਛੱਡ ਕੇ ਇਹ ਫੈਸਲਾ ਆ ਲੈਣ ਦਿਓ, ਕਿਉਂਕਿ ਫੈਸਲੇ ਦੇ ਵਿੱਚ ਇਨਸ਼ਾਅੱਲਾ ਇਸ ਗਲਤੀ ਦਾ ਤੇ ਇਮਕਾਨ ਹੀ ਕੋਈ ਨਹੀਂ। ਮੇਰੇ ਕੋਲ ਮਰਜ਼ਈ ਸਵੇਰੇ ਆਇਆ, ਉਹਨੇ ਆਖਿਆ ਵੜੈਚ ਸਾਹਿਬ ਤੁਹਾਡੇ ਖਿਲਾਫ ਫੈਸਲਾ ਦੇਣ। ਮੈਂ ਕਿਹਾ ਬਈ ਇਹਦਾ ਇਮਕਾਨ ਹੀ ਨਹੀਂ ਹੈ। 2 ਆਡੀਓ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੀ ਹੈ ਨਹੀਂ। ਜਿਹੜੀਆਂ ਉਹਨੇ 2 ਆਡੀਓ ਪਲੇ ਕੀਤੀ ਉਹਨਾਂ 'ਚੋਂ ਗੱਲ ਹੀ ਕੋਈ ਨਹੀਂ ਹੈ। ਕਿਸ ਤਰ੍ਹਾਂ ਇਹ ਸੋਚਿਆ ਜਾ ਸਕਦਾ ਕਿ ਉਹ ਸਾਡੇ ਖਿਲਾਫ ਫੈਸਲਾ ਦੇਣਗੇ? ਸਾਡੇ ਖਿਲਾਫ ਫੈਸਲਾ ਇਨਸ਼ਾਅੱਲਾ ਹੋ ਹੀ ਨਹੀਂ ਸਕਦਾ। ਤੇ ਹੁਣ ਉਹ ਮਿਰਜ਼ਾਈ ਜਿਹੜੇ ਨੇ ਨਾ ਉਹ ਖੁਸ਼ ਸਨ ਕਿ ਇਹਦੀ ਛਤਰੋ ਲਵੇ। ਉਹ ਇੰਨੀ ਹੌਸਲਾ ਅਫਜ਼ਾਈ ਵੀ ਕਰਦੇ ਸਨ ਪਏ ਤੇ 2 3 4 ਆਏ ਨੇ, ਉਹਨਾਂ ਆ ਕੇ ਇਹਨੂੰ ਇਹ ਵੀ ਆਖਿਆ ਵੀ ਛੁਰੀ ਤੇਜ਼ ਵੀ ਹੁੰਦੀ ਆ, ਲਗਾ ਹੀ ਤੇਰੇ ਖਿਲਾਫ ਫੈਸਲਾ ਹੋਣ ਤੇ ਲਗਾ ਹੀ ਤੂੰ ਜ਼ਿਬਾ ਹੋਣ ਤੇ ਜਾ ਕੇ ਤੇ ਜੱਜ ਨੂੰ ਕਹਿ ਆ ਕਿ ਤੂੰ ਮੇਰਾ ਜੱਜ ਕੋਨੀ। ਟੀ ਅਹਿਮਦ ਨੇ ਇਹਨੂੰ ਆਖਿਆ, ਟੀ ਅਹਿਮਦ ਨੇ ਉਹਨੇ ਕਿਹਾ ਬਰਾੜ ਬੰਦ ਕਰ ਤੇ ਜਲਦੀ ਜਾ ਕੇ ਨਾ ਵੜੈਚ ਸਾਹਿਬ ਦੀ ਬਰਾੜ ਤੇ ਚੜ ਜਾ ਤੇ ਵੜੈਚ ਨੂੰ ਕਹੇ ਵੀ ਮੈਂ ਤੁਹਾਨੂੰ ਜੱਜ ਨਹੀਂ ਮੰਨਦਾ, ਯੂ ਆਰ ਨੋ ਮੋਰ ਮਾਈ ਜੱਜ। ਅਗਾ ਉਹ ਇੱਥੋਂ ਤੱਕ ਵੀ ਇਹ ਬਰਾੜ ਦੇ ਉੱਤੇ ਨਾ ਸਲਾਹ ਹੁੰਦੀ ਰਹੀ ਹੈ ਵੀ ਜਾ ਕੇ ਜੱਜ ਦਾ ਇਨਕਾਰ ਕਰ ਦੇ, ਕਿਉਂਕਿ ਜੱਜ ਤੇਰੇ ਖਿਲਾਫ ਫੈਸਲਾ ਦੇਣ ਲੱਗਾ। ਸਾਰੇ ਬੰਦੇ ਉੱਥੇ ਤੇਰੇ ਖਿਲਾਫ ਤੇ ਦਿੰਦੇ ਨੇ ਫੈਸਲਾ, ਤੇ ਜੱਜ ਨੇ ਤਾਂ ਉਹੀ ਫੈਸਲਾ ਦੇਣਾ ਜਿਹੜੇ ਉਹਨੇ ਰਾਏ ਲੋਕਾਂ ਕੋਲ ਲੈਣੀ। ਜਿੰਨੇ ਬੰਦੇ ਨੇ ਸਭ ਤੇ ਕਹਿੰਦੇ ਨੇ ਕਿ ਤੂੰ ਝੂਠਾ ਹੈ। ਇਹ ਆਇਆ ਨਹੀਂ ਉਸ ਵੇਲੇ, ਮੈਨੂੰ ਡਰ ਸੀ। ਮੈਂ ਕਿਹਾ ਇਹ ਆ ਕੇ ਨਾ ਬਰਾੜ ਤੇ ਇਹ ਨਾ ਕਹਿ ਜੇ ਕਿ ਵੜੈਚ ਸਾਹਿਬ ਮੈਨੂੰ ਹੁਣ ਤੁਹਾਡਾ ਫੈਸਲਾ ਮਨਜ਼ੂਰ ਨਹੀਂ। ਹੁਣ ਉਹ ਫਿਰ ਮੇਰੇ ਹਾਲੇ ਵੜੈਚ ਸਾਹਿਬ ਕਿਰੇ ਸੌਂ ਗਏ ਸੀ ਤੇ ਸੌਂ ਕੇ ਉੱਠ ਕੇ ਤੇ ਉਹਨਾਂ ਨੇ ਨਾ हाँ आइए बैठ आइए बैठे बराड़ ला के। आहो कहता सी मैं बराड़ बंद करके सौन लगा। ताल मुजीब राशिद साहब फैसला ये नहीं हुआ, फैसला कुछ 4 घंटे बाद होएगा, पेंडिंग हो गया। फैसल साहब कौन है जी, करो गल। फयाजी की ना थोड़ा चलो ए वाटर दी कॉल चुको होस्ट साहब, तो असी चुक सकते प्राइवेट कॉल। वाटर की कहंदा सी? वाटर साहब की मशवरा दिता जे फिर उन्होंने अपने राणा ज़ायद नूं? किस बात पे? ਜਿਹੜਾ ਉਹਨੇ ਜੱਜ ਮੰਨ ਲਿਆ ਵੜੈਚ ਸਾਹਿਬ ਨੂੰ, ਤੇ ਜੱਜ ਵੜੈਚ ਸਾਹਿਬ ਹੁਣ ਫੈਸਲਾ ਕਰਨ ਵਾਲੇ ਨੇ 2-3 ਘੰਟੇ ਬਾਅਦ। यार मुझे केस का ही नहीं पता। ਫਿਰ ਤੁਸੀਂ ਕਾਹਦੇ ਲਈ ਮਸ਼ਵਰੇ ਦਿੰਦੇ ਹੋ ਵੀ ਜਾ ਕੇ ਉੱਥੇ? मैं तो बोला ही नहीं लफ्ज, मैं तो वैसे ऊपर गया था जैसे आपके ऊपर आया था, बगैर बोले ही चला गया, वहां से भी बगैर बोले ही चला गया। मैं तो मलिक कैसर साहब के ये पोस्टर पर बड़ा मुझे खुशी हुई कि इन्होंने अदब व एहतराम की एक मुहिम शुरू कर दी है।
ਹਾਂ ਅਦਬ ਇਤਰਾਮ ਉਹਨਾਂ ਨੇ ਆਪਣੇ ਕਾਬਰੀਨ ਵਾਸਤੇ ਆਖਿਆ, ना कि क्योंकि ਤੁਹਾਡੇ ਵਾਸਤੇ। हमारे अकाबरीन की इज्जत लाजिम है, मरजाइयों और उनके सहूलतकारों, ये बात कान खोल कर सुन लो। वेरी गुड यार, ये तो बड़ी अच्छी मुहिम है। ਬਹੁਤ ਅੱਛਾ। ਲੇਕਿਨ ਇਹਦੇ ਨਾਲ ਤੁਸੀਂ ਇਹ ਨਹੀਂ ਭੁਲੇਖਾ ਖਾਣਾ, ਜਿਵੇਂ ਸਾਊਦੀਆ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਨਾ, ਤੇ ਉਹਦੇ 'ਚ ਉਹਨਾਂ ਨੇ ਆਖਿਆ ਸੀ ਕਿ ਤਕਫੀਰ ਵਾਲਾ ਜਿਹੜਾ ਰੁਝਾਨ ਹੈ ਨਾ ਮੁਸਲਮਾਨਾਂ ਦੇ ਵਿੱਚ, अच्छा ਇਹ ਕੋਈ ਅੱਛਾ ਰੁਝਾਨ ਨਹੀਂ ਹੈ। ਤੇ ਮਿਰਜ਼ਾਈਆਂ ਨੇ ਘਰ ਭੰਗੜੇ ਪਾਣੀ ਸ਼ੁਰੂ ਕਰਤੇ ਕਿ ਸਾਊਦੀਆ 'ਚ ਕਾਨਫਰੰਸ ਹੋਈ ਹੈ, ਤੇ ਉਹਨਾਂ ਆਖਿਆ ਵੀ ਕੁਫਰ ਦੇ ਫਤਵੇ ਦੇਣੇ ਇਹ ਕੋਈ ਜਾਇਜ਼ ਨਹੀਂ ਹੈ। ਉਹਨਾਂ ਨੂੰ ਫਿਰ ਅਸੀਂ ਫੜ ਕੇ ਸਮਝਾਇਆ ਵੀ ਉਹਨਾਂ ਮੁਸਲਮਾਨਾਂ ਦੀ ਗੱਲ ਕੀਤੀ, ਤੁਸੀਂ ਫਾਰਗ ਹੋ, ਤੁਹਾਡੇ ਬਾਰੇ ਨਹੀਂ ਉਹਨਾਂ ਨੇ ਕਿਹਾ, ਤੁਸੀਂ ਅਲੱਗਾ ਹੋ ਚੁੱਕੇ ਹੋ। ਉਹ ਜਿਹੜੇ ਬਾਕੀ ਲੋਕ ਮੁਸਲਮਾਨ ਨੇ, ਮੁਸਲਿਮ ਉਮਤ ਹੈ, ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤਕਫੀਰੀ ਰਵੱਈਆ ਤੇ ਰੁਝਾਨ ਇਹ ਕੋਈ ਅੱਛਾ ਨਹੀਂ ਹੈ, ਨੈਗੇਟਿਵ ਰਵੱਈਆ, ਇਹਨੂੰ ਖਤਮ ਕਰਨਾ ਚਾਹੀਦਾ। ਤੁਹਾਡੇ ਬਾਰੇ ਨਹੀਂ, ਤੁਸੀਂ ਜੋ ਕੋਈ ਪਹਿਲੇ ਸੋ ਉਹ ਕੋਈ ਹੋਣਾ ਯਾਰ। ਇੱਕ ਬੀਏ ਚ ਕਹਾਣੀ ਹੁੰਦੀ ਸੀ, ਵਾਟਰ ਸਾਹਿਬ ਕਿਹੜੇ ਸੰਨ 'ਚ ਤੁਸੀਂ ਪੜ੍ਹੇ ਹੋ ਕਿ ਬੀਏ ਤਾਈਂ ਗਏ ਹੋ ਕੋ ਨਹੀਂ? मैं सर बड़ी ऊपर तक गया हूँ, आप बताएं, कहानी सुनाएं। ਨਹੀਂ, ਬੀਏ ਦੀ ਵੀ ਨਾ ਅੰਗਰੇਜ਼ੀ ਦੀ ਇੱਕ ਕਹਾਣੀ ਸੀ। अच्छा ਬੀਏ ਚ ਸੀ ਕਿ ਐਫਏ ਚ, ਮੇਰੇ ਖਿਆਲ ਬੀਏ ਚ ਸੀ। ਉਹ ਜਿਹੜਾ ਟਾਂਗੇ ਵਾਲਾ ਸੀ ਤੇ ਉਹਨੂੰ 2 ਜੂਨ ਨੂੰ ਉਹਨੇ ਆਖਿਆ ਬਈ 2 ਜੂਨ ਨੂੰ ਹਿੰਦੁਸਤਾਨ ਆਜ਼ਾਦ ਹੋ ਜਾਣਾ ਹੈ, ਤੇ ਉਹ ਸਵਾਰੀਆਂ ਬਹਿੰਦੀਆਂ ਸੀ ਨਾ ਉਹਦੇ ਟਾਂਗੇ ਤੇ। अच्छा ਉਹ ਗੱਲਾਂ ਕਰਦੀਆਂ ਸੀ ਬਈ ਗਵਰਨਮੈਂਟ ਨੇ ਬਿੱਲ ਪਾਸ ਕਰ ਦਿੱਤਾ ਹੈ 2 ਜੂਨ ਨੂੰ ਹਿੰਦੁਸਤਾਨ ਆਜ਼ਾਦ ਹੋ ਜਾਣਾ ਹੈ, ठीक है। ਬਰਤਾਨੀਆ ਦੀ ਹਕੂਮਤ ਖਤਮ ਹੋ ਜਾਣੀ ਹੈ। अच्छा 2 ਜੂਨ 1947 ਨੂੰ ਜਾਂ ਪਤਾ ਨਹੀਂ 45 ਨੂੰ। ਤੇ ਉਹਨਾਂ ਆਖਿਆ, ਉਹ ਟਾਂਗੇ ਵਾਲਾ ਜਿਹੜਾ ਸੀ ਨਾ, ਉਹ ਤੇ ਆਪ ਤੇ ਉਹਦਾ ਨਾਂ ਸੀ ਪਤਾ ਨਹੀਂ ਮੰਗੂ ਟਾਂਗੇ ਵਾਲਾ, ਉਹ ਆਪ ਤੇ ਅਨਪੜ੍ਹ ਸੀ ਨਾ, ਪੜ੍ਹ ਸਕਦਾ ਨਹੀਂ ਸੀ, ਤੇ ਅੰਗਰੇਜ਼ੀ ਦਾ ਕਾਨੂੰਨ ਕਿੱਥੋਂ ਵਿਚਾਰੇ ਨੇ ਪੜ੍ਹਨਾ ਸੀ, ਤੇ ਉਰਦੂ ਨਹੀਂ ਸੀ ਪੜ੍ਹ। ਉਹ ਸੁਣਦਾ ਸੀ ਸਵਾਰੀਆਂ ਕੋਲ, अच्छा ਸਵਾਰੀਆਂ ਉਹਦੇ ਟਾਂਗੇ ਤੇ ਬਹਿੰਦੀਆਂ ਸੀ ਤੇ ਇਹ ਗੱਲਾਂ ਕਰਦੀਆਂ ਸੀ। अच्छा ਤੇ ਉਹ ਆਪਣੇ ਜ਼ਿਹਨ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਕਿ 2 ਜੂਨ ਨੂੰ ਹਿੰਦੁਸਤਾਨ ਆਜ਼ਾਦ ਹੋ ਜਾਣਾ ਹੈ, ਤੇ ਇਹ ਜਿਹੜੇ ਗੋਰੇ ਨੇ ਨਾ, ਜਿਹੜੇ ਚੌਕਾਂ 'ਚ ਖਲੋਤੇ ਹੁੰਦੇ ਨੇ ਤੇ ਟਾਂਗਾ ਮੇਰਾ ਲੈ ਕੇ ਮੈਨੂੰ ਲੰਘਣ ਨਹੀਂ ਦਿੰਦੇ, अच्छा ਇਹਨਾਂ ਦੀ ਮਾਂ ਦੀ ਮੈਂ ਫਲਾਂਟਿੰਗ ਦੇ ਲਾਂਗਾ ਨਾ, ਇਹਨਾਂ ਗੋਰਿਆਂ ਦੀ, ਬਾਂਦਰਾਂ ਦੀ। अच्छा ਇਹਨਾਂ ਇਹ ਬਾਂਦਰ, ਉਹਨਾਂ ਨੂੰ ਬਾਂਦਰ ਕਹਿੰਦੇ ਸੀ ਨਾ, ਗੋਰੇ ਬਾਂਦਰ। अच्छा ਇਹਨਾਂ ਬਾਂਦਰਾਂ ਨਾਲ ਮੈਂ ਟੱਕਰ ਲਾਂਦਾ, ਇੱਕ ਵਾਰੀ ਹਿੰਦੁਸਤਾਨ ਆਜ਼ਾਦ ਹੋ ਲੈਂਦਾ। ठीक ਉਹ ਡੇਟ ਇੰਤਜ਼ਾਰ ਕਰਦਾ ਰਿਹਾ, ਮਈ ਦਾ ਮਹੀਨਾ ਪੂਰਾ, ਅਪ੍ਰੈਲ ਦਾ ਮਹੀਨਾ ਪੂਰਾ, ਫਿਰ ਉਹਦੇ ਬਾਅਦ ਜੂਨ ਚੜਿਆ ਤੇ ਉਹਨੇ ਆਖਿਆ ਲੈ ਵੀ 1 ਦਿਨ ਰਹਿ ਗਿਆ। 2 ਜੂਨ ਨੂੰ ਨਾ ਸਵੇਰੇ ਉੱਠਿਆ, ਤੇ ਅੱਗੇ ਉਹ ਨਾਰਮਲ 9-10 ਵਜੇ ਟਾਂਗਾ ਜੋਂਦਾ ਸੀ, ਤੇ ਉਸ ਦਿਨ ਉਹ 6 ਵਜੇ ਉੱਠ ਪਿਆ ਸਵੇਰੇ। अच्छा ਉੱਠ ਕੇ ਉਹਨੇ ਨਹਾਤਾ ਧੋਤਾ, ਘੋੜੇ ਨੂੰ ਤੇਲ ਸ਼ਿਲ ਮਾਰਿਆ, ਖਰਖਣਾ ਮਾਰਿਆ, ਟਾਂਗੇ ਦੇ ਟਾਇਰ ਸ਼ਹਿਰ ਉਹ ਜਿਹੜੇ ਹੁੰਦੇ ਨੇ ਵੀਲ ਸ਼ੀਲ, ਉਹਨਾਂ ਨੂੰ ਨਜ਼ਰ ਮਾਰੀ, ਤੇ ਉਹਨੇ ਉਹ ਸੰਦਰ ਪਾ ਕੇ ਤੇ ਟਾਂਗਾ ਜੋ ਕੇ ਤੇ ਸੜਕ ਤੇ ਚੜ੍ਹ ਲਿਆ ਲਾਹੌਰ। ठीक है। ਤੇ ਕੀ ਹੋ ਗਿਆ, ਨਸਰੁੱਲਾ ਨੇ ਤੇ ਮਲਕਵਾਨ ਨੇ ਇਮਰਾਨ ਖਾਨ ਨੂੰ ਖੋਲ ਦਿੱਤਾ ਦੂਜੀ ਸਾਈਡ ਤੇ। ਪਤਾ ਕਰੋ ਬਈ ਦੂਜੀ ਬਰਾੜ ਕੋਈ ਸੁਣੋ ਜ਼ਰਾ, ਮੋਬਾਈਲ ਲੈ ਕੇ ਇੱਕ ਬੰਦਾ। ਉਹ ਟਾਂਗਾ ਲੈ ਕੇ ਨਿਕਲਿਆ ਨਾ, ਤੇ 7 ਵਜੇ ਇਹ ਸਵੇਰ ਨਾ ਇਹ ਰੋਸ਼ਨੀ ਤਲੂ ਹੋ ਰਹੀ ਸੀ, ਤੇ ਉਹ ਲਾਹੌਰ ਦੀਆਂ ਸੜਕਾਂ ਤੇ ਉਹਨੇ ਅੱਜ ਆਖਿਆ ਕਿ ਅੱਜ ਅਸੀਂ ਆਜ਼ਾਦ ਆ ਇਹਨਾਂ ਅੰਗਰੇਜ਼ਾਂ ਬਾਂਦਰਾਂ ਦੀ ਭੈਣ ਦੀ ਮਾਂ ਦੀ। ਉਹ ਗਿਆ ਨਾ ਪਹਿਲੇ ਚੌਕ ਤੇ ਹੀ, ਤੇ ਉੱਥੇ ਉਹ ਖਲੋਤਿਆ ਸੀ ਅੰਗਰੇਜ਼, ਸੀਟੀ ਮੂੰਹ ਚ ਲੈ ਕੇ ਨਾ, ਵਿਸਲ ਜਿਸ ਤਰ੍ਹਾਂ ਮਾਰਦੇ ਸੀ, ਤੇ ਇਹਨੂੰ ਉਹਨੇ ਸੀਟੀ ਮਾਰੀ, ਤੇ ਇਹਨੇ ਟਾਂਗਾ ਰੋਕਿਆ ਕੋਈ ਨਾ, ਤੇ ਉਹਨੇ ਆਖਿਆ, ਫਿਰ ਦੂਜੀ ਸੀਟੀ ਮਾਰੀ, ਤੇ ਇਹਨੇ ਕਿਹਾ ਚੱਲ ਬਾਂਦਰ ਦੇ ਬੱਚਿਆ ਦਫਾ ਜਾ ਕੇ ਅਸੀਂ ਆਜ਼ਾਦ ਹਾਂ। ਸੀ ਗੋਰੇ ਨੇ ਆਖਿਆ ਇਹ ਮੰਗੂ ਟਾਂਗੇ ਦੀ ਭੈਣ ਦੀ ਮਾਂ ਦੀ, ਵੇਖੋ ਟਾਂਗੇ ਵਾਲਾ ਸਾਨੂੰ ਕਿਸ ਤਰ੍ਹਾਂ ਬੋਲਦਾ ਪਿਆ। ਉਹਨੇ ਦੂਜੀ ਕੋਈ ਉਹ ਜਿਹੜਾ ਖਾਸ ਉਹਦਾ ਸਿਗਨਲ ਸੀ, ਉਹਨੇ ਸੀਟੀ ਮਾਰ ਕੇ ਨਾ, ਤੇ ਪਰਲੇ ਚੌਕ ਵਾਲੇ ਨੂੰ ਵੀ ਬੁਲਾ ਲਿਆ, ਤੇ ਉਹ ਸੱਜੇ ਚੌਕ ਵਾਲੇ ਨੂੰ ਬੁਲਾਇਆ, ਤੇ ਖੱਬੇ ਨੂੰ 3-4 ਗੋਰਿਆਂ ਨੇ ਇਕੱਠਿਆਂ ਹੋ ਕੇ ਨਾ, ਤੇ ਉਹਨੂੰ ਡੱਕ ਕੇ ਨਾ ਟਾਂਗੇ ਵਾਲੇ ਨੂੰ, ਤੇ ਸੜਕ ਦੇ ਉੱਤੇ ਲੰਮਿਆਂ ਪਾ ਕੇ, ਤੇ ਕੰਡ ਤੋਂ ਲਾਹ ਕੇ ਨਾ ਉਹ ਕਮੀਜ਼ ਤੇ ਉਹਦੇ ਮਾਰੇ ਛਾਂਟੇ ਚੰਗੇ ਬਣਾ ਕੇ ਨਾ, ਕੰਡ ਲਾਲ ਕੀਤੇ। अच्छा ਤੇ ਉਹ ਨਾ ਮਾਰ ਖਾ ਕੇ ਆਇਆ, ਤੇ ਆ ਕੇ ਰਾਹ 'ਚ ਕਿਸੇ ਬੰਦੇ ਨੂੰ ਪੁੱਛਣ ਲੱਗਾ ਵੀ ਤੁਸੀਂ ਤੇ ਕਹਿੰਦੇ ਸੋ ਕਿ ਹਿੰਦੁਸਤਾਨ ਆਜ਼ਾਦ ਹੋ ਜਾਣਾ 2 ਤਰੀਕ ਨੂੰ। ਤੇ ਉਹਨਾਂ ਬਾਂਦਰਾਂ ਨੇ ਮੈਨੂੰ ਬੜਾ ਮਾਰਿਆ ਅੱਜ। ਉਹਨਾਂ ਆਖਿਆ ਮੰਗੂਆ ਉਹ ਹਕੂਮਤਾਂ ਦੀਆਂ ਗੱਲਾਂ ਨੇ, ਉਹ ਹਕੂਮਤਾਂ ਨਾਲ ਰਹਿਣ ਦੇ, ਅਸੀਂ ਉੱਥੇ ਦੇ ਉੱਥੇ ਹੀ ਹਾਂ, ਅਸੀਂ ਪਹਿਲੀ ਤਨਖਾਹ ਤੇ ਹੀ ਕੰਮ ਕਰਨਾ ਹੈ। क्या बात है, क्या बात है। ਸੋ ਹਿਸਾਬ ਮਿਰਜ਼ਾਈਆਂ ਦਾ ਕਿ ਮਿਰਜ਼ਾਈ ਜਿਹੜੇ ਨੇ ਨਾ, ਇਹਨਾਂ ਨੇ ਸਮਝ ਲਿਆ ਵੀ ਸਾਊਦੀਆ 'ਚ ਕਾਨਫਰੰਸ ਹੋ ਗਈ ਹੈ, ਤੇ ਹੁਣ ਤਕਫੀਰੀ ਰੁਝਾਨ ਦੀ ਮਜ਼ੰਮਤ ਹੋ ਗਈ ਹੈ, ਤੇ ਅਸੀਂ ਹੁਣ ਮੁਸਲਮਾਨ ਹੋ ਗਏ ਹਾਂ।
ਇਹ ਲਗੇ ਭੰਗੜੇ ਪਾਣ ਤੇ ਉਹਦੇ ਹਰ ਮੰਗੂ ਟਾਂਗੇ ਵਾਲੇ ਹਰ ਸਵੇਰੇ ਸਵੇਰੇ ਸੜਕ ਤੇ ਜਾ ਕੇ ਤੇ ਲਗੇ ਘੋੜਾ ਨਚਾਣ ਲਗੇ ਤੇ ਉਹਨਾਂ ਮੁਸਲਮਾਨਾਂ ਲਾ ਕੇ ਨਾ ਤੇ ਛਿੱਤਰ ਫੇਰੇ ਤੇ ਉਹਨਾਂ ਆਖਿਆ ਤੁਸੀਂ ਉਂਝ ਦੇ ਕਾਫਰ ਹੋ ਜਿਵੇਂ ਪਹਿਲੇ ਸੋ। क्या बात है ਤੁਹਾਡੇ ਬਾਰੇ ਕੋਈ ਬਿੱਲ ਪਾਸ नहीं ਹੋਇਆ, ਤੁਸੀਂ ਉਂਝ ਦੇ ਹੀ ਹੋ ਜਿਵੇਂ ਦੇ ਪਹਿਲੇ ਸੀ। और नहीं सर नहीं, हमने बिल पास करवाना ही नहीं है, हम अच्छी जगहों पे आ गए हैं, हमें क्या जरूरत है अब बिल पास करवाने की, करते रहो आपस ही जी, बेल खेडो। लेकिन मैं बस ये पूछ रहा था, मैं बड़ा मलिक साहब को अप्रिशिएट करने आया था कि बड़ी अच्छी मुहिम का आगाज किया है उन्होंने, तो ये साथ में हमें लिस्ट भी दे दें अपने काबरीन की बिमा तस्वीरों की, वो जैसे हिंदुओं ने अपने सारे भगवानों की फोटोएं बनाई होती हैं, ये भी बना दें। ये जो 4 बाबे लगाए हुए हैं ये तो कोई अहमदी लग रहे हैं। हाँ जी लगे हैं लाना। ये तो अपने अकाबरीन की हमें जरा नामों की लिस्ट दे दें ताकि हमें पता लग जाए कि किस किस बंदे को इज्जत देनी है। हम गुलाम जो है आपके, आप बड़े बादशाह लोग हुए माशाल्लाह, कैसरो किसरा के कंगन आपने पहन रखे हैं। अस्तगफिरुल्लाह, कमाल हो गया। तो कोई लिस्ट भी बना दें साथ में। मैं बड़ा खुश हुआ कि मलिक कैसर बड़ी तरक्की कर रहे हैं दिन ब दिन। डॉक्टर साहब सबसे पहले आपको ਮਾਰੀਆਂ ਦੀ ਲਾਲ ਭੈਣ ਨੂੰ ਮਾਰਾ ਨਾ ਕੁੱਤੀ ਦਾ ਪੁੱਤਰਾ, ਮੈਂ ਤੁਹਾਨੂੰ ਆਪਣਾ ਕੌਣ ਵਿਖਾਜਦਾ, ਤੁਸੀਂ ਮਰ ਜਾਓ ਮਾਂ ਦੀ ਪੁੱਤਰੀ ਆ ਲਿਓ। ਮੈਂ ਤੇ ਤੁਹਾਨੂੰ ਆਈਡੀਆ ਨਾਲ ਤੋਂ ਗਿਫਟਿੰਗ ਨਹੀਂ ਕਰਦਾ, ਸਾਡਾ ਮੈਂ ਇੱਕ ਰੋਡ ਦੇ ਪਾਲ ਪਾ ਕੇ ਬੈਠਾ ਗਿਫਟਿੰਗ ਦੀ ਗੱਲ ਹੋਈ, ਮੈਂ ਪਰਸੋਂ 14,000 ਕੋਇਨ ਮਾਰਿਆ ਆਪਣੇ ਸਿਰ ਨੂੰ। लो लेवल की गुफ्तगू हो ਮੈਂ ਕਿਹਾ ਤੁਰ ਗਿਆ ਤੁਹਾਡੀ ਮਾਂ ਦਾ ਖੁਦਾ ਮਾਰਿਆ ਘਰ ਤੁਸੀਂ ਨਾ ਮੇਲਾ ਮੇਰੀ ਜਾਨ ਹੈ, ਸਾਡੇ ਨਾਲ ਕਿਸੇ ਪਾਸੋਂ ਵੀ ਨਹੀਂ ਵੱਧ ਸਕਦੀ। ਮੇਰੀ ਜਾਨ ਕੀ ਹੋਗੀ। ਬਾਕੀ ਸਾਡਾ ਮੈਂ ਪਾਈਨੀਅਰ ਵੀ ਆਰਡਰ ਕਰ ਦਿੱਤੀ, ਇਹਨਾਂ ਦੀ ਮਾਂ ਦੀ ਕੁੜੀ ਕੱਟ ਦੇਣਾ ਮਾਂ ਦੀ ਕੁੜੀ ਓਏ ਸਮਗਲਰ ਉੱਤੇ ਆ ਸੱਤੇ ਬਰਾਤ ਜਿਹੜੀ ਸਿਗਰਟ ਨਾਲ ਬੇਟਾ ਸਾਹਿਬ। ਹਾਂਜੀ ਠੀਕ ਹੈ। ਬਾਕੀ ਸਾਡਾ ਮੈਂ ਪਾਈਨੀਅਰ ਵੀ ਆਰਡਰ ਕਰਦੀ ਹੈ, ਟਾਈਮ ਪਤਾ ਬਿਨਾ ਮੈਂ ਮਾਂ ਦੀ ਕੁੜੀ ਕਰਦਾ ਉਹਦਾ ਨਾਂ ਕੀ ਹੈ, ਕਿਹਨੂੰ ਬਿਆਨ ਐਡ ਕਰ, ਕੀ ਨਾਮ ਹੁੰਦਾ? ਇੱਕ ਜੱਗਾ ਹੀ ਤੇ ਚਾਚਾ ਦੂਸਰੇ ਦਾ ਨਾਮ ਹਾਂਜੀ ਐਸੇ ਗੂੰਜੇ ਲਹੂ ਮੇ हुजूर फरमाने लगे एक तो ਪੀਣਾ ਗੱਡੀ ਪੈਟਰੋਲ ਪੰਪ ਤੇ ਤੇਲ ਪਵਾ ਗਈ ਤੇ ਵੇ ਸਿਗਰਟ ਮੈਂ ਕਿੱਥੇ ਖਲੋ ਕੇ ਪੀ ਲਿਆ ਨਾ ਮੈਂ ਜੰਗਲ ਚ ਮੰਗਲ ਗੱਡੀਆਂ ਨੂੰ ਐਡ ਕਰਕੇ ਫੀਲ ਕਰਾ ਲੈਣਾ ਜਾ नहीं वो कल चीमा साहब असल च मलक साहब कल मातम कर रहे सी। मलक साहब कह रहे सी भी वेखो मेरी कौम दा हाल। वो कह रहे सी एडी गंदी कौम है भाई, जेड़ा मरजैया आमदा है वो कहता है कि जितनी गाली हम देते हैं हमें बदले में उतनी ही गाली दो। कहता एक भी बंदे दा पुत्र नहीं है जेड़ा आके आखे कि हम गाली देंगे ही नहीं, हम गाली नहीं देंगे किसी को, क्योंकि हम किसी को पहले गाली देंगे तो वो हमारे काबर को गाली देंगे, तो हम देना ही नहीं चाहते। जेड़ा आमदा वो कहता गाली हम जरूर देना चाहते हैं, लेकिन जितनी हम गाली देना चाहते हैं ना बदले में उतनी ही हमें दो, हमें ज्यादा तकलीफ ना दो। ऐसी कौम है। अस्सलाम वालेकुम वरहमतुल्लाहि वालेकुम अस्सलाम वरहमतुल्लाहि। आमिर भाई फिर वो आखिर में ਅਸੀਂ ਤਾਂ ਸੁਣਦੇ ਰਹੇ, ਲੇਕਿਨ ਫਿਰ ਆਖਰ 'ਚ ਕੀ ਫਿਰ ਫੈਸਲਾ ਹੋਇਆ? ਉਹਨਾਂ ਨੇ ਕੀ ਫੈਸਲਾ ਕੀਤਾ ਫਿਰ? ਕਿਹੜੇ ਫੈਸਲੇ? ਵੜੈਚ ਸਾਹਿਬ ਨੇ? ਨਹੀਂ, ਵੜੈਚ ਸਾਹਿਬ ਚਲੇ ਗਏ ਨੇ ਪਿਛਲੇ ਚੈਂਬਰ, ਉਹ ਜਿਹੜਾ ਨਹੀਂ ਹੁੰਦਾ ਜੱਜਾਂ ਦਾ ਚੈਂਬਰ ਪਿੱਛੇ ਬਣਿਆ ਹੁੰਦਾ ਰੈਸਟ ਰੂਮ। ਅੱਛਾ ਅੱਛਾ, ਫੈਸਲਾ ਮਹਿਫੂਜ਼ ਹੋ ਗਿਆ। ਫੈਸਲਾ ਮਹਿਫੂਜ਼ ਹੋ ਗਿਆ ਤੇ 3 ਘੰਟੇ 4 ਘੰਟੇ ਬਾਅਦ ਦੁਬਾਰਾ ਤਸ਼ਰੀਫ ਲਿਆਉਣਗੇ। ਫਿਲਹਾਲ ਉਹ ਆਰਾਮ ਕਰ ਰਹੇ ਨੇ, ਆਉਣਗੇ ਤੇ ਫਿਰ ਫੈਸਲਾ ਸੁਣਾਉਣਗੇ। ਕਿਉਂਕਿ ਵੜੈਚ ਸਾਹਿਬ ਗਏ ਸਨ ਦੂਜੇ ਫਰੀਕ ਨੂੰ ਬੁਲਾਉਣ, ਬਈ ਬਰਾੜ ਤੇ ਆ ਜਾ, ਮੈਂ ਫੈਸਲਾ ਕਰਨ ਲੱਗਾ, ਮੈਂ ਰਾਏ ਲੈ ਲਈ ਲੋਕਾਂ ਕੋਲ। ਉਹ ਦੂਜਾ ਫਰੀਕ ਜਿਹੜਾ ਉਹ ਕਹਿੰਦਾ ਸੀ ਕਿ ਫਿਲਹਾਲ ਮੈਂ ਨਹੀਂ ਆ ਸਕਦਾ, ਮੈਂ 3-4 ਘੰਟੇ ਬਾਅਦ ਆਵਾਂਗਾ। ਉਹ ਹੁਣ ਹੋਏ ਨੇ 5 ਤੇ ਤਕਰੀਬਨ
7-8 ਵਜੇ आमिर भाई तुम्हारी सजा मौत तो नहीं ना होएगी? ਇਹ ਹੁਣ ਦੇਖੋ ਹੁਣ ਕੀ ਹੁੰਦਾ, ਸਜ਼ਾ ਮੌਤ ਹੁੰਦੀ ਹੈ ਕਿ ਸਜ਼ਾ ਉਮਰ ਕੈਦ ਹੋਏਗੀ, ਕੋਈ ਨਾ ਕੋਈ ਤੇ ਹੋਏਗੀ ਨਾ। इतने वाज़े अल्फाज ने थोड़े आमिर भाई, इतने मैं जो एक सादा जो बंदा, मैं बिल्कुल तुसा सारे चो सादा भाई, वो अल्फाज मैंने भी समझ आ रहे ने। ते ये जेड़ा ना जी चौहान साहब कह रहे हैं ना कि मिर्जाइयां नू आमिर दे बारे होर कोई गल नहीं मिली, ते वो इस गल नू सिर्फ और सिर्फ इस गल ते खेड रहे ने। नहीं तो उस तो भी ज्यादा सादे ते इन्हां दे अपने मिर्जा गुलाम कादियानी दे अल्फाज ने ਜਿਹੜੇ ਇਹਨਾਂ ਨੂੰ ਸਮਝ ਨਹੀਂ ਆਉਂਦੀ। ਜਦੋਂ ਉਹ ਨਹੀਂ ਇਹਨਾਂ ਨੂੰ ਸਮਝ, ਉਹਨਾਂ ਨੂੰ ਹੋਰ ਵੀ ਗੱਲਾਂ ਪਈਆਂ ਉਹ ਟੂਣਦੇ ਨੇ ਮੇਰੀਆਂ, ਤੇ ਉਹਨਾਂ ਨੂੰ ਲੱਭਦੀਆਂ ਨੇ ਪਈਆਂ ਗੱਲਾਂ। ਹੁਣ ਵੜੈਚ ਸਾਹਿਬ ਗਏ ਸੀ ਉਹਨੂੰ ਬੁਲਾਉਣ, ਰਾਣੇ ਰਾਜਪੂਤ ਨੂੰ। ਰਾਣਾ ਜਿਹੜਾ ਉਹ ਰਾਜੇ ਦਾ ਪੂਤ ਹੈ, ਉਹ ਕਹਿੰਦੇ ਨੇ, ਰਾਣਾ ਸਾਹਿਬ ਕਹਿੰਦੇ ਨੇ ਰਾਜੇ ਦਾ ਪੂਤ ਹੈ, ਆਪਣੇ ਪਿਓ ਦਾ ਪੂਤ ਨਹੀਂ ਹੈ। ਤੇ ਉਹਨੂੰ ਬੁਲਾਉਣ ਗਏ ਸੀ, ਤੇ ਉੱਥੇ ਨਾ ਇਮਰਾਨ ਕਾਲੂ ਆ ਗਿਆ, ਤੇ ਵੜੈਚ ਸਾਹਿਬ ਨੇ ਆਖਿਆ ਬਈ ਰਾਣਾ ਰਾਜਪੂਤ ਆ ਜਾ, ਮੈਂ ਬਰਾੜ ਤੇ ਫੈਸਲਾ ਕਰਨ ਲੱਗਾ। ਤੇ ਇਮਰਾਨ ਕਾਲੂ ਆਂਦਾ ਹੈ ਵੀ ਵੜੈਚ ਸਾਹਿਬ ਮੈਂ ਆਵਣਾ, ਤੁਸੀਂ ਚੱਲੋ ਤੇ ਮੈਂ ਆਵਣਾ, ਤੇ ਮੈਂ ਉੱਥੇ ਆ ਕੇ ਸੁਣਨਾ ਵਾ, ਤੁਸੀਂ ਤੁਹਾਡੇ ਕੋਲ ਇੱਕ ਨਵਾਂ ਕੇਸ ਮੈਂ ਲੈ ਕੇ ਆਉਣਾ ਹੈ। ਆਮਰ ਨਜ਼ੀਰ ਨੇ ਨਵੀਂ ਸ਼ਾਤਮੀਅਤ ਕੀਤੀ। ਉਹਨਾਂ ਕਿਹਾ ਕੀ ਕੀਤੀ? ਇਹ ਉਹ ਆਮਰ ਨੇ ਆਖਿਆ ਕਿ ਨਬੀਆਂ ਦੀਆਂ ਕਬਰਾਂ ਇਸ ਦੁਨੀਆ ਤੋਂ ਮਿਟ ਗਈਆਂ ਨੇ, ਕਈ ਨਬੀਆਂ ਦੀਆਂ ਕਬਰਾਂ, ਤੇ ਕਹਿੰਦਾ ਇਹਦੇ ਬਾਰੇ ਸਿਆਲਵੀ ਸਾਹਿਬ ਨੇ ਫਤਵਾ ਦਿੱਤਾ ਹੈ ਕਿ ਆਮਰ ਨੇ ਸ਼ਾਤਮੀਅਤ ਕੀਤੀ ਹੈ, ਤੇ ਲਿਹਾਜ਼ਾ ਹੁਣ ਮੈਂ ਇਹ ਲੈ ਕੇ ਕੇਸ ਆਉਣਾ। ਵਿਚਾਰੇ ਲੱਗੇ ਨੇ ਢੂੰਡਣ ਮੇਰੇ ਪਿਛਲੇ ਕੱਢ ਕੇ ਨਾ ਆਡੀਓ ਮੈਸੇजेस ਤੇ ਵੀਡੀਓ ਮੈਸੇजेस, ਤਲਾਸ਼ ਪੇ ਕਰਦੇ ਨੇ, ਕੋਈ ਲੱਭ ਜੇ ਗੱਲ। ਅਮੀਨ ਭਾਈ ਇਹਨਾਂ ਤੇ ਸਾਰਾ ਦਿਨ ਮਿਰਜ਼ਾ ਕਾਦੀਆਨੀ ਨੂੰ ਯਾਦ ਨਹੀਂ ਕਰਦੇ ਜਿੰਨਾ ਤੁਹਾਨੂੰ ਕਰਦੇ ਨੇ। ਇਹ ਇਹਨਾਂ ਦੀ ਬਦਬਖਤੀ ਹੈ ਨਾ ਕਿ ਮੇਰੇ ਪਿਛਲੇ ਮੈਸੇजेस ਜਾਂ ਆਡੀਓ ਮੈਸੇजेस ਰਿਕਾਰਡ ਕੱਢ ਕੇ ਚੈੱਕ ਕਰਨ ਦੀ ਬਜਾਏ ਐਡੇ ਬਦਬਖਤ ਨੇ ਆਪਣੇ ਮਿਰਜ਼ੇ ਨੂੰ ਨਹੀਂ ਪੜ੍ਹਦੇ ਕਿ ਉਹ ਸਾਨੂੰ ਕੀ ਦੇ ਕੇ ਗਿਆ। ਜੇ ਆਮਰ ਸ਼ਾਤਮ ਸਾਬਤ ਹੋ ਜਾਏਗਾ, ਗੁਸਤਾਖ ਸਾਬਤ ਹੋ ਜਾਏਗਾ, ਜਾਂ ਜਾਹਿਲ ਸਾਬਤ ਹੋ ਜਾਏਗਾ, ਜਾਂ ਉਹਦੀ ਕੋਈ ਗੱਲ ਗਲਤ ਪਕੜੀ ਜਾਏਗੀ, ਇਹਦੇ ਨਾਲ ਮਿਰਜ਼ਾਈਅਤ ਸੱਚੀ ਸਾਬਤ ਹੋ ਜਾਏਗੀ। ਮਿਰਜ਼ਾਈਅਤ ਤੇ ਫਿਰ ਉੱਥੇ ਦੀ ਉੱਥੇ ਹੀ ਰਹੇਗੀ ਨਾ। ਤੁਸੀਂ ਆਪਣੀ ਮਿਰਜ਼ਾਈਅਤ ਦੇ ਬਾਰੇ ਜਾ ਕੇ ਤੇ ਸਟੱਡੀ ਕਰੋ ਤੇ ਦੇਖੋ ਕਿ ਤੁਹਾਡੇ ਨਾਲ ਕੀ ਹੱਥ ਹੋ ਚੁੱਕਿਆ। ਲੇਕਿਨ ਐਸੀ ਜਾਹਿਲ ਕੌਮ ਹੈ, जिधर जाना है उधर जान की बजाय पुट्ठे पासे। और मिर्ज़ा साहब फरमाते सन हराम ज़ादे की ये निशानी है कि वो कभी सीधी राह इख्तियार नहीं करता। हलाल ज़्यादा होने के लिए ज़रूरी है कि वो सीधी राह इख्तियार करे, लेकिन हराम ज़्यादा कभी सीधी राह नहीं इख्तियार करता। ये हुण मसला ये वे कि सीधी राह ते चलण की बजाय वेखो किहड़ी राह ते चल रहे ने। मेरे मैसेजेस तलाश कर रहे हैं, कोई लब्बे दी शातमीयत, कोई गुस्ताखी तसीह दे उत्थे रौला पाइए, यह मसला बने। एक बारी मैं ये आख्या सी कि ये जो कुरान करते रहते हैं ना, कुरान से बात करेंगे, कुरान, ये गुमराह होते हैं। इन्हें मेरी ये आडियो भी बड़ी देर चलाई तो इन्हें आख्या वेखो किड्डी वड्डी गुस्ताखी होए, वेख होए मरज़ैया, वेख किड्डी वड्डी आमर ने गुस्ताखी की। ਉਹਦੇ ਬਾਅਦ ਫਿਰ ਉਹਦੇ ਬਾਅਦ ਹੁਣ ਕਰਦੇ ਨੇ ਵੀ ਤਲਾਸ਼ ਕੋਈ ਕਰ ਲੈਣਗੇ। आमिर भाई नजीर साहब आए हैं, नजीर साहब कोई फैसला करना चाह रहे हैं, मुझे लगता है शक पड़ रहा है। हाँ जी, नहीं प्यारे भाई, मैं तो ये पूछना चाह रहा हूँ आपसे कि तरबियत इंसान की बचपन से होती है, इस उम्र में आके मुश्किल बहुत पड़ती है इंसान को। हाँ बिल्कुल, तो सुनाने जी बचपन जी, इसलिए जो है ना, ये जो तरबियत बचपन से अगर ना की हो, जिसकी भी हो,
गाली गलौज नहीं करनी चाहिए, अपनी जुगत करें। ये भाई बात सुनो कि जो है ना जमात अहमद दी तरबियत तुहानू सुनाई उन्हां दी बराड़ चलदी पई मैं नजीर साहब, जो ये गलत बात है ना, कोई गंदी बात है, उसको रिपीट करना भी तो कोई अच्छी बात होती है। और कोई भी बात करे, कोई भी गाली दे, कोई बुरा लफ्ज इस्तेमाल करे, उसको उसको बार बार सुनाना कौन सी अक्लमंदी की बात है? ये तो चस्के लेने वाली बात है। ये तो इंसान की फितरत में है। तो इंसान हमें सबको अपनी तरबियत करनी चाहिए, इखलास बढ़ाने चाहिए, जहाँ बुराई हो उसको रोकना चाहिए, साफ करना चाहिए, बंदा सुनता भी नहीं है, बजाय बार बार वो प्रमोट होती है बुराई। बुराई करो तो ताजा साफ सुथरी गल सुनाने सुनो। हाँ जी ਸਾਹਿਬ ਤੁਸੀਂ ਸੌਂ ਜਾਓ, ਮੈਂ ਵੀ ਸੌਣ ਲੱਗਾ, ਬਾਅਦ ਚ ਕਰਾਂਗਾ ਮੈਂ ਤੁਹਾਡੇ ਨਾਲ ਗੱਲ। ਰਾਜਪੂਤ ਭਾਈ, ਕੱਲ ਆਮਨ ਨਜ਼ੀਰ ਸਾਹਿਬ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਗੁਸਤਾਖੀ ਕੀਤੀ ਤੇ ਕੱਲ ਉਹਦੇ ਉੱਤੇ ਜਿਹੜਾ ਹੈ ਆਪਣਾ ਮੁਹੰਮਦ ਇੰਸਾਲਵੀ ਸਾਹਿਬ ਨੇ ਗੁਸਤਾਖੀ ਦਾ ਫਤਵਾ ਦਿੱਤਾ ਹੈ। ਉਹਦੇ ਤੇ ਇਮਰਾਨ, ਮੈਂ ਤੇ ਗੁਸਤਾਖੀ ਵਾਲੀ ਗੱਲ ਨਹੀਂ ਕਰਨ ਡਿਆ, ਮੇਰਾ ਨਹੀਂ, ਉਹ ਤੁਹਾਡੀ ਵਾਲੀ ਗੱਲ ਲੈਦਾ, ਉਹ ਮੇਰੀ ਦੀ ਨਾ ਮਤ ਮਾਰਿਓ। ਕੱਲ ਉਹਨਾਂ ਨੇ ਰਾਣਾ ਸਾਹਿਬ ਉੱਥੇ ਅਗਰ ਆ ਜਾਓ ਮੇਰੇ ਕੋਲ, ਅਫਜ਼ਲ ਭਾਈ ਮੈਂ ਆਣਾ ਤੁਹਾਡੇ ਕੋਲ, ਜਿਹਦੇ ਉੱਤੇ ਮੁਹੰਮਦ ਇੰਸਾਲਵੀ ਸਾਹਿਬ ਨੇ ਜਿਹੜਾ ਗੁਸਤਾਖੀ ਦਾ ਫਤਵਾ ਦਿੱਤਾ ਕੱਲ, ਮੈਂ ਉਹ ਤੁਹਾਡੇ ਸਾਹਮਣੇ ਆ ਕੇ ਤੇ ਉਹ ਪ੍ਰੈਜ਼ੈਂਟ ਕਰਨਾ, ਉਹਦੇ ਤੇ ਦੱਸੋ ਕੀ ਕਰਨਾ ਜੀ। ਇੱਕ ਸੈਕਿੰਡ, ਅੱਛਾ ਮੈਂ ਰਾਣਾ ਸਾਹਿਬ ਨੂੰ ਪਹਿਲਾਂ, ਰਾਣਾ ਸਾਹਿਬ ਉੱਠ ਕੇ ਫਿਰ ਚਲੋ ਲਾ ਲੈਣੇ ਆ, ਕਿੰਨੀ ਦੇਰ ਤੱਕ ਉਠੋਗੇ? ਹੁਣ 9 ਵਜ ਗਏ ਨੇ, ਮੇਰੇ ਕੋਲ ਤੁਹਾਡੇ ਕੋਲ 10 ਵਜੇ ਨੇ ਜੀ, 5 ਘੰਟੇ ਮੈਨੂੰ ਸੌ ਲੈਂਦੇ ਹੋ, ਫਿਰ ਉੱਠ ਕੇ ਤੇ ਮੈਂ ਤੁਹਾਨੂੰ ਹੈਲੋ ਕਰ ਦਾਂਗਾ। ਚਲੋ ਠੀਕ ਹੈ, ਠੀਕ ਹੈ। ਸਾਡਾ ਕੀ ਕਰਨਾ ਜੀ? ਇੱਕ ਮਿੰਟ ਰਾਣਾ ਸਾਹਿਬ, ਮੈਂ ਇੱਕ ਗੱਲ ਕਰਨਾ ਚਾਹੁੰਦਾ। ਅਫਜ਼ਲ ਭਾਈ ਨੂੰ ਮੈਨੂੰ ਤਾਂ ਪੁੱਛ ਲੈਂਦੇ, ਫਹਿਮ ਸ਼ਾਹ ਅਫਜ਼ਲ ਸਾਹਿਬ ਭਾਈ ਤੋਂ ਗੱਲ ਹੀ ਨਹੀਂ ਕਰ ਰਹੇ ਉੱਤੇ, ਖਲੋਏ ਉਹਨਾਂ ਨੂੰ ਪੁੱਛਣੇ ਆ। ਅਫਜ਼ਲ ਸਾਹਿਬ, ਆਮਨ ਨਜ਼ੀਰ ਸਾਹਿਬ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅੰਬੀਆ ਦੀਆਂ ਕਬਰਾਂ ਮੇਟ ਗਈਆਂ ਨੇ। ਜੇ ਮੁਹੰਮਦ ਹੁਸੈਨ ਬਟਾਲਵੀ ਸਾਹਿਬ ਦੀ ਮੇਟ ਗਈ ਹੈ ਤਾਂ ਕੀ ਹੋ ਗਿਆ? ਅੰਬੀਆ ਦੀਆਂ ਵੀ ਤਾਂ ਕਬਰਾਂ ਮੇਟ ਗਈਆਂ ਨੇ, ਉਹ ਵੀ ਤਾਂ ਨਹੀਂ ਲੱਭਦੀਆਂ। ਇਹ ਗੱਲ ਆਮਨ ਨਜ਼ੀਰ ਸਾਹਿਬ ਨੇ ਕਹੀ ਸੀ। ਇਹਦੇ ਤੇ ਪਰ ਨਹੀਂ, ਮੈਂ ਨਹੀਂ ਮੰਨ ਸਕਦਾ। ਕਾਲੋ ਸਾਹਿਬ ਤੁਸੀਂ ਆਪਣੇ ਤੋਂ ਗੱਲ ਕਰ ਰਹੇ ਹੋ, ਵੇਖਿਆ ਟੁਰ ਗਏ। ਇਹਦੇ ਤੇ ਮੁਹੰਮਦ ਇੰਸਾਲਵੀ ਸਾਹਿਬ ਨੇ ਕੱਲ ਫਤਵਾ ਦਿੱਤਾ ਹੈ। ਉਹ ਬੜਾਏ ਤੋਂ ਭਲਾ ਕੰਮ ਨਾ ਉੱਤੇ ਪਾਓ। ਵੜਿਆ ਚ ਅੱਲਾਹ ਤੇ ਨਬੀ ਨੂੰ ਨਹੀਂ ਮੰਨਦਾ ਹੈ, ਵੜਿਆ ਚ ਬਗੈਰਤ ਹੈ ਜਾਂ ਤੇ ਕਹਿ ਹੜੇ ਮੈਂ ਬਗੈਰਤ ਹਾਂ। ਬਿਆਨ ਲਵੋ, ਨਹੀਂ ਇਹ ਕੰਪਰੋਮਾਈਜ਼ ਬੰਦਾ ਹੈ, ਕਮਜ਼ੋਰ ਬੰਦਾ ਹੈ। ਹੈਲੋ ਜੀ, ਇਹ ਉਹੀ ਕੰਮ ਹੋਇਆ ਜਿਹੜਾ ਚੌਹਾਨ ਸਾਹਿਬ ਨਾਲ ਨਹੀਂ ਹੋਇਆ। ਬਈ ਚੌਹਾਨ ਸਾਹਿਬ ਨੂੰ ਆਖਿਆ, ਚੌਹਾਨ ਸਾਹਿਬ ਸਾਡਾ ਰਿਵਿਊ ਕਰਾਓ। ਉਹਨਾਂ ਆਖਿਆ ਰਿਵਿਊ ਮੈਂ ਨਹੀਂ ਕਰਾ ਸਕਦਾ। ਨਹੀਂ ਸਾਡਾ ਰਿਵਿਊ ਕਰਾਓ। ਉਹਨਾਂ ਆਖਿਆ ਰਿਵਿਊ ਮੈਂ ਨਹੀਂ ਕਰਾ ਸਕਦਾ, ਦੂਜੀ ਪਾਰਟੀ ਤੋਂ ਪੁੱਛਿਓ ਬਗੈਰ। ਤੇ ਉਹਨਾਂ ਆਖਿਆ ਤੇ ਤੂੰ ਫਿਰ ਉੱਥੇ ਕੁੜੀ ਦਾ ਸਾਕ ਦੇਣਾ ਸੀ, ਉਹਨਾਂ ਨੂੰ ਗਿਆ ਹੈ, ਕੁੜੀ ਦੇਣ ਗਿਆ ਹੈ। ਤੇਰੀ ਭੈਣ ਦੀ ਤੇਰੀ ਮਾਂ। ਇਹ ਜਮਾਤ ਅਹਿਮਦ ਦੀ ਤਰਬੀਅਤ ਨਹੀਂ ਤੇ ਉਹ ਇਹ ਸਿਆਲਵੀ ਸਾਹਿਬ ਨੇ ਫਿਰ ਕੀ ਫਤਵਾ ਲਗਾ ਦਿੱਤਾ ਤੁਹਾਡੇ ਤੇ? ਹਾਂ, ਫਤਵਾ ਲਗਾ ਦਿੱਤਾ। ਤੇ ਉਹ ਵੜੈਚ ਸਾਹਿਬ ਦੇ ਬਾਰੇ ਉਹ ਪੇ ਕਹਿੰਦਾ ਹੈ, ਇਮਰਾਨ ਖਾਨ ਨੂੰ ਪੇ ਕਹਿੰਦਾ ਹੈ ਵੀ ਵੜੈਚ ਸਾਹਿਬ ਬਗੈਰਤ ਹੈ। ਇਹ ਬਗੈਰਤ ਹੈ, ਫਿਰ ਬਗੈਰਤ ਹੈ, ਮੁਨਾਫਿਕ ਹੈ। ਇਹ ਤਰਬੀਅਤ ਠੀਕ ਹੈ ਵੈਸੇ? नहीं, मैं वही कह रहा कि चले कोई सख्त जबान इस्तेमाल नहीं करनी चाहिए। जबान कोई नहीं सख्त जबान ता की जो कर देते मरजाई है लम्मी पा लो। अच्छा नहीं ਲਾ ਥੱਲੇ ਯਾਰ, ਤੂੰ ਥੱਲੇ ਬੈ ਕੇ ਥੋੜੀ ਦੇਰ ਟੈਪ ਟੈਪ ਕਰ, ਕੋਈ ਕੰਮ ਦੀ ਗੱਲ ਕਰੀਏ ਸੀ ਪਹਿਲੇ। ਕੱਲ ਆਮਿਰ ਭਾਈ ਤੁਸਾਂ ਇੱਕ ਸਵਾਲ ਫਲੋਟ ਕਰਕੇ ਗਏ ਸੀ ਉੱਥੋਂ ਇਹਨਾਂ ਦੇ ਮਿਰਜ਼ਈਆਂ ਦੇ ਕੋਲ ਕਿ ਮਿਰਜ਼ਾ ਸਾਹਿਬ ਦਾ ਜਿਹੜਾ ਇਲਹਾਮ ਹੈ ਨਾ ਕਿ ਤੇਰਾ ਨਾਮ ਅਹਿਮਦ, ਤੇਰਾ ਨਾਮ ਬਾਕੀ ਰਹੇਗਾ, ਮੇਰਾ ਨਾਮ ਨਹੀਂ ਰਹੇਗਾ। ਤੇ ਉਹਦੇ ਤੋਂ ਬਾਅਦ ਨਾ ਬੜੀ ਇੱਥੇ ਮੇਰੀ ਆਵਾਜ਼ ਆ ਰਹੀ? ਹਾਂਜੀ ਯਾਰ ਆ ਰਹੀ ਬਾਤ। ਅੱਛਾ, ਉਹ ਨਾ ਉਸ ਤੋਂ ਬਾਅਦ ਨਾ ਬਰਾੜ ਲੱਗੀ ਏ ਉੱਥੇ, CCD ਨੇ ਬਰਾੜ ਲਾਈ ਤੇ ਉੱਥੇ ਜਮਾਤੇ ਮਿਰਜ਼ਈਅਤ ਦੇ ਨਾ ਬੜੇ ਬੜੇ ਵੱਡੇ ਜਿਹੜੇ ਮੁਫੱਸਿਰ ਨੇ ਤੇ ਬੜੇ ਥਿੰਕ ਟੈਂਕਸ ਨੇ ਨਾ ਉੱਥੇ ਬੈਠੇ ਸਨ। ਉਹ ਨਾ ਉਹ ਕਹਿਣ ਕਿ ਜੀ ਇਹਦੇ ਬਾਰੇ ਚ ਨਾ ਦੱਸੋ। ਮੈਂ ਤੇ ਗਿਆ ਸੀ ਉੱਥੇ। ਉਹ ਜਿਹੜਾ ਨਾ ਵੈਸ, ਉਹ ਜਿਹਨੇ ਮੁਹੰਮਦ ਅਹਿਮਦ ਦੀ ਦੇਖੋ ਨਾ ਨਾਮ ਰੱਖੇ ਨੇ, ਮੁਹੰਮਦ ਅਹਿਮਦ ਜੇ ਗਾਲ ਕੱਢ ਰਹੀ ਹੈ ਤੇ ਅੰਬੀਆ ਨੂੰ ਗਾਲਾਂ ਕੱਢੋ, ਆਪਣੇ ਅਵੈਸ ਤੇ ਪਤਾ ਨਹੀਂ ਕਿਹੜੀ ਕਿਰਲੀ ਕੁੱਲੀ, ਉਹ ਨਹੀਂ ਨਾ ਆਪਣੇ ਦੱਸਦੇ। ਅੱਛਾ, ਉਹਨੇ ਨਾ
ਆਹੇ ਜੀ ਮੈਂ ਗਿਆ ਸਾਂ ਉੱਥੇ ਤੇ ਇਹਨਾਂ ਨੇ ਇਬਾਰਤ ਪੇਸ਼ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਜੀ ਹਾਂਜੀ ਕਿਹੜੀ ਇਬਾਰਤ ਹੈ, ਉਹਦਾ ਮੈਂ ਜਵਾਬ ਦੇਣਾ। ਤੇ ਨਾਲ ਹੀ ਉਹ ਤਲਤ ਮਲਕ ਸਾਹਿਬ ਨੇ ਉਹਨੂੰ ਪੁੱਛਿਆ ਮੈਂ ਕਿ ਆਪਨੇ ਜਵਾਬ ਦਿਆ? ਉਹਨੇ ਕਿਹਾ ਹਾਂ ਅਸੀਂ ਜਵਾਬ ਦਿੱਤਾ। ਉਹਨੇ ਕਿਹਾ ਬਸ ਠੀਕ ਹੈ, ਜੋ ਤੁਸੀਂ ਜਵਾਬ ਦਿੱਤਾ ਹੈ ਮੇਰਾ ਵੀ ਉਹੀ ਜਵਾਬ ਹੈ। ਤੇ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਹੁਣ ਇਹ ਇਬਾਰਤ ਹੈ, ਮਿਰਜ਼ਾ ਸਾਹਿਬ ਨੇ ਕਿਹਾ ਕਿ ਅਹਿਮਦ ਤੇਰਾ ਨਾਮ रहेगा मेरा नाम नहीं रहेगा, बाकी नहीं रहेगा, तो फिर तेरा नाम पूरा होगा मेरा नाम पूरा ना हो सकेगा। ਤੇ ਉਹਨੇ ਕਿਹਾ ਜੀ ਦੱਸੋ ਇਹਦਾ ਕੀ ਮਤਲਬ ਹੈ, ਇਹਦੇ ਤੇ ਕੀ ਤੁਸੀਂ ਫਹਿਮ ਲੈਂਦੇ ਹੋ? ਪਹਿਲੇ ਤਾਂ ਜਵਾਬ ਢੱਲਿਆ ਨਾ ਥੱਲੇ। ਉਹਨੇ ਕਿਹਾ ਮੈਂ ਤਾਂ ਜਮਾਂ ਨਾ ਥੱਲੇ, ਮੈਂ ਉਹਨਾਂ ਦਾ ਕੀ ਜਵਾਬ ਦੇਵਾਂ ਇਹ ਚਵਲ ਦਾ। ਫਿਰ ਉਹਨੇ ਮੁੜ ਕੇ ਇਹਨਾਂ ਸਾਰਿਆਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਇਹਦਾ ਕੀ ਜਵਾਬ ਦੇ, ਇਹਦਾ ਕੀ ਫਹਿਮ ਹੈ ਜਿਹੜਾ ਹੈ ਇਲਹਾਮ ਜਿਹੜਾ ਮਿਰਜ਼ਾ ਸਾਹਿਬ ਦਾ ਹੈ। ਤੇ ਉਹ ਇੱਕ ਵਿੱਚੋਂ ਬੋਲਿਆ, ਉਹਨੇ ਕਿਹਾ कि ये तो बड़ी वाज़ेह साफ इबारत है, साफ लफ्ज़ है, इसमें कौन सी परेशानी है? मैं कहा हाँ ठीक है, साफ है, की है वैदा की फहम है यार, ये तो पागल है, इनको इतनी समझ नहीं आ रही, इसमें समझ नहीं आ रही इनको। मैंने कहा हाँ नहीं समझ आ रही, थे इसका क्या मतलब है यार? वो 7-8 साल पहले मैंने पढ़ा था, वो बस ऐसे था कि मतलब तेरा नाम पूरा होगा तो मतलब ना, 7-8 साल पहले पढ़ा था मैंने, तो ये तो पता नहीं क्यों ये पागल है। लो लेता मैं ना कोट एंड कोट की गल पेश कर रहा। उन्हें कहा अच्छा ठीक है तेरी तो गल आ गई 7-8 साल पहले, तो अच्छा हुण कोई होर किहड़ा बंदा जिहड़ा उन्होंने बुलाओ जवाब नूं जिहड़ा इहदे बारे च बयान करे कि ये जिहड़ा मिर्ज़ा साहब दा इल्हाम है कि भाई तेरा नाम पूरा होगा मेरा नाम पूरा नहीं होगा, इसका क्या वजाहत है, इसकी क्या हुजूर ने इसकी क्या तफसील बताई है, इसके बारे में क्या आप लोग समझे हैं? तो उस तो बाद गल होर चली गई कि इब्राहिम अलैहिस्सलातु वस्सलाम नूं अल्लाह रब्बुल इज़्ज़त ने फरमाया कि जी तू परिंदे लै लै ते परिंदे अपने, ओहदा कहंदा एहदा मतलब ये नहीं है कि परिंदियां नूं कतल करके मार के, एहदा मतलब ये नहीं है, एहदा मतलब है कि क़यामत वाले दिन विचों एक वाटर बोलिया, उन्हें कहा एवें इन्हां लोकां नूं गुमराह कर क़यामत वाले दिन, ये मौत दे बाद दी है कि मार के किस तरह जिंदा करेंगा, क़यामत दा जिक्र ही नहीं है। तलत मलक ने भी गल की। ਹੁਣ ਉੱਥੇ ਬੜੀ ਦੇਰ ਇਧਰੋਂ ਦੀ ਉਧਰ ਬੋਲ ਉਹਦੇ ਹੱਥ 'ਚੋਂ ਬੋਲ ਹੁੰਦੀ ਨਾ ਕਿ ਮਤਲਬ ਉਹ ਮਿਊਜ਼ਿਕ ਚੱਲਦਾ ਹੈ ਜਾਂ ਨੰਬਰਿੰਗ ਕਾਊਂਟਿੰਗ ਹੁੰਦੀ ਹੈ ਤੇ ਬੋਲ ਦੂਸਰੇ ਨੂੰ ਫੜਾਣੀ ਹੁੰਦੀ, ਜਿਹਦੇ ਕੋਲ ਬੋਲ ਆਏਗੀ ਨਾ ਤੇ ਉਹਦੀ ਸਮਝੋ ਗੇਮ ਤੋਂ ਆਊਟ ਹੋ ਗਿਆ। ਤੇ ਉਹ ਬੋਲ ਸਾਰੇ ਪਾਸ ਕਰਦੇ ਰਹੇ ਕਿਸੇ ਬੰਦੇ ਨੇ ਬੋਲ ਹੱਥ 'ਚ ਰੱਖ ਕੇ ਨਹੀਂ ਦੱਸਿਆ ਹੈ ਕਿ ਮੈਂ ਦੱਸਣਾ ਵਾ ਇਹਦਾ ਫਹਿਮ ਕੀ ਹੈ। ਤੇ ਉਹ ਕਾਫੀ ਦੇਰ ਉਹਦੇ ਤੇ ਬਹਿਸ ਕਿਤੋਂ ਦੀ ਕਿਤੇ ਕਦੀ ਦੀ ਕਿਤੇ ਇੱਧਰ ਉੱਧਰ ਜਾਂਦੇ ਰਹੇ ਨੇ। ਤੇ ਮੇਰਾ ਖਿਆਲ ਹੈ ਕਿ ਅੱਜ ਵਾਲਾ ਕੇਸ ਬਹੁਤ ਅਹਿਮ ਹੈ। ਮੈਂ ਸਮਝਿਆ ਸੀ ਪਹਿਲੇ ਪੁਰਾਣਾ ਹੀ ਹੈ, ਲੇਕਿਨ ਇਹ ਤੇ ਨਵੀਂ ਗੱਲ ਹੈ ਨਾ ਜਿਹੜੀ ਜ਼ਿਆ ਭਾਈ ਨੇ ਉਹਦੇ ਨਾਲ ਮਨਸੂਖ ਕੀਤੀ। ਤੇ ਇਹਨੂੰ ਤੇ ਚਲੋ ਚੱਲਦਾ ਰਹੇ, ਲੇਕਿਨ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਇਹ ਦੁਬਾਰਾ ਇਲਹਾਮ ਪੇਸ਼ ਕਰੋ ਕਿ ਯਾਰ ਤੁਸੀਂ ਕਿਸੇ ਨੂੰ ਪੁੱਛ ਕੇ ਆ ਕੇ ਦੱਸ ਦਿਓ ਕਿ ਜਿਹੜੀ ਮਿਰਜ਼ਾ ਸਾਹਿਬ ਨੇ ਇਹ ਗੱਲ ਫਰਮਾਈ ਹੈ ਕਿ ਜੀ ਇਹ ਅਹਿਮਦ ਤੇਰਾ ਨਾਮ ਪੂਰਾ ਹੋਗਾ ਮੇਰਾ ਨਾਮ ਪੂਰਾ ਨਾ ਹੋਗਾ, ਇਹਦਾ ਕੀ ਮਤਲਬ ਹੈ, ਇਹਦੇ ਤੋਂ ਕੀ ਫਹਿਮ ਲੈਂਦੇ ਹੋ, ਇਹਦੇ ਤੋਂ ਥੋੜੀ ਜਿਹੀ ਰੋਸ਼ਨੀ ਪਾਓ। ਇਹ ਜਿਹੜੇ ਬੰਦੇ ਆ ਰਹੇ ਨੇ ਨਾ ਇਹ ਅਟਕਲ ਪੱਚੂ ਤੇ ਟੁੱਚਲ ਲਾਉਣ ਵਾਲੇ, ਇਹਨਾਂ ਨੂੰ ਇਹ ਗੱਲ ਇਹਨਾਂ ਨੂੰ ਕੀ ਪਤਾ ਨਹੀਂ ਜਾਣਨ ਕਿ ਜੀ ਤੁਹਾਡੇ ਮਿਰਜ਼ਾ ਸਾਹਿਬ ਦੀ ਗੱਲ ਪੇਸ਼ ਹੋ ਰਹੀ ਹੈ, ਇਹਦੇ ਬਾਰੇ ਜੇ ਸਾਨੂੰ ਕੁਝ ਸਮਝਾਓ। ਬਾਕੀ ਛੱਡੋ ਸਾਨੂੰ ਗੋਲਾਂ ਕੋਲ ਕੱਢਦਾ ਪਿਆ ਕੌਣ ਕੀ ਕਹਿੰਦਾ ਪਿਆ ਉਹ ਅਸੀਂ ਰੋਜ਼ ਹੀ ਸੁਣਨੇ ਆ, ਇਹ ਹੁੰਦਾ ਹੀ ਰਹਿਣਾ। ਤੇ ਕੱਲ ਯੂਸਫੀ ਭਾਈ ਅਗਰ ਇਤਰਾਜ਼ ਨਾ ਹੋਵੇ ਤੇ ਜਿਹੜੇ ਗੱਲ ਮੌਲਾਨਾ ਸਨਾਉल्लाह ਅੰਮ੍ਰਿਤਸਰੀ ਰਹਿਮੁੱਲਾ ਨੇ ਕੀਤੀ ਸੀ ਨਾ ਕਿ ਮਰਜ਼ਈਓ ਮੈਂ ਜਵਾਬ ਦਿਆਂ ਮੈਂ ਤਵੀਲ ਦੱਸਾਂ ਤੇ ਇਹਦੀ ਤਵੀਲ ਮਰਜ਼ਈਓ ਮੈਂ ਦੱਸਾਂ ਪਾਉਂਦੇ ਹੋ ਲਾਨਤ ਮਿਰਜ਼ੇ ਤੇ ਮੈਂ ਦੱਸਦਾ ਦੇਣਾ ਇਹਦੀ ਤਵੀਲ। ਮੇਰਾ ਖਿਆਲ ਹੈ ਕਿ ਇਹਨਾਂ ਨੇ ਤਾਂ ਲਾਨਤ ਭੇਜ ਹੀ ਦੇਣੀ ਹੈ, ਲਾਨਤ ਤੇ ਇਹਨਾਂ ਵਾਸਤੇ ਦੁਆ ਹੀ ਹੈ। ਬਟ ਇੱਕ ਤਸ਼ਨਗੀ ਹੁੰਦੀ ਹੈ ਕਿ ਯਾਰ ਆਖਰ ਉਹਨੇ ਵੀ ਬੜੀ ਗੱਲ ਕੀਤੀ, ਉਹਨੇ ਕਿਹਾ ਇਹਦਾ ਮਤਲਬ ਨਾਮ ਇਹ ਕਿ ਐ ਅਹਿਮਦ ਤੇਰਾ ਨਾਮ ਪੂਰਾ ਹੋਗਾ और वो 7 साल पहले पढ़ा था, असल में ना बड़ी चीज़ें भूल जाती हैं, असल में भूल जाती हैं ਉਹਦਾ ਸਟਾਈਲ ਸੀ। ਤੇ ਉਹ ਮੈਂ ਸਮਝਿਆ ਬੜਾ ਇੰਟੈਲੈਕਚੁਅਲ ਬੰਦਾ ਹੈ ਤੇ ਉਹਨੇ ਇੰਨੀ ਗੱਲ ਕਹਿ ਕੇ ਤੇ ਬਾਅਦ ਚ ਦੇ ਤੇ ਇਕਤਫਾ ਕੀਤਾ। ਉਹ ਨਹੀਂ ਤਵੀਲ ਇਹਦੀ ਤਾਵੀਲ ਨਹੀਂ ਕਰ ਸਕਦੇ, ਉਹ ਕੁਛ ਵੀ ਕਰਕੇ ਨਾ ਇਹਦੀ ਤਾਵੀਲ ਨਹੀਂ ਕਰ ਸਕਦੇ। ਪਹਿਲੇ ਜੁਮਲੇ ਦੀ ਤਾਵੀਲ ਕਰਨਗੇ ਤੇ ਅਗਲਾ ਜੁਮਲਾ ਉਹਦੇ ਅੱਗੇ ਖੜਾ ਹੋ ਜਾਏਗਾ, ਤੇ ਜੇ ਅਗਲੇ ਦੀ ਖੜਨਗੇ ਤਾਂ ਪਹਿਲਾ ਜੁਮਲਾ ਉਹਦੇ ਅੱਗੇ ਖੜਾ ਹੋ ਜਾਏਗਾ। ਇਸ ਵਾਸਤੇ ਉਹਨਾਂ ਦੇ ਨਾ ਬੜੀ ਉਹਨਾਂ ਨੂੰ ਪਰੇਸ਼ਾਨੀ ਇਸਲਾਹ ਕੋਈ ਹੋਈ ਹੈ ਕਿ ਇਹਦੀ ਤਾਵੀਲ ਕੀ ਕੱਢੀਏ। ਤੇਰੀ ਤਾਵੀਲ ਜਿਹੜੀ ਨਾ ਉਹ ਮੈਂ ਹੀ ਦੱਸ, ਮੌਲਾਨਾ ਸਨਾਉल्लाह ਅੰਮ੍ਰਿਤਸਰੀ ਤਰ੍ਹਾਂ ਦਾ ਮੈਂ ਹੀ ਦੱਸ ਸਕਦਾ ਇਹਨਾਂ ਨੂੰ, ਹੋਰ ਨਹੀਂ ਕੋਈ ਦੱਸ ਸਕਦਾ। ਅਵੈਸ ਨੇ ਨਾ ਉਹ ਅਗਲੇ ਕਹਿੰਦੇ ਨੇ ਨਾ ਕਿ ਆਪਣੀ ਸਾਇੰਸ ਨਾ ਆ ਕੇ ਕਦੀ ਅਗਲੇ ਬੰਦੇ ਦੀ ਸਾਇੰਸ ਨਾ ਬੰਦ ਕਰ ਦਿਓ, ਬੜਾ ਮਸ਼ਹੂਰ ਲਤੀਫਾ ਹੈ। ਤੇ ਅਵੈਸ ਨੇ ਉੱਥੇ ਸਾਇੰਸ ਬੰਦ ਕਰ ਦਿੱਤੀ ਨਾ, ਉਹਨੇ ਕਿਹਾ ਗੱਲ ਇਹ ਵੇ ਕਿ ਇਹ ਜਿਹੜੀ ਅਹਿਮਦ ਕਿਹਾ ਨਾ ਇਹ ਬਿਲਕੁਲ ਵਾਜ਼ਿਹ ਹੈ ਕਿ ਮਿਰਜ਼ਾ ਸਾਹਿਬ ਦੇ ਬਾਰੇ 'ਚ, ਤੇ ਜਿਹੜਾ ਮੇਰਾ ਨਾਮ ਪੂਰਾ ਨਹੀਂ ਹੋਗਾ ਇਹ ਅੱਲਾ ਰੱਬੁਲ ਇੱਜ਼ਤ ਦੇ ਬਾਰੇ 'ਚ, ਮਿਰਜ਼ਾ ਸਾਹਿਬ ਦੇ ਖੁਦਾ ਦੇ ਬਾਰੇ। ਹੁਣ ਬਿਆਨ ਕਰੋ ਕਿ ਇਹਦਾ ਕੀ ਮਤਲਬ ਹੈ। ਉੱਥੇ ਕੋਈ ਵੀ ਬੰਦਾ ਗੱਲ ਬਿਆਨ ਨਹੀਂ ਕਰ ਸਕਿਆ।
ਤੇ ਮੈਂ ਇਹ ਜਿਹੜੇ ਵੀ ਬੰਦੇ ਯੂਸਫੀ ਭਾਈ ਮੈਂ ਤੁਹਾਨੂੰ ਇੱਥੇ ਲਿਖ ਕੇ ਦੇ ਦਿੰਦਾ, ਮੈਂ ਜਿਹੜੀ ਤਾਵੀਲ ਕਰਾਂ ਅਗਰ ਜਮਾਤੇ ਅਹਿਮਦੀਆ ਉਹ ਤਾਵੀਲ ਨਾ ਕਰਦੀ ਜਾ ਫਿਰੇ ਹਰ ਪਾਸੇ ਉਹ ਮੇਰੇ ਤੋਂ ਬਾਅਦ ਤੇ ਫਿਰ ਤੁਸੀਂ ਜੋ ਡਨ ਕਹੋ ਕਿ ਮੈਂ ਆਪੋ। ਪਰ ਤੁਹਾਡੀ ਸ਼ਰਤ ਬੜੀ ਔਖੀ ਹੈ ਨਾ, ਤੁਸੀਂ ਅਕਾਬਰੀਨ ਨੂੰ ਫਾਲੋ ਕਰਦੇ ਹੋ, ਲਾਂਤਾਂ ਪਵਾਉਂਦੇ ਰਹੇ ਤੁਸੀਂ, ਲਾਂਤਾਂ ਪਵਾਓਗੇ ਪਹਿਲੇ। ਨਹੀਂ ਸ਼ਰਤ ਦੇ ਵਿੱਚ ਹੈ ਨਾ, ਮੈਂ ਕੋਈ ਮਖਫੀ ਸ਼ਰਤ ਵੀ ਨਹੀਂ ਰੱਖੀ ਕੋਈ, ਮੈਂ ਤੇ ਖੋਲ ਕੇ ਬਿਆਨ ਕੀਤੀ, ਵਾਜ਼ਿਹ ਕੀਤੀ ਹੈ। ਗੱਲ ਇਹ ਕਿ ਜ਼ਿਆ ਭਾਈ ਨੇ ਉੱਥੇ ਕਿਹਾ ਕੰਨ ਫੜ ਕੇ ਬੈਠਕਾਂ ਕੱਢਣੀਆਂ ਨੇ, ਤੁਸੀਂ ਇਹੋ ਜਿਹੀ ਕੋਈ ਸ਼ਰਤ ਲਾ ਲਓ ਸ਼ਾਇਦ ਕੋਈ ਤੁਹਾਡੀ ਗੱਲ ਦਿੱਤੀ ਆ ਜਾਏ। ਚਲੋ ਇੰਜ ਨਹੀਂ ਗੱਲ ਮੁੱਕਦੀ ਤੇ ਫਿਰ ਮੈਨੂੰ ਜਿਹੜਾ ਮਰਜ਼ਈ ਨਾ ਆਪਣਾ ਹਕਮੋਦਲ ਮੰਨ ਲੈਣ, ਹਕਮੋਦਲ ਮੰਨ ਲੈਣਗੇ ਤੇ ਬਾਅਦ ਵਿੱਚ ਗੱਲ ਵੀ ਫਿਰ ਹਕਮ ਤੇ ਮੇਰਾ ਹੀ ਮੰਨਣਾ ਪੈਣਾ, ਫਿਰ ਗੱਲ ਉੱਥੇ ਆ ਜਾਣੀ। ਤੁਸੀਂ ਚਾਹੁੰਦੇ ਹੋ ਹੁਣ ਮੁਸਲਮਾਨ ਤੁਹਾਡੀ ਤਸਵੀਰ ਟੰਗ ਕੇ ਤੁਹਾਨੂੰ ਗਾਲਾਂ ਕੱਢਣ, ਉਹਨਾਂ ਦੇ ਹਕਮੋਦਲ ਨਾਲ ਜਿਹੜਾ ਕੰਮ ਹੋ ਰਿਹਾ ਤੁਸੀਂ ਚਾਹੁੰਦੇ ਤੁਹਾਡੇ ਨਾਲ ਸ਼ੁਰੂ ਹੋ ਜਾਏ। ਨਈਮ ਭਾਈ ਕਹਿ ਰਹੇ ਨੇ ਇਬਾਰਤ ਕੀ ਹੈ, ਦੱਸੋ ਭਾਈ ਯੂਸਫੀ ਭਾਈ, ਨਈਮ ਭਾਈ ਨੂੰ ਇਬਾਰਤ ਕੀ ਹੈ? ਇਬਾਰਤ ਸਰਕਾਰ ਇਹ ਵੇਖ ਗੱਲ ਅਲਾਮਾ ਸਾਹਿਬ ਨੇ ਕਿਹਾ ਕਿ ਸਾਰੀਆਂ ਗੱਲਾਂ ਇੱਕ ਪਾਸੇ, ਮੈਂ ਤੁਹਾਡੇ ਸਾਹਮਣੇ ਮਿਰਜ਼ਾ ਸਾਹਿਬ ਦੀ ਕਲਾਮ ਪੇਸ਼ ਕਰਨ ਲੱਗਾ ਵਾਂ ਕਿ ਐ ਅਹਿਮਦ ਤੇਰਾ ਨਾਮ ਪੂਰਾ ਹੋਗਾ, ਮੇਰਾ ਨਾਮ ਪੂਰਾ ਨਹੀਂ ਹੋਗਾ। ਤੇ ਉਹਨੇ ਅਲਾਮਾ ਸਾਹਿਬ ਨੇ ਪੁੱਛਿਆ ਕਿ ਜੀ ਦੱਸੋ ਇਹ ਮਿਰਜ਼ਾ ਸਾਹਿਬ ਇਹਦੇ ਇੱਥੇ ਕੀ ਫਰਮਾਨਾ ਚਾਹੁੰਦੇ ਨੇ, ਇਹਦਾ ਕੀ ਮਤਲਬ ਹੈ, ਆਪਣੀ ਜ਼ੁਬਾਨ ਨਾਲ ਬਿਆਨ ਕਰੋ। ਤੇ ਉੱਥੇ ਕੱਲ ਜਿਹੜੇ ਇਹਨਾਂ ਦੇ ਸਭ ਤੋਂ ਵੱਡੇ ਮੁਫੱਕਰ ਨੇ ਉਹਨਾਂ ਨੇ ਤਾਂ ਬਿਆਨ ਕੀਤਾ ਸੀ, ਉਹਨਾਂ ਨੇ ਕਿਹਾ ਤਲਤ ਮਲਕ ਸਾਹਿਬ ਨੇ, उन्होंने कहा ये बात जो है ये नाम नहीं है, ये तालीम है, ये इल्म की बात हो रही है, ये तमसीली बयान है, ये तमसीली कलाम है। कल उन्होंने थोड़ी कोशिश की थी ते इस्तारा दे रंग दे विच पूरा करने दी। अस्सलामुअलैकुम जी। वालेकुम अस्सलाम। ਕੀ ਹਾਲ ਹੈ ਸਰ ਜੀ, ਠੀਕ ਹੋ? ਗੱਲ ਤੇ ਠੀਕ ਹੀ ਸਾਰੀ, ਲੇਕਿਨ ਇਹ ਕੀ ਨਾਮ ਹੋਇਆ, ਤੁਸੀਂ ਇਹ ਕਿਸ ਤਰ੍ਹਾਂ ਦਾ ਨਾਮ ਰੱਖਿਆ? ਇਹ ਸਰ ਤੁਹਾਨੂੰ ਬਾਅਦ ਦੀ ਦੱਸ ਦਿਆਂਗੇ ਕਿਸ ਤਰ੍ਹਾਂ ਦਾ ਨਾਮ ਰੱਖਿਆ। ਇਹ ਤੁਸੀਂ ਆਪਣੇ ਆਪ ਨੂੰ ਤਵੀਲ ਹੋ ਤਜੀ ਪੇਸ਼ ਕਰੋ ਨਾ ਪਹਿਲਾਂ। ਹਾਂਜੀ ਕੋਈ ਤਵੀਲ ਹੋ ਤਜੀ ਪੇਸ਼ ਕਰੋ ਨਾ। ਪੇਸ਼ ਕਰੀਏ? ਹਾਂ ਕਿਉਂ ਨਹੀਂ। ਇਹ ਪੇਸ਼ ਇਸ ਵਕਤ ਕਰ ਰਿਹਾ ਕਿ ਮੈਨੂੰ ਇਹ ਨਾਮ ਅੱਛਾ ਨਹੀਂ ਲੱਗਦਾ, ਠੀਕ ਹੈ ਨਾ। ਉਹ ਇੱਕ ਨਾ ਕੋਈ ਕਿਸ ਵਾਸਤੇ ਰੱਖਿਆ ਬੰਦਾ ਸੀ, ਕੁੱਤਾ ਸੀ, ਠੀਕ ਹੈ ਨਾ। ਉਹ ਮਿਰਜ਼ਾ ਸਾਹਿਬ ਦੇ ਉੱਤੇ ਨਾ ਭੌਂਕ ਰਿਹਾ ਸੀ। ਅੱਛਾ। ਉਹਨੇ ਮਿਰਜ਼ੇ ਬਸ਼ੀਰੁਦੀਨ ਮਹਿਮੂਦ ਦਾ ਨਾਂ ਲੈਣਾ ਸੀ ਤੇ ਬੋਲਣ ਦਿੰਦੇ। ਖੁਦਕੁਸ਼ੀ ਕਰਨ ਵਾਲੀ ਕਿਹੜੀ ਗੱਲ ਹੈ? ਡਿੱਗ ਪੈਂਦਾ ਨਾ, ਕੋਈ ਗੱਲ ਨਹੀਂ। ਅੱਛਾ ਜੀ ਜਨਾਬ, ਕਰੋ ਸ਼ੁਰੂ ਕਰੋ, ਪੇਸ਼ ਕਰੋ, ਕੀ ਕਰ ਰਹੇ ਜੇ? ਹਾਂਜੀ ਹੈਲੋ ਭਜਨ, ਤੁਸੀਂ ਹਾਂਜੀ ਹਾਂਜੀ ਕਰੋ। ਪਤਾ ਨਹੀਂ ਭਾਈ ਤੁਸੀਂ ਡਿੱਗ ਪੈਂਦੇ ਜੇ ਆਪ ਹੀ, ਕੋਈ ਨਹੀਂ ਗੱਲ ਖਿਆਲ। ਹਾਂਜੀ ਕਰੋ ਗੱਲ ਕਰੋ, ਗੱਲ ਤੇ ਆਓ। ਮੈਂ ਤੁਹਾਨੂੰ ਦੱਸਾਂ ਨਾ, ਇਹ ਜਿਹੜਾ ਮੈਂ ਨਾਂ ਰੱਖਿਆ ਨਾ, ਯਕੀਨ ਕਸਮ ਉਠਾ ਕੇ ਕਹਿ ਰਿਹਾ ਕਿ ਇਹ ਨਾਂ ਜਿਹੜਾ ਮੈਨੂੰ ਵੀ ਨਹੀਂ ਅੱਛਾ ਲੱਗਦਾ। ਅੱਛਾ ਠੀਕ ਹੈ ਨਾ। ਉਹ ਕਹਿੰਦੇ ਨੇ ਕਿ ਜਿਸਾਂ ਦਾ ਮੂੰਹ ਹੋਵੇ ਨਾ, ਅਗੂਫੇ ਉਸ ਹਿਸਾਬ ਨਾਲ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਜਿਸਾਂ ਦਾ ਮੂੰਹ ਹੋਵੇ ਨਾ ਫਿਰ ਚਪੇੜ ਵੀ ਉਸੇ ਤਰ੍ਹਾਂ ਮਾਰਨੀ ਚਾਹੀਦੀ ਹੈ। ਸਹੀ ਹੈ ਨਾ? ਸੁਣਿਆ ਨਾ? ਉਹ ਬੰਦਾ ਜਿਹੜਾ ਕੁੱਤੇ ਦੀ ਤਰ੍ਹਾਂ ਬਕਵਾਸ ਕਰ ਰਿਹਾ ਸੀ, ਮੈਂ ਆਖਿਆ ਯਾਰ ਤੂੰ ਮੈਨੂੰ ਕਾਲ ਤੇ ਲੈ ਨਾ, ਠੀਕ ਹੈ। ਉਹ ਕਾਲ ਤੇ ਨਹੀਂ ਮੈਨੂੰ ਲੈ ਰਿਹਾ ਸੀ ਨਾ, ਠੀਕ ਹੈ ਨਾ। ਤੇ ਇਹ ਫਿਰ ਨਾ ਮੇਰੀ ਮਜਬੂਰੀ ਹੈ ਕਿ ਇਹ ਮੈਨੂੰ ਫਿਰ ਨਾਂ ਰੱਖ ਕੇ ਤੇ ਨਾਮ ਚੇਂਜ ਕਰਕੇ ਨਾ, ਤੇ ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਫਿਰ ਉਹਨੂੰ ਸਮਝਿਆ ਯਾਰ ਕੋਈ ਬੰਦਾ ਨਵਾਂ ਹੈ ਤੇ ਉਹ ਇਹਨੂੰ ਕਾਲ ਤੇ ਲੈਂਦੇ ਆ। ਮੇਰੀ ਮਜਬੂਰੀ ਹੈ, ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੀ ਮਜਬੂਰੀ ਸੀ। ਫਿਰ ਮੈਂ ਉਹਨੂੰ ਕਿਹਾ ਹਾਂ ਹੁਣ ਪੜ੍ਹ ਕੀ ਨਾ ਹੈ। ਮੈਂ ਕਿਹਾ ਮੇਰਾ ਬਾਪ ਉਹ ਹੀ ਜਿਹਨੂੰ ਤੂੰ ਬਲਾ ਕੀਤਾ ਹੈ। ਮੇਰੀ ਹੁਣ ਥੋੜ੍ਹੀ ਦੇਰ ਮੈਂ ਇਹਨੂੰ ਅਗਲੇ ਦਿਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਮ ਨੂੰ। ਟਿਕਟਾਕ ਕਹਿੰਦਾ ਕਿ ਤੁਸੀਂ 7 ਦਿਨਾਂ ਤੋਂ ਪਹਿਲੇ ਨਹੀਂ ਚੇਂਜ ਕਰ ਸਕਦੇ। ਇਹ ਗੱਲ ਤਾਂ ਠੀਕ ਹੈ ਤੁਹਾਡੀ, 7 ਦਿਨਾਂ ਤੋਂ ਪਹਿਲਾਂ ਤੁਸੀਂ ਨਹੀਂ ਚੇਂਜ ਕਰ ਸਕਦੇ। ਸਾਡਾ ਪਤਾ ਮੇਰੀ ਗੱਲ ਸੁਣਾ, ਸਾਡਾ ਕਦੇ ਮਕਸਦ ਨਹੀਂ ਹੁੰਦਾ ਕਿ ਅਸੀਂ ਯਾਰ ਕਿਸੇ ਦੀ ਦਿਲਜ਼ਾਰੀ ਕਰੀਏ। ਅੱਛਾ ਠੀਕ ਹੈ ਨਾ।
ਲੇਕਿਨ ਸਾਨੂੰ ਤੁਸੀਂ ਨਾ ਮਜਬੂਰ ਕਰ ਲੈਂਦੇ ਹੋ। ਹੁਣ ਮੈਂ ਸੁਣ ਰਿਹਾ ਸੀ, ਮੈਂ ਦੇਖਿਆ ਯਾਰ ਇੱਕ ਅਸੀਂ ਕਿਹੜੇ ਮੁਸਲਮਾਨ ਆ, ਅਸੀਂ ਕਿਸ ਸਾਈਡ ਤੇ ਚੱਲੇ ਆ ਯਾਰ। ਸਾਨੂੰ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਨਾ, ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਗੱਲ, ਮੈਂ ਤੁਹਾਡੀ ਗੱਲ ਨਾਲ ਮੁਤਫਿਕ ਹਾਂ। ਸਿਰਫ ਗੱਲ ਅਰਜ਼ ਇੰਨੀ ਕੁ ਹੈ, ਮੇਰੀ ਵੀ ਸੁਣ ਲਓ ਨਾ। ਵੇਖੋ ਨਾ, ਕੋਈ ਗੱਲ ਕਰਕੇ ਤਾਂ ਅਗਲੇ ਦੀ ਗੱਲ ਵੀ ਤਾਂ ਸੁਣੀ ਦੀ ਹੁੰਦੀ ਹੈ ਨਾ। ਹੁਣ ਗੱਲ ਸਿਰਫ ਇੰਨੀ ਹੈ ਕਿ ਅਸੀਂ ਦੋ ਭਰਾ ਇੱਥੇ ਕਸ਼ਮਕਸ਼ ਦਾ ਸ਼ਿਕਾਰ ਹੋਏ ਬੈਠੇ ਹਾਂ ਕਿ ਇਹ ਜਿਹੜਾ ਮਿਰਜ਼ਾ ਸਾਹਿਬ ਦਾ ਇਲਹਾਮ ਸੀ, ਇਸ ਇਲਹਾਮ ਦਾ ਕੀ ਮਾਇਨਾ ਹੈ, ਕੀ ਮਫਹੂਮ ਹੈ, ਇਹਦੀ ਕੀ ਤਸ਼ਰੀਹ ਤਫਸੀਰ ਹੈ, ਉਹ ਤੁਸੀਂ ਸਾਨੂੰ ਖੋਲ ਕੇ ਜ਼ਰਾ ਬਿਆਨ ਕਰੋ। ਸਾਡੀ ਮੈਂ ਨਾ ਉਹ ਸਾਹਿਲ ਸਾਹਿਬ ਨੇ ਕੋਈ ਤੁਹਾਡੇ, ਠੀਕ ਹੈ ਨਾ, ਮੈਂ ਉਹਨਾਂ ਕੋਲ ਗਿਆ ਸੀ। ਮੈਂ ਉਹਨਾਂ ਕਿਹਾ ਜੀ ਭਾਈ ਜੀ ਮੈਂ ਜੇ ਬਿਲਕੁਲ ਚਿੱਟਾ ਅਨਪੜ੍ਹ, ਮੈਂ ਕੋਈ ਨਹੀਂ ਪੜ੍ਹਿਆ, ਮੈਂ 2 ਜਮਾਤਾਂ ਪੜ੍ਹੀਆਂ ਨੇ, ਠੀਕ ਹੈ ਨਾ, ਤੇ ਮੈਨੂੰ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦਾ ਪਤਾ ਕੋਈ ਨਹੀਂ, ਮੈਂ ਪੜ੍ਹੀਆਂ ਕੋਈ ਨਹੀਂ। ਤੇ ਕਿੰਜ ਮੰਨ ਕੇ ਕੀ ਮੰਨਿਆ ਫਿਰ ਤੁਸੀਂ ਮਿਰਜ਼ਾ ਸਾਹਿਬ ਨੂੰ, ਕਿੰਜ ਮੰਨ ਲਿਆ? ਬੜੇ ਕੁਛ ਨਹੀਂ ਤੁਸੀਂ ਦੇ ਹੈ ਕੀ ਮਤਲਬ ਮਿਰਜ਼ਾ ਸਾਹਿਬ ਦੇ ਬਾਰੇ ਤੁਹਾਨੂੰ ਕੀ ਪਤਾ ਲੱਗਾ ਕਿ ਮਿਰਜ਼ਾ ਸਾਹਿਬ ਕੀ ਨੇ, ਕੀ ਮੰਨਿਆ ਫਿਰ ਤੁਸੀਂ ਮਿਰਜ਼ਾ ਸਾਹਿਬ ਨੂੰ? ਅਸੀਂ ਉਹਨਾਂ ਜੋ ਦਾਵਾ ਕੀਤਾ ਨਾ ਮਾਂ ਮੈਂ ਕੀ ਦਾਵਾ ਕੀਤਾ, ਉਹੀ ਤਾਂ ਪੁੱਛ ਰਿਹਾ ਨਾ ਕਿ ਕੀ ਤੁਸੀਂ ਮੰਨ ਕੇ ਕੀ ਦਾਵਾ ਉਹਨਾਂ ਨੇ ਕੀਤਾ ਤੇ ਇਹ ਦਾਵਾ ਅਸੀਂ ਮੰਨ ਲਿਆ। ਉਹਨਾਂ ਨੇ ਜੋ ਵੀ ਦਾਵਾ ਕੀਤਾ ਨਾ, ਮੇਰੀ ਗੱਲ ਸੁਣੋ। ਉਹ ਜੋ ਵੀ ਦਾ ਮਤਲਬ ਉਹੀ ਤਾਂ ਪੁੱਛ ਰਿਹਾ, ਜੋ ਵੀ ਤਾਂ ਕੀ ਕੀਤਾ ਹੈ। ਉਹ ਮੇਰੀ ਗੱਲ ਤੇ ਸੁਣ ਲਓ ਨਾ, ਗੱਲ ਮੇਰੀ ਸੁਣ ਲਓ, ਮੈਂ ਫੇਰ ਕਰਨੇ ਆ। ਅਸੀਂ ਉਹਨਾਂ ਜੋ ਵੀ ਮੰਨਿਆ ਉਹਦਾ ਤੁਹਾਡੇ ਸਾਡਾ ਤੁਹਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ, ਠੀਕ ਹੈ। ਅੱਛਾ, ਮੇਰੀ ਗੱਲ ਤੇ ਸੁਣ ਲਓ ਨਾ, ਫਿਰ ਮੈਂ ਤੁਹਾਨੂੰ ਦੱਸਾਂ ਨਾ। ਸੁਣ ਰਿਹਾ ਮੈਂ। ਤੁਸੀਂ ਇਹ ਬੈਠੇ ਹੋ ਨਾ ਜਿਹੜੀ, ਇਹ ਤੁਹਾਡੀ ਕਿਸਮ ਦੀ ਦੁਕਾਨ ਹੈ, ਠੀਕ ਹੈ ਨਾ। ਅੱਛਾ, ਇਸੇ ਤਰ੍ਹਾਂ ਹੀ ਹੈ ਨਾ। ਅੱਛਾ, ਮੈਂ ਤੁਹਾਡੇ ਕੋਲ ਆਇਆ ਐਜ਼ ਏ ਇੱਕ ਕਸਟਮਰ, ਇੱਕ ਦੁਕਾਨ, ਇੱਕ ਚੀਜ਼ ਲੈਣ ਦੀ ਅਸੀਂ ਤਰ੍ਹਾਂ, ਠੀਕ ਹੈ ਨਾ। ਅੱਛਾ, ਮੇਰੀ ਮਰਜ਼ੀ ਹੈ ਕਿ ਮੈਂ ਜੋ ਚੀਜ਼ ਲਵਾਂ, ਤੁਹਾਡਾ ਕੰਮ ਹੈ ਉਹ ਚੀਜ਼ ਦੇਣੀ, ਸਹੀ ਹੈ ਨਾ। ਤੁਹਾਡਾ ਮਕਸਦ ਹੀ ਨਹੀਂ, ਮਤਲਬ ਹੀ ਨਹੀਂ ਕਿ ਨਹੀਂ ਯਾਰ ਤੂੰ ਚੀਨੀ ਲੈਣਾ ਹੈ, ਚੀਨੀ ਤੇ ਚਾਵਲ ਲੈ ਜਾ, ਠੀਕ ਹੈ ਯਾਰ, ਮੈਂ ਚੀਨੀ ਲੈਣਾ ਹੈ, ਨਹੀਂ ਤੂੰ ਚੀਨੀ ਲਿਆਂਦੀ ਹੈ ਭਾਈ, ਨਹੀਂ ਮੈਂ ਤੁਹਾਡੇ ਕੋਲ ਚੀਨੀ ਮੰਗਣਾ ਵਾ, ਤੁਸੀਂ ਮੈਨੂੰ ਕਹਿੰਦੇ ਹਾਂ ਵਾ ਤੂੰ ਚੀਨੀ ਲਿਆਂਦੀ ਹੈ, ਕੋਈ ਤੁਹਾਡਾ ਕੁਝ ਨਹੀਂ ਬਣਦਾ, ਠੀਕ ਹੈ। ਮੈਂ ਤੁਹਾਡੇ ਕੋਲ ਜੋ ਸਵਾਲ ਕਰਨਾ, ਤੁਸੀਂ ਇਹ ਜਿਹੜੇ ਸਵਾਲ ਪੇ ਕਰਦੇ ਹੋ ਨਾ, ਇਹ ਜਿਸ ਮੈਂ ਦੁਕਾਨ ਖੋਲਾਂਗਾ ਨਾ, ਜਿਸ ਮੈਂ ਦੁਕਾਨ ਨਹੀਂ ਵੇਖੋ ਮੇਰੀ ਗੱਲ ਸੁਣੋ, ਤੁਸੀਂ ਬੜੀ ਚੰਗੀ ਗੱਲ ਕਰਦੇ ਹੋ। ਮੇਰੀ ਗੱਲ ਤੇ ਵੇਖੋ, ਐਡੀ ਲੰਮੀ ਗੱਲ ਨਾ ਬੰਦੇ ਬੋਰ ਹੋਣ ਲੱਗ ਪੈਂਦੇ ਨੇ, ਥੱਲੇ ਬੰਦੇ ਕਹਿਣ ਦੇ ਨੇ ਕਿ ਬੰਦਾ ਇੱਕ ਗੱਲ ਨੂੰ ਰਿਪੀਟ ਕਰੀ ਜਾ ਰਿਹਾ, ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੀ ਉਹਨੇ ਮੁਕੱਦਮਾ ਰੱਖਣਾ ਹੈ, ਕੀ ਉਹਨੇ ਗੱਲ ਕਰਨੀ, ਕੀ ਨਹੀਂ ਕਰਨੀ। ਮੇਰਾ ਇੱਕ ਹੀ ਗੱਲ ਤੁਹਾਡੇ ਅੱਗੇ, ਤੁਸੀਂ ਉੱਤੇ ਆ ਕੇ ਤੇ ਜਿਹੜੀ ਗੱਲ ਤੇ ਵਜ੍ਹਾ ਤੋਂ ਤੁਸੀਂ ਆਪਣੇ ਨਾਮ ਦੀ ਤੋਜੀ ਪੇਸ਼ ਕੀਤੀ ਹੈ ਕਿ ਇਹ ਨਾਮ ਰੱਖਣ ਦੀ ਵਜ੍ਹਾ ਇਹ ਬਣੀ ਸੀ, ਉਹਦੇ ਵਿੱਚ ਤੁਸੀਂ ਆਪ ਆਪਣੇ ਮੂੰਹ ਨਾਲ ਕਿਹਾ ਕਿ ਮਿਰਜ਼ਾ ਸਾਹਿਬ ਨੂੰ ਜਿਹੜਾ ਨਾ ਕੋਈ ਬੰਦਾ ਉਹਨਾਂ ਦੇ ਉੱਤੇ ਕੋਈ ਕਲਾਮ ਕਰ ਰਿਹਾ ਸੀ ਤੇ ਮੈਨੂੰ ਫਿਰ ਮਜਬੂਰਨ ਨਾਲ ਰੱਖਣਾ ਪਿਆ। ਤੇ ਮੈਂ ਇਹੀ ਪੁੱਛਿਆ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਉਹਨਾਂ ਦਾ ਕੀ ਕਿਤਾਬਾਂ ਤੁਸੀਂ ਕਹਿੰਦੇ ਮੈਂ ਪੜ੍ਹੀਆਂ ਕੋਈ ਨਹੀਂ, 2 ਜਮਾਤਾਂ ਤੁਸੀਂ ਪੜ੍ਹੀਆਂ, ਕੀ ਪੜ੍ਹ ਕੇ ਤੁਸੀਂ ਮਿਰਜ਼ਾ ਸਾਹਿਬ ਨੂੰ ਕੀ ਮੰਨਿਆ, ਇਹੀ ਤਾਂ ਮੈਂ ਪੁੱਛ ਰਿਹਾ। ਮੈਂ 2 ਲਫ਼ਜ਼ਾਂ ਦੀ ਗੱਲ ਕਰਾਂਗਾ, ਉਸ ਤੋਂ ਬਾਅਦ ਨਾ ਤੁਸੀਂ ਮਿਰਜ਼ਾ ਸਾਹਿਬ ਦੀ ਨਹੀਂ ਗੱਲ ਕਰਨੀ, ਜੋ ਮੈਂ ਤੁਹਾਡੇ ਕੋਲ ਪੁੱਛਣਾ ਤੁਸੀਂ ਮੈਨੂੰ ਉਸ ਦਾ ਜਵਾਬ ਦੇਣਾ, ਠੀਕ ਹੈ। ਤੁਸੀਂ ਮਿਰਜ਼ਾ ਸਾਹਿਬ ਤੇ ਗੱਲ ਕਿਉਂ ਨਹੀਂ ਕਰਦੇ? ਕੀ ਮਤਲਬ ਮਿਰਜ਼ਾ ਸਾਹਿਬ ਐਡੇ ਮਤਲਬ ਲਾਵਾਰਿਸ ਨੇ ਮਿਰਜ਼ਾ ਸਾਹਿਬ ਕਿ ਉਹਨਾਂ ਦੀ ਗੱਲ ਨਹੀਂ ਕਰਨੀ? ਮਿਰਜ਼ਾ ਸਾਹਿਬ ਮੇਰਾ ਟਾਪਕ ਨਹੀਂ ਹੈ ਨਾ। ਮਿਰਜ਼ਾ ਸਾਹਿਬ ਤੁਸੀਂ ਮੇਰੇ ਕੋਲ ਹੀ ਸਵਾਲ ਕਰ ਸਕਦੇ ਨਾ, ਮੈਂ ਤੁਹਾਡੇ ਕੋਲ ਸਵਾਲ ਕਰ ਸਕਦਾ। ਕਿਉਂ ਮਿਰਜ਼ਾ ਸਾਹਿਬ ਤੇ ਕਿਉਂ ਨਹੀਂ ਕਰ ਸਕਦੇ? ਇਹ ਕੀ ਵਜ੍ਹਾ ਹੈ? ਉਹਦੀ ਗੱਲ ਇਹ ਹੈ, ਉਹਦੀ ਵਜ੍ਹਾ ਇਹ ਹੈ ਨਾ ਕਿ ਮੈਂ ਤੁਹਾਡੇ ਕੋਈ ਚੀਜ਼ ਖਰੀਦਣਾ ਹੈ, ਤੁਸੀਂ ਜ਼ਬਰਦਸਤੀ ਆਪਣੀ ਚੀਜ਼ ਨਹੀਂ ਮੈਨੂੰ ਖਰੀਦ ਦੇ ਸਕਦੇ। ਦੇਖੋ ਜਿਹੜਾ ਬ੍ਰਾਂਡ ਹੁੰਦਾ ਨਾ, ਬ੍ਰਾਂਡ ਹੀ ਹੁੰਦਾ ਵੇ। ਤੇ ਮੈਂ ਤੁਹਾਨੂੰ ਇਸ ਵਾਸਤੇ ਪੁੱਛ ਰਿਹਾ ਵਾਂ ਕਿ ਤੁਸੀਂ ਮਿਰਜ਼ਾ ਸਾਹਿਬ ਤੇ ਗੱਲ ਕਿਉਂ ਨਹੀਂ ਕਰਨਾ ਚਾਹੁੰਦੇ? ਕਿਉਂ ਨਹੀਂ ਮਿਰਜ਼ਾ ਸਾਹਿਬ ਦੀ ਜਿਹੜੀ ਸ਼ੂਗਰ ਕੋਟਿੰਗ ਹੈ, ਜਿਹੜੀ ਮਿਰਜ਼ਾ ਸਾਹਿਬ ਦਾ ਮਟੀਰੀਅਲ ਹੈ, ਉਹ ਤੁਸੀਂ ਕਿਉਂ ਨਹੀਂ ਲੈਣਾ ਚਾਹੁੰਦੇ? ਉਹਦੀ ਵਜ੍ਹਾ ਕੀ ਹੈ? ਉਹ ਸਾਡੀ ਉਹਦੀ ਵਜ੍ਹਾ ਹੈ, ਮੈਂ ਤੁਹਾਨੂੰ ਦੱਸਿਆ ਕਿ ਮੈਂ ਚਿੱਟਾਨ ਪੜਾ, ਮੈਂ ਗਲਤ ਜੀ ਜਾਂ ਕਿਉਂ ਕਰਾਂ? ਹਾਂਜੀ ਤੁਸੀਂ ਕਹੋਗੇ ਨਹੀਂ ਹਾਂਜੀ ਮਿਰਜ਼ਾ ਸਾਹਿਬ ਨੇ ਕਿਹਾ ਚਿੱਟਾ, ਮੈਂ ਗੱਲ ਮੰਨ ਲਾਂਗਾ ਕਿਉਂਕਿ ਮੈਂ ਜਦ ਕਿਤਾਬਾਂ ਪੜ੍ਹੀਆਂ ਕੋਈ ਨਹੀਂ। ਇਹਦਾ ਮਤਲਬ ਇਹ ਕਿ ਤੁਸੀਂ ਚਿੱਟੇ ਅਨਪੜ੍ਹ ਜੇ, ਲੇਕਿਨ ਤੁਸੀਂ ਮਾਸ਼ਰੇ ਦੇ ਵਿੱਚ ਤੁਸੀਂ ਰਹਿੰਦੇ ਜੇ, ਤੁਸੀਂ ਮਾਸ਼ਰੇ ਦੇ ਵਿੱਚ ਉੱਠਕ ਬੈਠਕ ਕੀਤੀ ਹੋਣੀ ਹੈ, ਲੋਕਾਂ ਦੇ ਵਿੱਚ ਬੈਠੇ ਹੋਣੇ ਨੇ, ਬਾਕੀ ਮਾਸ਼ਰੇ ਵਾਲੀਆਂ ਗੱਲਾਂ ਤੇ ਤੁਹਾਨੂੰ ਪਤਾ ਹੋਣੀਆਂ, ਚਲੋ ਇਲਮੀ ਕਿਤਾਬਾਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ। ਤੁਸੀਂ ਆਪ ਆਪਣੀ ਜ਼ਹਿਨ ਨਾਲ ਗੱਲ ਸੋਚ ਕੇ ਦੱਸੋ ਕਿ ਮੇਰੀ ਗੱਲ ਤਾਂ ਸੁਣੋ ਨਾ, ਲਾ ਲਿਓ ਮੇਰੀ ਗੱਲ ਤਾਂ ਸੁਣ ਲਿਓ ਨਾ, ਗੱਲ ਤਾਂ ਪੂਰੀ ਹੋ ਲੈਣ ਦਿਆ ਕਰੋ। ਕਿ ਅਗਰ ਕੋਈ ਸ਼ਖਸ ਇਹ ਕਹਿੰਦਾ ਵੇ ਕਿ ਮੈਨੂੰ ਅੱਲਾਹ ਤਾਲਾ ਨੇ ਇਹ ਕਿਹਾ ਵੇ ਕਿ ਮੇਰਾ ਨਾਮ ਬਾਕੀ ਨਹੀਂ ਰਹੇਗਾ, ਤੇਰਾ ਨਾਮ ਬਾਕੀ ਰਹੇਗਾ। ਇੱਕ ਆਮ ਬੰਦਾ ਜਿਹੜਾ ਮਹਿਫਲਾਂ 'ਚ ਬਹਿੰਦਾ ਉੱਠਦਾ, ਕਿਸੇ ਪੰਚਾਇਤਾਂ ਵਿੱਚ ਬਹਿੰਦਾ ਹੁੰਦਾ, ਤੁਸੀਂ ਚਲੋ ਨਹੀਂ ਪੜ੍ਹੇ ਲਿਖੇ, ਚਲੋ ਤੁਸੀਂ ਲੋਕਾਂ ਵਿੱਚ ਤਾਂ ਬੈਠੇ ਹੋ ਨਾ, ਬੰਦਿਆਂ ਵਿੱਚ ਤਾਂ ਬੈਠੇ ਹੋ, ਤੁਸੀਂ ਇਸ ਗੱਲ ਤੋਂ ਕੀ ਸਮਝੋਗੇ ਕਿ ਇਹ ਬੰਦਾ ਕੀ ਕਹਿਣਾ ਚਾਹ ਰਿਹਾ? ਸਾਡੀ ਗੱਲ ਹੈ ਵੇ ਮਿਰਜ਼ਾ ਸਾਹਿਬ ਬੋਲਣ, ਉਹ ਇਹਨਾਂ ਦਾ ਤੇ ਉਹ ਅੱਲਾਹ ਦਾ ਮਾਮਲਾ ਹੈ, ਉਹਦਾ ਫੈਸਲਾ ਤੁਹਾਡਾ ਕੰਮ ਨਹੀਂ ਕਰਨਾ ਹੈ। ਅਸੀਂ ਮੰਨਿਆ ਨਾ ਮਿਰਜ਼ਾ ਸਾਹਿਬ, ਤੁਸੀਂ ਮੈਨੂੰ ਇਹ ਦੱਸਦੇ ਮੰਨਿਆ ਕੀ? ਮੈਨੂੰ ਇਹ ਤਾਂ ਪਤਾ ਲੱਗੇ ਮੰਨਿਆ ਕੀ? ਮੇਰੀ ਮੈਨੂੰ ਬਾਰ-ਬਾਰ ਉਹਦਾ ਨਾਮ ਨਹੀਂ, ਤੁਸੀਂ ਕਹਿੰਦੇ ਮੰਨਿਆ, ਮੈਨੂੰ ਇਹ ਤਾਂ ਦੱਸ ਰਿਹਾ ਕਿ ਮੈਂ ਮੰਨਿਆ। ਉਹ ਯਾਰ ਇਹ ਤਾਂ
ਹਾਂਜੀ ਉਹ ਸਾਡਾ ਮਤਲਬ ਕੰਮ ਹੈ ਕਿ ਅਸੀਂ ਉਹ ਝੂਠੇ ਨੇ ਯਾਰ ਜਾ ਸੁਣੋ ਭਾਈ ਮੈਨੂੰ ਇਹਨਾਂ ਐਸ ਉਹ ਭਾਈ ਗੱਲ ਉਹ ਗੱਲ ਸੁਣ ਗੱਲ ਨਾ ਨਹੀਂ ਮੈਂ ਨਾ ਬੜਾ ਮੈਂ ਨਾ ਅੱਜ ਕੱਲ ਸੁਣਿਓ ਜੀ ਜਨਾਬ, ਮੇਰਾ ਨਾ ਬੜਾ ਥੋੜਾ ਜਿਹਾ ਪਰੇਸ਼ਾਨ ਤੇ ਹੈਰਾਨ ਵੀ ਹੋ ਗਿਆ ਵਾਂ ਕਿ ਇੱਕ ਬੰਦਾ ਕਹਿੰਦਾ ਵੇ ਕਿ ਮੈਨੂੰ ਜਿਹੜਾ ਨਾ ਆਈਫੋਨ 16 Pro Max ਜਿਹੜਾ ਨਾ ਇਹ ਬੜਾ ਪਸੰਦ ਹੈ। ਮੈਂ ਇਹਨੂੰ ਮੰਨ ਲਿਆ ਕਿ ਇਹ ਮੋਬਾਈਲ ਬਹੁਤ ਚੰਗਾ ਹੈ, ਲੇਕਿਨ ਮੈਂ ਇਸ ਮੋਬਾਈਲ ਦੇ ਬਾਰੇ ਦੱਸਣਾ ਨਹੀਂ ਕਿ ਇਹਦੇ ਵਿੱਚ ਕੀ ਖਸੂਸੀਆਤ ਨੇ, ਇਹਦੇ ਵਿੱਚ ਕੀ ਟੈਕਨੋਲੋਜੀ ਯੂਜ਼ ਕੀਤੀ ਗਈ ਹੈ। ਇਹ ਗੱਲ ਨਹੀਂ ਚੰਗੀ ਸਮਝ ਨਹੀਂ ਆਈ ਮੇਰੇ ਨਾਲ। ਉਹ ਭਾਈ ਜੀ ਜਿਹੜੇ ਤੁਹਾਡਾ ਕੀ ਹਾਲ ਹੈ ਕਿ ਜਿਤਨੇ ਵੀ ਅਨਪੜ੍ਹ ਨੇ ਇਹਨਾਂ ਕੋਈ ਮੋਬਾਈਲ ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਹੈ, ਠੀਕ ਹੈ, ਕਿਸੇ ਨੂੰ ਵੀ ਨਹੀਂ ਪਤਾ। ਮੈਂ ਅੱਛਾ ਚਲੋ ਦੱਸੋ ਆਪਣਾ ਸ਼ਜਰਾ ਨਾਲ ਦੱਸੋ। ਚਲੋ ਇੱਕ ਮਿੰਟ ਆਪਣਾ ਇੱਕ ਮਿੰਟ ਭਾਈ ਜੀ ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਤੁਹਾਡਾ ਨਾਮ ਆਪਣਾ ਨਾਮ ਇਸਮੇ ਗ੍ਰਾਮਿਕ ਤੇ ਦੱਸੋ ਨਾ। ਮੈਂ ਉੱਤੇ ਨਾਮ ਲਿਖਿਆ ਹੈ, ਪੜ੍ਹ ਲਓ। ਨਹੀਂ ਇਹ ਤੁਹਾਡਾ ਨਾਮ ਤਾਂ ਨਹੀਂ ਨਾ ਹੈਗਾ, ਇਹ ਤੁਸੀਂ ਆਪਣਾ ਸਿਫਾਤੀ ਨਾਮ ਰੱਖਿਆ ਨਾ। ਵੇਖੋ ਮੇਰੀ ਗੱਲ ਸੁਣੋ, ਜੋ ਵੀ ਐਸਾ ਜੀ ਮੈਨੂੰ ਇੱਕ ਦੱਸੋ, ਤੁਹਾਨੂੰ ਪਤਾ ਨਾ ਤੁਸੀਂ ਆਪਣਾ ਸ਼ਜਰਾ ਨਾਲ ਸਮਝਾ ਦਿਓ। ਮੈਂ ਆਪਣਾ ਨਾਮ ਮੇਰਾ ਨਾਮ ਲਿਖਿਆ ਨਾ, ਵੇਖੋ ਨਾ ਅਤਾਲ ਮਜੀਬ, ਮੇਰਾ ਨਾਮ ਅਤਾਲ ਮਜੀਬ ਹੈ। ਤੁਸੀਂ ਆਪਣਾ ਨਾਮ ਲਿਖਿਆ ਮੇਰਾ ਬਾਪ, ਯਾਨੀ ਤੁਸੀਂ ਆਪਣੇ ਬਾਪ ਦੇ ਬਾਪ ਹੋ। ਇਹ ਨਾਮ ਲਿਖਿਆ ਇਹ ਤੁਸੀਂ ਇਹ ਪੜ੍ਹੋ ਨਾ, ਇਹ ਤੁਹਾਡੇ ਵਾਸਤੇ ਮੈਂ ਤੁਹਾਨੂੰ ਤਸ਼ਰੀਹ ਦੱਸ ਦਿੱਤੀ ਸੀ। ਅੱਛਾ ਮੇਰੀ ਗੱਲ ਸੁਣੋ, ਤੁਸੀਂ ਹੁਣ ਕਿਹਾ ਕਿ ਮੈਂ ਮਿਰਜ਼ਾ ਸਾਹਿਬ ਨੂੰ ਮੰਨ ਲਿਆ। ਮੈਂ ਹੁਣ ਤੁਹਾਨੂੰ ਕੋਈ ਡਿਟੇਲ ਨਹੀਂ ਪੁੱਛਦਾ ਕਿ ਤੁਸੀਂ ਕੀ ਮੰਨਿਆ, ਲੇਕਿਨ ਤੁਸੀਂ ਮੰਨ ਲਿਆ। ਤੁਸੀਂ ਜ਼ਾਹਰੀ ਬਾਤ ਹੈ ਕਿ ਉਹਨਾਂ ਨੂੰ ਗਲਤ ਨਹੀਂ ਮੰਨਿਆ ਹੋਣਾ, ਬੜਾ ਸੋਹਣਾ ਮੰਨਿਆ ਹੋਣਾ, ਬੜਾ ਚੰਗਾ ਮੰਨਿਆ ਹੋਣਾ ਹੈ। ਤੇ ਇਹ ਹੀ ਮੈਂ ਗੱਲ ਕਰ ਰਿਹਾ ਵਾਂ ਕਿ ਜਦੋਂ ਇੱਕ ਬੰਦਾ, ਤੁਸੀਂ ਸਮਝੋ ਕਿ ਆਈਫੋਨ 16 Pro Max ਮਿਰਜ਼ਾ ਸਾਹਿਬ ਨੇ ਤੁਸੀਂ ਮੰਨ ਲਿਆ, ਬੜਾ ਚੰਗਾ ਸੋਹਣਾ ਕਰਕੇ ਮੰਨਿਆ ਕਿ ਬੜਾ ਕਮਾਲ ਦਾ ਹੈ, ਲੇਕਿਨ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਇਸ ਆਈਫੋਨ ਦੀਆਂ ਖਸੂਸੀਆਤ ਨਹੀਂ ਦੱਸਣੀਆਂ, ਇਹਦੇ ਵਿੱਚ ਕੀ ਨਈ ਟੈਕਨੋਲੋਜੀ ਹੈ, ਕੀ ਇਹ ਲੋਕਾਂ ਵਾਸਤੇ ਫਾਇਦਾਮੰਦ ਹੈ, ਕਿਸ ਤਰ੍ਹਾਂ ਇਹ ਜਿਹੜਾ ਨਾ ਵਰਕ ਕਰਦਾ, ਮੈਂ ਇਹ ਨਹੀਂ ਦੱਸਣਾ ਲੋਕਾਂ ਨੂੰ। ਇਹਦੀ ਕੀ ਵਜ੍ਹਾ ਹੈ? ਮੈਂ ਤੇ ਦੇਖੋ ਜੇ ਅਗਰ ਤੇ ਉਹ ਮੋਬਾਈਲ ਰੱਖਾਵੇ ਨਾ ਦੁਕਾਨ ਤੇ ਤੇ ਰੱਖਣਾ ਹੋਵੇ ਨਾ ਵੇਚਣ ਵਾਸਤੇ, ਤੇ ਫਿਰ ਨਹੀਂ ਤੇ ਕੀ ਇਹ ਸਟੋਰ ਰੂਮ ਵਿੱਚ ਪਿੱਛੇ ਕਰਕੇ ਪਿਛਲੇ ਖਾਨੇ ਵਿੱਚ ਰੱਖਿਆ ਹੈ? ਰੱਖਣਾ ਹੈ, ਠੀਕ ਨਹੀਂ ਇਹ ਮੋਬਾਈਲ ਜਿਹੜਾ ਇਹ ਆਈਫੋਨ ਹੈ, ਤੁਸੀਂ ਸ਼ੌਕ ਹੈ, ਮੇਰੀ ਗੱਲ ਤਾਂ ਸੁਣੋ, ਮੋਬਾਈਲ ਵੇਚਣਾ ਹੀ ਨਹੀਂ, ਗੱਲ ਤੇ ਸੁਣੋ ਨਾ, ਅੱਲਾ ਵਾਲਿਓ ਗੱਲ ਸੁਣ ਲਿਆ ਕਰੋ ਪੂਰੀ, ਫਿਰ ਜਵਾਬ ਦਿਆ ਕਰੋ। ਉਹ ਭਾਈ ਜੀ ਮੇਰਾ ਇੱਕ ਬੰਦਾ ਗੱਲ ਕਰੇ, ਇੱਕ ਬੰਦਾ ਮੈਂ ਉਹੀ ਕਹਿ ਰਿਹਾ ਨਾ, ਮੇਰੀ ਗੱਲ ਸੁਣ ਲਓ ਨਾ ਅੱਲਾ ਵਾਲਿਓ, ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਸ਼ੋਕੇਸ ਵਿੱਚ ਇਹ ਮੋਬਾਈਲ ਜਿਹੜੇ ਮਿਰਜ਼ਾ ਸਾਹਿਬ ਨੇ ਇਹ ਮੈਂ ਸ਼ੋਕੇਸ ਵਿੱਚ ਨਹੀਂ ਲਾਏ, ਮੈਂ ਪਿਛਲੇ ਖਾਨੇ ਵਿੱਚ ਕਿਤੇ ਪਰਦਾ ਪਾ ਕੇ ਰੱਖਿਆ, ਕਹਿਣਾ ਚਾਹ ਰਹੇ ਹੋ? ਨਾ ਇਹ ਦੇਖੋ ਇਹ ਤੁਹਾਡੀਆਂ ਆਪਣੀਆਂ ਤਸ਼ਰੀਹਾਂ ਨੇ। ਨਹੀਂ ਤੁਹਾਡੀ ਗੱਲ ਤੋਂ ਤੇ ਇਹੀ ਸਾਬਤ ਹੋ ਰਿਹਾ, ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਦੁਕਾਨ ਦੇ ਸਾਹਮਣੇ ਰੱਖਿਆ ਨਹੀਂ। ਨਾ ਮੇਰਾ ਜੋ ਟਾਪਿਕ ਹੈ ਨਾ, ਤੁਸੀਂ ਉਧਰ ਆਵੋ। ਤੁਹਾਡਾ ਟਾਪਿਕ ਤਾਂ ਮੈਂ ਲੈ ਕੇ ਚੱਲਾਂ, ਜੇ ਤੁਹਾਡਾ ਸਾਡੀ ਦੇਖੋ ਨਾ, ਅਸੀਂ ਹੁਣ ਅੱਜ ਪਹਿਲੀ ਦਫਾ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਹਾਂ, ਥੋੜਾ ਜਿਹਾ ਇੱਕ ਦੂਜੇ ਨਾਲ ਤਾਰਫ ਹੋਏਗਾ, ਫਿਰ ਸਾਡੀ ਆਪਸ 'ਚ ਅੰਡਰਸਟੈਂਡਿੰਗ ਵਧੇਗੀ, ਇਸ ਤੋਂ ਬਾਅਦ ਹੀ ਗੱਲਾਂ ਨਿਕਲਣਗੀਆਂ ਨਾ। ਤੇ ਮੈਂ ਉਸ ਵਾਸਤੇ ਪੁੱਛ ਰਿਹਾ ਵਾਂ ਕਿ ਤੁਸੀਂ ਅਗਰ ਮਿਰਜ਼ਾ ਸਾਹਿਬ ਨੂੰ ਮੰਨ ਲਿਆ ਬੜਾ ਚੰਗਾ, ਲੇਕਿਨ ਤੁਸੀਂ ਕਹਿੰਦੇ ਮੈਂ ਸ਼ੌਕਸ ਜਿਹੜਾ ਪੁਰਾਣਾ ਪਿੱਛੇ ਕਰਕੇ ਰੱਖ ਛੜਿਆ, ਤੇ ਇਹਦੀ ਕੀ ਵਜ੍ਹਾ ਹੈ? ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਆਪਣਾ ਟਾਪਿਕ ਯੂਜ਼ ਕਰਨਾ ਨਹੀਂ ਆਉਣਾ, ਕਿਉਂਕਿ ਤੁਹਾਨੂੰ ਪਤਾ ਹੈਗਾ ਨਾ, ਤੁਹਾਨੂੰ ਪਤਾ ਕੀ ਪਤਾ ਮੈਨੂੰ, ਤੁਹਾਨੂੰ ਪਤਾ ਕਿ ਸਾਡੇ ਕੋਲ ਉਸਦਾ ਜਵਾਬ ਕੋਈ ਨਹੀਂ। ਕਿਸ ਗੱਲ ਦਾ ਜਵਾਬ ਮੇਰੀ ਗੱਲ ਸੁਣੋ, ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਆਪਣੇ ਮੂੰਹੋਂ ਕਹਿੰਦੇ ਜੇ ਕਿ ਮੈਂ ਅਨਪੜ੍ਹ ਹੈਗਾ ਵਾਂ, ਮੈਨੂੰ ਨਹੀਂ ਪਤਾ ਗੱਲਾਂ ਦਾ, ਲੇਕਿਨ ਬੰਦਿਆਂ ਵਿੱਚ ਮੈਂ ਬੈਠਾ ਵਾਂ। ਹੁਣ ਇੱਕ ਗੱਲ ਤੁਸੀਂ ਆਪਣੇ ਮੂੰਹੋਂ ਕਹਿੰਦੇ ਜੇ ਕਿ ਮੈਂ ਮਿਰਜ਼ਾ ਸਾਹਿਬ ਨੂੰ ਬੜਾ ਚੰਗਾ ਤੇ ਬੜਾ ਸੋਹਣਾ ਤੇ ਬੜਾ ਟਨ ਮੰਨ ਲਿਆ, ਲੇਕਿਨ ਤੁਸੀਂ ਉਸ ਜਿਹਨੂੰ ਮੰਨਿਆ ਉਹਦੀ ਗੱਲ ਦਾ, ਉਹਦੀ ਖੂਬੀਆਂ ਦਾ, ਉਹਦੀ ਸਿਫਾਤ ਦਾ, ਉਹਦੀ ਟੈਕਨੋਲੋਜੀ ਦਾ, ਉਹਦੇ ਲੋਕਾਂ ਵਾਸਤੇ ਫਾਇਦੇ ਦਾ ਕੁਝ ਦੱਸ ਨਹੀਂ ਰਹੇ। ਤੇ ਇਹ ਤੁਸੀਂ ਸਮਝ ਲਾਓ ਕਿ ਪੰਚਾਇਤ ਵਿੱਚ ਤੁਸੀਂ ਸਮਝੋ ਬੈਠੇ ਹੋ, ਇੱਕ ਪੰਚਾਇਤ ਵਿੱਚ ਤੁਸੀਂ ਇੱਕ ਬੰਦਿਆਂ ਦੀ ਮਹਿਫਲ ਵਿੱਚ ਬੈਠੇ ਹੋ, ਉੱਥੇ ਤੁਸੀਂ ਗੱਲ ਕਰ ਦਿੰਦੇ ਜੇ ਕਿ ਮੈਂ ਜਿਹੜਾ ਨਾ ਮਿਰਜ਼ਾ ਸਾਹਿਬ ਨੂੰ ਮੰਨਿਆ। ਬੰਦੇ ਤੁਹਾਨੂੰ ਪੁੱਛਣਗੇ ਪੰਚਾਇਤ ਵਿੱਚ ਕਿ ਭਾਈ ਕੀ ਮੰਨਿਆ, ਜੇ ਦੱਸੋ ਤੁਸੀਂ ਨਾ ਕੀ ਖਸੂਸੀਆਤ ਨੇ, ਤੁਸੀਂ ਅੱਗੋਂ ਕੀ ਕਹੋਗੇ? ਨਹੀਂ ਭਾਈ ਮੈਂ ਨਹੀਂ ਦੱਸਣਾ, ਮੈਂ ਇਹਨੂੰ ਕਿਹਨਾਂ ਸ਼ੋਕੇਸ 'ਚ ਨਹੀਂ ਰੱਖਿਆ, ਇਹ ਕਹੋਗੇ ਉੱਥੇ। ਅੱਛਾ ਇਹ ਦੱਸੋ ਕਿ ਅੱਜ ਕੁਝ ਅਰਸਾ ਪਹਿਲੇ ਨਾ ਚਕਵਾਲ ਦੇ ਵਿੱਚ ਨਾ ਕੋਈ ਬੰਦਾ ਨਾਗੁਲ ਹੋਇਆ ਸੀ, ਪੂਰੇ ਪਾਕਿਸਤਾਨ ਵਿੱਚ ਨਾ ਗੱਡੀਆਂ ਭਰ ਕੇ ਜਾਂਦੀਆਂ ਸੀ, ਠੀਕ ਹੈ, ਲੋਕੀ ਰਾਤੀ ਸੌਂਦੇ ਹੀ ਨਹੀਂ ਸੀ, ਠੀਕ ਹੈ। ਉਹ ਕੀ ਲੈ ਕੇ ਆਏ ਨੇ ਤੁਸੀਂ ਵੀ ਗਏ ਹੋ, ਮੈਨੂੰ ਪਤਾ ਹੈ। ਹੁਣ ਗੱਲ ਤੁਹਾਡੀ ਇਹਦਾ ਨਾ ਕੋਈ ਸਿਰ ਹੈ ਨਾ ਕੋਈ ਪੈਰ ਹੈ, ਮੈਨੂੰ ਸਮਝ ਨਹੀਂ ਲੱਗੀ ਕਿ ਤੁਸੀਂ ਇਹ ਗੱਲ ਕਰਨਾ ਕੀ ਚਾਹ ਰਹੇ ਜੇ, ਇਹਦਾ ਫਾਇਦਾ ਮਕਸਦ ਕੀ ਇਸ ਗੱਲ ਦਾ? ਉਸੇ ਤਰ੍ਹਾਂ ਮੋਬਾਈਲ ਦੀ ਤਰ੍ਹਾਂ ਦੱਸ ਰਿਹਾ ਨਾ, ਮੋਬਾਈਲ ਦੀ ਤਰ੍ਹਾਂ ਇਹ ਮਿਸਾਲ ਦੇ ਰਿਹਾ ਨਾ ਕਿ ਤੁਸੀਂ ਗੱਡੀਆਂ ਭਰ ਕੇ ਜਾਂਦੇ, ਲਾਈਨ ਆਉਂਦੇ ਸੀ, ਜਾਂਦੇ ਕਿਤੇ ਨੇ? ਚਕਵਾਲ ਸਾਰੀ ਚਕਵਾਲ। ਮੈਂ ਤਾਂ ਨਹੀਂ ਜਾਂਦਾ, ਮੈਂ ਤਾਂ ਅੱਜ ਤੱਕ ਨਹੀਂ ਗਿਆ ਚਕਵਾਲ।
ਨਾ ਨਾ ਇਹ ਤੇ ਹੋ ਹੀ ਨਹੀਂ ਨਾ ਸਕਦਾ ਕਿ ਮੈਂ ਅੱਜ ਤੱਕ ਨਹੀਂ ਗਿਆ ਚਕਵਾਲ ਯਾਰ, ਤੁਸੀਂ ਆਪਣੇ ਵੇਖੋ ਵਾ ਨਾ। ਇਹ ਤੇ ਉਹ ਗੱਲ ਹੋ ਗਈ ਕਿ ਮੇਰੀ ਗੱਲ ਸੁਣੋ, ਤੁਸੀਂ ਇਹ ਗੱਲ ਕਰਨ ਡਏ ਹੋ ਕਿ ਤੁਸੀਂ ਮੇਰੇ ਤੇ ਇਹ ਗੱਲ ਪਾਣ ਡਏ ਹੋ ਕਿ ਨਹੀਂ, ਤੁਸੀਂ ਸ਼ੱਕ ਨਾ ਕਰੀ ਜਾਓ ਕਿ ਮੈਂ ਨਹੀਂ ਗਿਆ, ਲੇਕਿਨ ਤੁਸੀਂ ਗਏ ਹੋ ਇਸ ਜਿਸ। ਅੱਛਾ ਚਲੋ ਕੋਈ ਸਰਵਰ ਦਾ ਮਸਲਾ ਮੈਂ ਤੁਹਾਨੂੰ ਇੰਜ ਕਹਾਂ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਤੇ ਮੰਨ ਲਿਆ, ਲੇਕਿਨ ਤੁਸੀਂ ਚੰਗਾ ਨਹੀਂ ਮੰਨਿਆ, ਤੁਸੀਂ ਗਲਤ ਮੰਨਿਆ। ਤੁਸੀਂ ਮੈਨੂੰ ਅੱਗੋਂ ਭਾਵੇਂ ਲੱਖ ਕਹੋ ਨਹੀਂ ਨਹੀਂ ਚੰਗਾ ਮੰਨਿਆ, ਮੈਂ ਕਿਹਾ ਨਾ 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 ਨਾ, ਤੁਸੀਂ ਗਲਤ ਹੀ ਮੰਨਿਆ ਮਿਰਜ਼ਾ ਸਾਹਿਬ ਨੂੰ, ਉਹੀ ਮੰਨਿਆ ਜਿਹੜਾ ਅਸੀਂ ਮੰਨਦੇ ਆ, ਤੇ ਫਿਰ ਚੰਗੀ ਗੱਲ ਹੈ ਯਾਰ। ਲੇਕਿਨ ਮੈਨੂੰ ਇਹ ਦੱਸੋ ਸਾਡੇ ਮੰਨਣ ਨਾਲ ਤੁਹਾਨੂੰ ਕੀ ਤਕਲੀਫ ਹੈ, ਮੈਨੂੰ ਇਹ ਦੱਸ ਦਿਓ। ਉਹ ਯਾਰ ਅਸੀਂ ਜੋ ਵੀ ਉਹਨਾਂ ਮੰਨੀਏ, ਤੁਹਾਨੂੰ ਤਕਲੀਫ ਕੀ ਹੈ ਮੈਨੂੰ ਇਹ ਦੱਸ ਦਿਓ। ਉਹ ਨਸ਼ਾ ਤਾਂ ਨਹੀਂ ਕੀਤਾ ਹੋਇਆ ਭਾਈ, ਤੇਰੀ ਗੱਲ ਦੀ ਕੋਈ ਸਮਝ ਨਹੀਂ ਆ ਰਹੀ, ਕਿਉਂ ਟਾਈਮ ਜ਼ਾਇਆ ਕਰਨੇ ਹੋਏ। ਉਹ ਭਾਈ ਨਹੀਂ ਨਸ਼ਾ ਤੁਹਾਡਾ ਮੈਂ ਲਾਣਾ ਮੈਂ ਸਿਰਫ ਤੁਸੀਂ ਨਾ ਟਪਕ ਦੀ ਹਟੋ, ਠੀਕ ਹੈ ਨਾ। ਉਹ ਪੁੱਛਦੇ ਪਏ ਨੇ ਮਿਰਜ਼ਾ ਸਾਹਿਬ ਨੂੰ ਤੁਸੀਂ ਕੀ ਮੰਨਦੇ ਹੋ। ਅਸੀਂ ਉਹਨਾਂ ਨੂੰ ਭਾਈ ਨਬੀ ਮੰਨਣੇ ਆ ਤੇ ਰਸੂਲ ਮੰਨਣੇ ਆ, ਗੱਲ ਖਤਮ। ਉਹ ਜਿਸ ਟਾਪਕ ਇੱਕ ਮਿੰਟ ਜੀ, ਕਿੱਥੇ ਲਿਖਿਆ ਮਿਰਜ਼ਾ ਸਾਹਿਬ ਨੇ ਕਿ ਮੈਂ ਨਬੀ ਔਰ ਰਸੂਲ ਹਾਂ? ਕਿੱਥੇ ਲਿਖਿਆ ਮਿਰਜ਼ਾ ਸਾਹਿਬ ਨੇ? ਗੱਲ ਮੈਂ ਤੁਹਾਨੂੰ ਪਹਿਲੇ ਦੱਸਿਆ, ਦੱਸੋ ਨਾ ਮੈਨੂੰ ਕਿ ਤੁਸੀਂ ਮੰਨ ਤੇ ਲਿਆ ਵੇ, ਲੇਕਿਨ ਇਹ ਲਿਖਿਆ ਮਿਰਜ਼ਾ ਸਾਹਿਬ ਨੇ ਕਿਤੇ ਆਪੀ ਦਾਵਾ ਕੀਤਾ ਵੇ ਕਿ ਮੈਂ ਨਬੀ ਹਾਂ ਰਸੂਲ ਹਾਂ? ਕਿੱਥੇ ਲਿਖਿਆ ਮਿਰਜ਼ਾ ਸਾਹਿਬ ਨੇ, ਕਿੱਥੇ ਕਿਹਾ? ਦੱਸੋ ਸਾਨੂੰ ਜ਼ਰਾ। ਲਓ ਹੁਣ ਤੁਸੀਂ ਆਪਣੇ ਮੂੰਹੋਂ ਕਹਿਣ ਦੇ ਜੇ ਕਿ ਮੈਂ ਮੰਨ ਲਿਆ ਵੇ ਤੇ ਮੈਂ ਮੰਨਿਆ ਵੀ ਆ ਵੇ। ਸਰ ਜੀ ਮੇਰੀ ਗੱਲ ਸੁਣੋ, ਮੇਰਾ ਟਾਪਕ ਹੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਡੇ ਕੋਈ ਚੀਜ਼ ਖਰੀਦਣ ਆਇਆ, ਤੁਸੀਂ ਜ਼ਬਰਦਸਤੀ ਥੋਪਦੇ ਪਏ ਨਹੀਂ ਯਾਰ ਤੂੰ ਇਹ ਚੀਜ਼ ਨਹੀਂ ਲੈਣੀ, ਤੂੰ ਇਹ ਲੈ, ਠੀਕ ਹੈ। ਜਿਸ ਵਕਤ ਮੇਰੇ ਇੱਕ ਦੁਕਾਨ ਤੇ ਆਓਗੇ ਨਾ ਤੁਸੀਂ ਲੈਣ ਚੀਜ਼, ਤੇ ਫਿਰ ਤੁਹਾਡੀ ਮਰਜ਼ੀ ਹੋਵੇਗੀ। ਇਸ ਵਕਤ ਤੁਹਾਡੀ ਮਰਜ਼ੀ ਨਹੀਂ, ਇਸ ਵਕਤ ਮੇਰੀ ਮਰਜ਼ੀ ਹੈ ਕਿ ਮੈਂ ਜੋ ਚੀਜ਼ ਲਵਾਂ। ਤੁਸੀਂ ਕਿਸ ਚੀਜ਼ ਦੀ ਦੁਕਾਨ ਖੋਲੀ ਹੈ? ਤੁਸੀਂ ਕਿਸ ਚੀਜ਼ ਦੀ ਦੁਕਾਨ ਖੋਲੀ ਹੈ? ਮੈਂ ਤੇ ਦੁਕਾਨ ਹੀ ਕੋਈ ਨਹੀਂ ਖੋਲੀ, ਤੁਸੀਂ ਤੇ ਦੁਕਾਨ ਖੋਲੀ ਹੈ ਨਾ। ਹੁਣ ਤੁਸੀਂ ਆਪਣੇ ਮੂੰਹ ਕਹਿਣ ਦੇ ਜੇ ਕਿ ਮੇਰੀ ਜਦੋਂ ਦੁਕਾਨ ਤੇ ਆਓਗੇ ਤਾਂ ਉਦੋਂ ਮੈਂ ਤੁਹਾਨੂੰ ਦੱਸਾਂਗਾ। ਹੁਣ ਮੈਂ ਪੁੱਛਿਆ ਦੁਕਾਨ ਕਿਹੜੀ ਖੋਲੀ, ਤੁਸੀਂ ਕਹਿੰਦੇ ਮੇਰੀ ਦੁਕਾਨ ਹੀ ਕੋਈ। ਤੁਸੀਂ ਚੰਦ ਕਰਦੇ ਕੀ ਪਏ ਜੇ? ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੰਦਿਆਂ ਵਿੱਚ ਬੈਠੇ ਵੀ ਜੇ ਕਿ ਗੱਲਬਾਤ ਕਰਨੀ ਆਉਂਦੀ ਕਿ ਕੋਨਾ। ਮੈਂ ਤੁਹਾਨੂੰ ਮੇਰਾ ਭਾਈ ਮੈਂ ਤੁਹਾਨੂੰ ਇੱਕ ਆਸਾਨ ਲਫ਼ਜ਼ ਮੇਰੀ ਗੱਲ ਸੁਣੋ ਬਜ਼ੁਰਗੋ, ਸਮਝ ਗਏ ਲੇਕਿਨ ਤੁਸੀਂ ਸਮਝ ਗਏ ਹੋ ਲੜਾਈ ਮੁਕਾ ਦਈਏ, ਸਮਝ ਗਏ ਹੋ ਲੜਾਈ ਮੁਕਾ ਦਈਏ। ਸੁਣੋ ਤਾਂ ਸਹੀ, ਇੱਕੋ ਗੱਲ ਕਰੀ ਜਾ ਰਹੇ ਹੋ ਬਾਰ-ਬਾਰ, ਲੜਾਈ ਮੁਕਾ ਦਈਏ। ਚਲੋ ਯੂਸਫ ਭਾਈ ਹੁਣ ਤੁਸੀਂ ਕਹਿੰਦੇ ਪਏ ਹੋ ਤੇ ਮੁਕਾ ਦਿਓ ਰੋਲਾ, ਨਹੀਂ ਤੇ ਗੱਲ ਤੇ ਮੈਂ ਲੰਬੀ ਲੈ ਕੇ ਚੱਲਣਾ ਚਾਹੁੰਦਾ ਸਾਂ, ਲੇਕਿਨ ਤੁਸੀਂ ਚਲੋ ਮੁਕਾ ਦਿਓ ਰੋਲਾ। ਮੈਂ ਕਹਿੰਦਾ ਖੁਦਾ ਦੀ ਗੱਲ ਕਰਨੇ ਆ, ਇੱਧਰ ਉੱਧਰ ਦੀ ਗੱਲਾਂ, ਜਿਹੜਾ ਖੁਦਾ ਦਾ ਕਲਾਮ ਹੋਵੇ ਨਾ ਉਸ ਤੋਂ ਬਾਅਦ ਕੋਈ ਗੱਲ, ਠੀਕ ਹੈ ਨਾ ਜੀ। ਸਰ ਜੀ ਚਲੋ ਜੀ, ਮੈਂ ਖੁਦਾ ਦਾ ਕਲਾਮ ਪੜਨ ਲੱਗਾ ਜੇ। ਹੁਣ ਖੁਦਾ ਦੇ ਕਲਾਮ ਚ ਬੋਲਣਾ ਗੁਨਾਹ ਹੈ, ਸਖਤ ਨਾਪਸੰਦੀਦਾ ਫਰਮਾਇਆ ਗਿਆ। ਜੀ ਉਹ ਗੱਲ ਤੇ ਸੁਣੋ, ਫਿਰ ਹੋਈ ਤੁਹਾਨੂੰ ਉਹ ਭਾਈ ਮੇਰੀ ਗੱਲ ਤੇ ਸੁਣੋ ਨਾ। ਜੇ ਖੁਦਾ ਦੀ ਗੱਲ ਨਹੀਂ ਸੁਣਨੀ, ਖੁਦਾ ਦੀ ਗੱਲ ਨਹੀਂ ਸੁਣਨੀ ਸਾਡੀ ਉਹ ਮੈਂ ਖੁਦਾ ਦੀ ਗੱਲ ਨਹੀਂ ਸੁਣਨੀ, ਮੇਰਾ ਕੰਮ ਹੈ ਭਾਈ ਜੀ। ਖੁਦਾ ਦੀ ਗੱਲ ਸੁਣਨੀ ਕਿ ਨਹੀਂ ਸੁਣਨੀ? ਚਲੋ ਸੁਣਾਓ। ਚਲੋ ਖੁਦਾ ਦਾ ਕਲਾਮ ਸੁਣੋ ਹੁਣ ਚੁੱਪ ਕਰਕੇ ਨਾ, ਫਿਰ ਤੁਸੀਂ ਮੈਨੂੰ ਇਹਦਾ ਤਰਜਮਾ ਕਰਕੇ ਦੱਸਣਾ, ਠੀਕ ਹੈ ਜੀ। ਮੈਂ ਭਾਈ ਤੁਹਾਨੂੰ ਪਹਿਲਾਂ ਦੱਸਾਂਗੇ ਭਾਈ ਜੀ, ਮੈਂ ਚਲੋ ਤਰਜਮਾ ਮੈਂ ਕਰ ਦਿਆਂਗਾ, ਤੁਸੀਂ ਦੱਸਣਾ, ਠੀਕ ਹੈ। ਤਰਜਮਾ ਮੈਂ ਕਰ ਦਿਆਂਗਾ, ਤੁਸੀਂ ਇਹਦਾ ਮਾਨ ਨਹੀਂ ਦੱਸਣਾ। ਫੇਰ ਗੱਲ ਹੋਈ ਹੈ ਕਿ ਜਦ ਮੈਂ ਚਿੱਟਾ ਪਾਠ ਪੜ੍ਹਾ, ਮੈਂ ਤਰਜਮਾ ਕਿਸ ਤਰ੍ਹਾਂ ਕਰਾਂ? ਅਸੀਂ ਕਰ ਲਾਂਗੇ ਰੰਗ ਬਰੰਗਾ, ਤੁਹਾਨੂੰ ਕੋਈ ਗੱਲ ਨਹੀਂ। ਤੁਸੀਂ ਸਾਡੇ ਕੋਲ ਬੈਠੋਗੇ ਇਨਸ਼ਾਅੱਲਾ, ਤੁਸੀਂ ਤੁਹਾਨੂੰ ਰੰਗ ਲਾ ਕੇ ਭੇਜਾਂਗੇ। ਨਾ ਮੈਂ ਤੁਹਾਨੂੰ ਰੰਗੀਨ ਕਰਕੇ ਭੇਜਾਂਗੇ, ਰੰਗ ਲਾ ਕੇ ਭੇਜਾਂਗਾ। ਪਤਾ ਕੀ ਕਰੋ, ਚਲੋ ਠੀਕ ਹੈ, ਫਿਰ ਇੰਜ ਹੀ ਕਰ ਲਾਂਗੇ ਨਾ। ਫਿਰ ਸਾਨੂੰ ਰੰਗ ਲਾਓ। ਹੁਣ ਸੁਣੋ ਪਹਿਲੇ ਖੁਦਾ ਦਾ ਕਲਾਮ ਸੁਣੋ। ਨਹੀਂ ਮੈਨੂੰ ਪਤਾ ਤੁਸੀਂ ਜਿਹੜੇ ਖੁਦਾ ਦਾ ਕਲਾਮ ਨਹੀਂ ਸੁਣਨਾ, ਖੁਦਾ ਦਾ ਕਲਾਮ ਨਹੀਂ ਸੁਣਨਾ, ਖੁਦਾ ਦਾ ਕਲਾਮ ਨਹੀਂ ਸੁਣਨਾ ਯਾਰ। ਇਹ ਅਹਿਮਦੀ ਤੁਹਾਡੀ, ਇਹ ਤੁਹਾਡੇ ਮਿਰਜ਼ਾ ਖਲੀਫਾ ਸਾਹਿਬ ਇਹ ਸਿਖਾਉਂਦੇ ਨੇ ਕਿ ਕੋਈ ਬੰਦਾ ਖੁਦਾ ਦਾ ਕਲਾਮ ਸੁਣਾਵੇ ਤਾਂ ਉਹਨੂੰ ਕੋ ਆਪਣੀ ਗੱਲ ਸੁਣਾਣੀ। ਮੈਂ ਯਾਰ ਇਹ ਕੋਈ ਤਾਂ ਸ਼ਰਮ ਹੋਣੀ ਚਾਹੀਦੀ ਹੈ ਨਾ। ਖਲੀਫਾ ਸਾਹਿਬ ਤੁਹਾਡੇ ਇਹ ਤੁਹਾਨੂੰ ਸਿਖਾਉਂਦੇ ਨੇ, ਉੱਥੇ ਸਾਲਾਨਾ ਜਲਸੇ 'ਚ ਜਾ ਕੇ ਤਕਰੀਰਾਂ ਇਹ ਸੁਣਦੇ ਹੋ, ਜੁਮੇ ਦੇ ਖੁਤਬੇ 'ਚ ਇਹ ਸੁਣਦੇ ਹੋ ਉਹਦੇ ਕੋਲੋਂ। ਕੁਛ ਤੇ ਯਾਰ ਯਾਰ ਕਰ ਲੋ, ਸ਼ਰਮ ਕਰ ਲੋ ਯਾਰ। ਕਿੰਨੀ ਉਮਰ ਗੁਜ਼ਾਰ ਦਿੱਤੀ ਤੁਸੀਂ, ਫਿਰ ਬੋਲੀ ਜਾ ਰਹੇ ਯਾਰ। ਮੈਂ ਪਹਿਲਾਂ ਕਹਿ ਸੁਣਾ ਦੇ ਯਾਰ। ਇਹ ਨਾ ਇਹ ਕਲਾਮ ਸੁਣਨਾ ਪੈਂਦਾ ਹੈ ਸਿਰ ਥੱਲੇ ਕਰਕੇ, ਹੱਥ ਬੰਨ ਕੇ, ਐ ਪੂਰੇ ਅਦਬ ਦੇ ਨਾਲ। ਠੀਕ ਹੈ, ਸੁਣਾ ਦਿਓ ਜਨਾਬ। ਫਰਿਸ਼ਤੇ ਨਾਜ਼ਲ ਹੋਣਗੇ, ਵੇਖਣਾ ਹੁਣੇ ਇੱਥੇ ਨਾਜ਼ਲ ਹੁੰਦੇ ਕਿ ਨਹੀਂ ਹੁੰਦੇ। ਲੋ ਜੀ, ਜਿਹਦੇ ਫਰਿਸ਼ਤੇ ਬੈਠੇ ਨੇ ਨਾ, ਜਿਹਦੇ ਤੇ ਫਰਿਸ਼ਤੇ ਬੈਠੇ ਨਾ, ਹੁਣੇ ਪਤਾ ਲੱਗ ਜਾਏਗਾ। ਅੱਛਾ ਬੋਲੀ ਜਾਓ ਜੀ, ਪਹਿਲੇ ਤੁਸੀਂ ਬੋਲੀ ਜਾਓ। ਆਪਣੇ ਖਲੀਫਾ ਸਾਹਿਬ ਦੀ ਗੱਲ ਨਾ ਮੰਨਣਾ, ਤੁਸੀਂ ਆਪਣੀ ਮਨਾ ਲਓ। ਬੋਲੀ ਜਾਓ ਤੁਸੀਂ। ਚਲੋ ਨਾ ਬੋਲੋ ਨਾ, ਤੁਸੀਂ ਕਰੋ ਤੁਸੀਂ ਨਾ ਯਾਰ। ਕੁਛ ਤੇ ਸ਼ਰਮ ਕਰ ਲਓ। ਉੱਥੇ ਖਲੀਫਾ ਮਸਰੂਰ ਸਾਹਿਬ ਨੇ ਖੁਤਬੇ ਜੁਮੇ ਦੇ ਵਿੱਚ ਵੀ ਇਹ ਤੁਹਾਨੂੰ ਕਹਿ ਕੇ ਥੱਕ ਗਏ ਨੇ ਕਿ ਜਿਹੜੇ ਸਾਡੇ ਅਹਿਮਦੀ ਨੇ ਨਾ, ਇਹ ਮਾਵਾਂ ਭੈਣ ਦੀਆਂ ਗਾਲਾਂ ਕੱਢਦੇ ਨੇ, ਉਹਨਾਂ ਦੇ ਮੁਕਾਬਲੇ ਦੇ ਵਿੱਚ ਅਹਿਮਦੀ ਬੜੀ ਅੱਛੀ ਗੁਫ਼ਤਗੂ ਕਰਦੇ ਨੇ, ਲੇਕਿਨ ਇਹ ਸੁਣਨ ਵਾਸਤੇ ਰਾਜ਼ੀ ਨਹੀਂ ਸਾਡੇ। ਇਹਨਾਂ ਨੂੰ ਚਾਹੀਦਾ ਜਾਣ ਹੀ ਨਾ ਤਬਲੀਗ ਵਾਲੇ ਮੁਕਾਮ ਦੇ ਉੱਤੇ। ਮੇਰਾ ਭਾਈ ਤੁਹਾਨੂੰ ਨਹੀਂ ਸ਼ਰਮ ਆ ਰਹੀ? ਉਹ ਬੰਦਾ ਤੁਹਾਡਾ ਉੱਥੇ ਪਿੱਟ ਮਰ ਗਿਆ ਖਲੀਫਾ ਮਸਰੂਰ, ਉਹ ਕਹਿੰਦਾ ਇਹਨਾਂ ਨੂੰ ਸ਼ਰਮ ਹੀ ਨਹੀਂ ਆ ਰਹੀ।
ਤੁਸੀਂ ਸੁਣਦੇ ਨਹੀਂ ਖੁਤਬਾ ਉਹਦਾ? ਸਰ ਜੀ ਇਹ ਹੁਣੇ ਥੋੜੀ ਪਹਿਲੇ ਮੈਨੂੰ ਦੱਸੋ ਤੁਸੀਂ ਖੁਤਬਾ ਸੁਣਦੇ ਹੋ ਕਿ ਨਹੀਂ? ਖੁਤਬਾ ਸੁਣਦੇ ਹੋ ਕਿ ਨਹੀਂ? ਅੱਲਾਹ ਦੇ ਫਜ਼ਲ ਨਾਲ ਸੁਣਨੇ ਆ। ਇਹ ਹੁਣੇ ਅੱਲਾਹ ਦੇ ਫਜ਼ਲ ਨਾਲ ਤਾਂ ਸੁਣਦੇ ਹੋ, ਲੇਕਿਨ ਉਹ ਜਿੰਨਾ ਫਜ਼ਲ ਤੁਹਾਡੇ ਤੇ ਕਰਦਾ ਪਿਆ ਉਹਦੀ ਗੱਲ ਤੁਹਾਡੇ ਪੱਲੇ ਪੈ ਹੀ ਨਹੀਂ ਰਹੀ। ਉਹ ਹਰ ਜੁਮੇ ਇਹੀ ਪਿੱਟ ਕੇ ਥੱਕ ਗਿਆ। ਤੁਰੰਤ ਚੁੱਪ ਕਰੋ, ਗੱਲ ਸੁਣੋ ਜ਼ਰਾ ਖੁਦਾ ਦੀ। ਚੁੱਪ ਕਰੋ, ਖੁਦਾ ਦੀ ਗੱਲ ਸੁਣੋ। ਅੱਛਾ ਜੀ, ਹੁਣ ਤੁਹਾਡਾ ਖੁਦਾ ਇਹ ਕਹਿੰਦਾ ਹੈ ਕਿ ਐ ਅਹਿਮਦ ਤੇਰਾ ਨਾਮ ਪੂਰਾ ਹੋਗਾ, ਮੇਰਾ ਨਾਮ ਪੂਰਾ ਨਹੀਂ ਹੋਗਾ। ਇਹਦੇ ਤੋਂ ਤੁਸੀਂ ਕੀ ਮਾਨੀ ਲਿਆ ਜੇ ਖੁਦਾ ਦੇ ਕਲਾਮ ਤੋਂ? ਭਾਜੀ ਕੁਰਾਨੇ ਪਾਕ ਦੇ ਦੱਸੋ, ਕੁਰਾਨੇ ਪਾਕ ਦੀ ਕੋਈ ਆਇਤ ਪੜ੍ਹ ਕੇ। ਇਹ ਕੁਰਾਨ ਨਹੀਂ ਹੈ? ਇਹ ਕੁਰਾਨੇ ਪਾਕ ਇਹਨੂੰ ਕੀ ਸਮਝਦੇ ਹੋ ਤੁਸੀਂ? ਨਾ 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 ਕੁਰਾਨੇ ਪਾਕ ਨਹੀਂ ਹੈ ਯਾਰ, ਤੂੰ ਜ਼ਬਰਦਸਤੀ ਇਹਨੂੰ ਕੀ ਸਮਝਦੇ ਹੋ ਤੁਸੀਂ? ਨਹੀਂ ਇਹ ਝੂਠ ਹੈ। ਮੈਂ ਕੁਰਾਨੇ ਪਾਕ ਨਹੀਂ ਸਮਝਦਾ। ਇਹ ਜਿਹੜੀ ਗੱਲ ਮੈਂ ਪੇਸ਼ ਕੀਤੀ ਝੂਠ ਹੈ। ਤੂੰ ਮੇਰੇ ਭਾਈ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ, ਮੈਨੂੰ ਕੁਰਾਨੇ ਪਾਕ ਦੇ ਪੜ੍ਹ ਕੇ ਦੱਸੋ। ਯੂਸਫੀ ਭਾਈ ਦੇਖੋ, ਬੰਦਾ ਨਹੀਂ ਪੜਿਆ ਲਿਖਿਆ, ਬੰਦੇ ਨਾਲ ਰਲਦੀ ਮਿਲਦੀ ਗੱਲ ਕਰੋ। ਉਹਨਾਂ ਨੇ ਇਹ ਪੁੱਛ ਲਓ ਕਿ ਉਹ ਕਹਿੰਦੇ ਨੇ ਕਿ ਇਹ ਕੁਰਾਨੇ ਕਰੀਮ ਨਹੀਂ ਹੈ, ਤਾਂ ਉਹਨਾਂ ਨੇ ਇਹ ਪੁੱਛ ਲਓ ਕਿ ਜਿਹੜਾ ਬੰਦਾ ਕਹੇ ਕਿ ਇਹ ਵਾਲਾ ਕਲਾਮ ਤੇ ਕੁਰਾਨੇ ਮਜੀਦ ਦਾ ਕਲਾਮ ਦੋਨੋਂ ਇੱਕੋ ਵਰਗੇ ਨੇ, ਇੱਕੋ ਬਰਾਬਰ ਨੇ, ਤਾਂ ਫਿਰ ਬੰਦਾ ਗਲਤ ਹੀ ਕਹਿੰਦਾ ਨਾ। ਯਾਰ ਮੇਰੀ ਤੁਸੀਂ ਗੱਲ ਸਮਝਦੇ ਕੋਈ ਨਹੀਂ। ਮੈਂ ਤੁਹਾਨੂੰ ਕਿਹਾ ਕਿ ਯਾਰ ਮੈਂ ਇਸ ਵਕਤ ਤੁਹਾਡੇ ਕੋਲ ਗਾਹਕ ਆਇਆ। ਮੇਰੀ ਤੁਸੀਂ ਨਾ ਅਸੀਂ ਤੁਹਾਡੀ ਗੱਲ ਸਮਝਨੇ, ਨਾ ਤੁਸੀਂ ਸਾਡੀ ਗੱਲ ਸਮਝਦੇ। ਤੁਸੀਂ ਤੇ ਆਪਣੇ ਖੁਦਾ ਦੀ ਗੱਲ ਵੀ ਨਹੀਂ ਸਮਝ ਰਹੇ। ਉਹ ਯਾਰ ਮੈਂ ਨਾ ਤਾਂ ਚਲੋ ਸਮਝਾਉਣ ਦਾ ਮੇਰਾ ਤਰੀਕਾ ਨਹੀਂ ਠੀਕ ਹੋਏਗਾ। ਤੁਹਾਡਾ ਖੁਦਾ ਤੇ ਗੱਲ ਸਹੀ ਕਰ ਰਿਹਾ ਕਿ ਨਹੀਂ ਮੈਨੂੰ ਦੱਸੋ। ਉਹ ਯਾਰ ਮੇਰੀ ਤੁਸੀਂ ਗੱਲ ਹੀ ਸੁਣਿਓ। ਮੇਰੇ ਕੋਲ ਯਾਰ ਮੈਂ ਗੱਲ ਕੀ ਸੁਣਾ? ਮੈਂ ਤੁਹਾਡੇ ਖੁਦਾ ਦੀ ਗੱਲ ਸੁਣਾਉਣਾ ਪਿਆ, ਉਹ ਵੀ ਤੁਸੀਂ ਕਹਿੰਦੇ ਮੈਨੂੰ ਪੱਲੇ ਨਹੀਂ ਪੈ ਰਹੀ, ਪਤਾ ਨਹੀਂ ਹਰੇ ਕੀ ਇਹ ਗੱਲ ਹੈ। ਤੁਸੀਂ ਇਹ ਸਵਾਲ ਮੇਰੇ ਅੱਗੇ ਉਸ ਵਕਤ ਰੱਖਣੇ ਨੇ ਜਿਸ ਤੁਸੀਂ ਮੇਰੀ ਬਰਾੜ ਤੇ ਆਉਣਾ। ਠੀਕ ਹੈ, ਸਵਾਲ ਨਹੀਂ ਰੱਖ ਰਿਹਾ ਮੈਂ, ਤੁਹਾਡੇ ਖੁਦਾ ਦਾ ਕਲਾਮ ਤੁਹਾਡੇ ਅੱਗੇ ਪੇਸ਼ ਕਰ ਰਿਹਾ। ਜੋ ਵੀ ਹੈ ਮੇਰਾ ਭਾਈ, ਜੋ ਵੀ ਹੈ, ਮੈਂ ਇਸ ਵਕਤ ਜੋ ਤੁਹਾਡੇ ਕੋਲ ਸਵਾਲ ਕਰ ਰੱਖਣੇ ਨੇ, ਤੁਸੀਂ ਮੈਨੂੰ ਉਹਦਾ ਮੇਰਾ ਭਾਈ ਜਵਾਬ ਦੇਣਾ ਹੈ। ਠੀਕ ਹੈ, ਮੈਨੂੰ ਅੱਗੇ ਤੁਸੀਂ ਗੱਲ ਸੁਣੋ ਬਜ਼ੁਰਗੋ ਮੇਰੀ ਗੱਲ ਸੁਣੋ। ਤੁਸੀਂ ਜਿਹੜਾ ਵੀ ਸਵਾਲ ਕਰੋਗੇ ਨਾ ਅਸੀਂ ਉਹਦਾ ਜਵਾਬ ਦਾਂਗੇ, ਲੇਕਿਨ ਜੇ ਖੁਦਾ ਦਾ ਕਲਾਮ ਪਹਿਲੇ ਪੇਸ਼ ਕਰ ਦਈਏ, ਖੁਦਾ ਦਾ ਕਲਾਮ ਪਹਿਲੇ ਹੋਣਾ ਚਾਹੀਦਾ ਜਾਂ ਮੇਰਾ ਤੁਹਾਡਾ ਕਲਾਮ? ਉਹ ਪੇਸ਼ ਹੋ ਗਿਆ ਨਾ, ਬਸ ਹੋ ਗਿਆ ਨਾ, ਬਸ ਠੀਕ ਹੈ। ਹੁਣ ਅੱਗੇ ਇਹਦਾ ਤੁਸੀਂ ਇਹਦੇ ਤੇ ਈਮਾਨ ਰੱਖਦੇ ਹੋ ਕਿ ਅਹਿਮਦ ਦਾ ਨਾਮ ਪੂਰਾ ਹੋਏਗਾ, ਖੁਦਾ ਦਾ ਨਾਮ ਪੂਰਾ ਨਹੀਂ ਹੋਏਗਾ? ਤੁਸੀਂ ਈਮਾਨ ਰੱਖਦੇ ਹੋ ਉਹਦੇ ਤੇ? ਭਾਈ ਜੀ ਮੈਨੂੰ ਨਹੀਂ ਪਤਾ, ਮਿਰਜ਼ਾ ਸਾਹਿਬ ਨੇ ਜੋ ਗੱਲ ਕੀਤੀ ਹੈ ਨਾ, ਅਸੀਂ ਉਹਨਾਂ ਨੂੰ ਮਿਰਜ਼ਾ ਸਾਹਿਬ ਨੇ ਨਹੀਂ ਕੀਤੀ, ਮਿਰਜ਼ਾ ਸਾਹਿਬ ਦੇ ਖੁਦਾ ਨੇ ਮਿਰਜ਼ਾ ਸਾਹਿਬ ਨੂੰ ਕਿਹਾ ਵੇ। ਜੋ ਵੀ ਉਹਨਾਂ ਕਿਹਾ ਨਾ, ਜੋ ਵੀ ਗੱਲ ਹੈ ਜਿੱਥੋਂ ਵੀ ਤੁਸੀਂ ਪੇ ਲੈਂਦੇ ਹੋ, ਅਗਰ ਮਿਰਜ਼ਾ ਸਾਹਿਬ ਨੇ ਕਹੀ ਨਾ ਯੂਸਫੀ ਭਾਈ ਇੱਕ ਗੱਲ ਵਿੱਚ ਜਦੋਂ ਤੁਸੀਂ ਆਪਸ ਚ ਗੁਫ਼ਤਗੂ ਕਰਨੀ ਹੈ ਨਾ, ਇਹ ਜੋ ਵੀ ਦੇ ਜੋ ਲਫ਼ਜ਼ ਨੇ ਇਹ ਕਢਵਾ ਦਿਓ ਵਿੱਚੋਂ, ਸਪੰਜ ਕਰਵਾ ਦਿਓ, ਉਸ ਤੋਂ ਬਾਅਦ ਨਾ ਯੂਜ਼ ਹੋਣ। ਜੋ ਵੀ ਜਿਹੜਾ ਨਾ ਇਹ ਲੈ ਕੇ ਬਹਿ ਗਿਆ ਸਾਨੂੰ, ਇਹ ਜੋ ਵੀ ਵਾਲੀ ਜਿਹੜੀ ਗੱਲ ਹੈ ਨਾ, ਇਹ ਗੱਲ ਨਹੀਂ ਹੁੰਦੀ। ਜੋ ਵੀ ਕਹਿ ਦਿੱਤਾ, ਜਿੱਥੇ ਵੀ ਕਹਿ ਦਿੱਤਾ, ਜਿਸ ਨੇ ਵੀ ਕਹਿ ਦਿੱਤਾ, ਕਿਸੇ ਨੇ ਆਉਣਾ ਸੀ, ਇੱਕ ਵਜੂਦ ਆਉਣਾ ਸੀ। ਉਹ ਮੇਰਾ ਭਾਈ ਇਤਨੇ ਬੰਦੇ ਕਿਤਨੇ 83 ਬੰਦੇ ਬੈਠੇ ਹੋਏ ਨੇ, ਮੈਂ ਤੁਹਾਨੂੰ ਆਸਾਨ ਲਫ਼ਜ਼ਾਂ 'ਚ ਬੈਠਿਆ ਤੁਹਾਡੇ ਸਮਝਾਉਣ ਦੀ ਕੋਸ਼ਿਸ਼ ਕਰਨਾ ਤੁਹਾਨੂੰ ਕਿ ਮੈਂ ਇਹ ਤੁਸੀਂ ਦੁਕਾਨ ਖੋਲੀ ਹੈ, ਗਾਹਕਾਂ ਦੇਖੋ ਉੱਤੇ 82 ਬੰਦੇ ਆਏ ਨੇ ਤੁਹਾਡੇ ਕੋਲ, ਚੀਜ਼ ਤੁਹਾਨੂੰ ਵੇਚਣ ਨਹੀਂ ਆਏ। ਠੀਕ ਹੈ, ਤੁਹਾਡੇ ਕੋਲ ਕੋਈ ਹਾਸਲ ਕਰਨ ਵਾਸਤੇ ਨੇ, ਕੋਈ ਸੁਣਨ ਆਏ ਨੇ। ਠੀਕ ਹੈ, ਉਹ ਬਹੁਤ ਆਲਾ ਬੜੀ ਖੂਬਸੂਰਤ ਗੱਲ ਕੀਤੀ ਕਿ ਬੰਦੇ ਇੱਥੇ ਆਏ ਨੇ ਸਾਡੇ ਕੋਲ ਕੋਈ ਚੀਜ਼ ਲੈਣ। ਉਹ ਮੇਰੀ ਗੱਲ ਸੁਣ ਯਾਰ, ਮੇਰਾ ਯਾਰ ਸੱਜਣ ਸੁਣਦਾ ਰਿਹਾ, ਉਹ ਜਿਹੜੇ ਬੈਠੇ ਨਾ ਉਹਨਾਂ ਨੇ ਸਵਾਲ ਕਰਨਾ ਹੈ ਤੇ ਤੁਸੀਂ ਜਵਾਬ ਦੇਣਾ ਹੈ। ਉਹਨਾਂ ਦੀ ਮਰਜ਼ੀ, ਉਹਨਾਂ ਜੋ ਸਵਾਲ ਕਰਨਾ ਹੈ, ਤੁਹਾਡੀ ਮਰਜ਼ੀ ਨਹੀਂ। ਉਹ ਜੋ ਸਵਾਲ ਕਰਨਗੇ ਤੁਹਾਡਾ ਕੰਮ ਹੈ ਉਸ ਸਵਾਲ ਦਾ ਜਵਾਬ ਦੇਣਾ। ਤੇਰੀ ਯਾਰ ਮੈਨੂੰ ਤੇਰੀ ਗੱਲ ਹੈ ਯਾਰ, ਮੈਨੂੰ ਆਵਾਜ਼ ਨਹੀਂ ਸਹੀ ਆ ਰਹੀ। ਠੀਕ ਹੈ ਨਾ, ਯਾਰ ਦੇਖਿਆ ਤੁਸੀਂ ਪਟੜੀ ਦੀ ਉੱਚੇ ਆਪਣਾ ਅਸਲੀਅਤ ਥੋੜਾ ਯਾਰ, ਅਸਲੀਅਤ ਤੁਸੀਂ ਨਾ ਆਹਿਸਤਾ ਨਾ ਤੁਸੀਂ ਆਪਣੀ ਅਸਲੀਅਤ ਮੈਨੂੰ ਦਿਖਾ ਰਹੇ ਹੋ ਮੈਨੂੰ, ਕਿਉਂਕਿ ਮੈਂ ਤੁਹਾਡੀ ਅਸਲੀਅਤ ਜਿਹੜੀ ਹੈ ਨਾ ਮੈਂ ਜਾਣਦਾ ਹਾਂ। ਭਾਈ ਜੀ ਮੈਂ ਜੋ ਸੌਦਾ ਲੈਣਾ ਹੈ ਮੈਂ ਤੁਹਾਨੂੰ ਹੈ ਜੀ, ਮੈਨੂੰ ਉਹ ਸਾਹਮਣੇ ਸਾਰੇ ਮਿਊਟ ਲਓ ਯਾਰ, ਤੂੰ ਮਿਊਟ ਨਹੀਂ, ਨਾ ਮਿਊਟ ਨਹੀਂ। ਨਹੀਂ ਤੁਸੀਂ ਬੋਲੋ, ਤੁਹਾਨੂੰ ਨਹੀਂ ਕਹਿ ਰਿਹਾ ਮੈਂ, ਤੁਹਾਨੂੰ ਨਹੀਂ, ਮੈਂ ਉਹਨਾਂ ਨੂੰ ਮੁਸਲਮਾਨ ਭਾਈਆਂ ਨੂੰ ਕਹਿ ਰਿਹਾ ਸਾਰੇ ਮਿਊਟ ਲਾ ਲਓ। ਤੇ ਤੁਹਾਡਾ ਕਿਹੜਾ ਕੀ ਨਾਂ, ਤੁਹਾਨੂੰ ਮੈਂ ਕਿਹੜੇ ਨਾਂ ਤੋਂ ਮੁਖਾਤਬ? ਕੋਈ ਨਾਂ ਯਾਰ ਲਿਖਿਆ ਨਾ, ਯਾਰ ਲਿਖਿਆ ਤੇ ਪੜ੍ਹ ਲੈ। ਹੁਣ ਮੈਂ ਤੁਹਾਨੂੰ ਮੇਰਾ ਬਾਪ ਆਖਾਂ? ਅੱਛਾ ਚਲੋ ਤੁਸੀਂ ਨਾਂ ਵੀ ਛੋੜ ਦਿਓ, ਨਾਂ ਨੂੰ ਛੱਡੋ ਯਾਰ, ਤੁਸੀਂ ਨਾਂ 'ਚ ਕੀ ਲੈਣਾ? ਤੁਸੀਂ ਆਂਦੇ ਹੋ ਕਿ ਮੈਂ ਕੋਈ ਸਵਾਲ ਕਰਨਾ ਚਾਹੁੰਦਾ, ਤੁਸੀਂ ਕਰੋ ਸਵਾਲ। ਆਪਣਾ ਨਾਮ ਮਾੜਾ ਜਿਹਾ ਦੱਸ ਦਿਓ, ਅਹਿਮਦ ਮੁਹੰਮਦ ਕੁਝ ਵੀ ਕਹਿ ਦਿਓ, ਮੈਂ ਜੋ ਅਹਿਮਦ ਕਰ ਲਓ, ਜੋ ਵੀ ਕਰ ਲਓ। ਅਹਿਮਦ ਸਾਹਿਬ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਜਾਂ ਜਵਾਬ ਦੇਣਾ ਚਾਹੁੰਦੇ ਹੋ?
ਮੈਂ ਸਰ ਜੀ ਤੁਹਾਡੇ ਅੱਗੇ ਸਵਾਲ ਕਰਨਾ ਹੈ, ਮੈਨੂੰ ਉਹਦਾ ਤੁਸੀਂ ਜਵਾਬ ਦੇਣਾ ਹੈ। ਠੀਕ, ਕਰੋ ਸਵਾਲ। ਠੀਕ ਹੈ। ਮਿਊਟ ਰੱਖੋ, ਬਾਕੀ ਸਾਰੇ ਸਾਥੀ ਮਿਊਟ ਰੱਖੋ, ਕੋਈ ਨਾ ਬੰਦਾ। ਸਰ ਜੀ ਸਿੰਪਲ ਜਿਹਾ ਸਵਾਲ ਹੈ, ਕੋਈ ਦਾ ਉਹ ਮੁਸ਼ਕਲ ਤੇ ਕਿ ਹੈ ਕੋਈ ਨਹੀਂ। ਤੁਸੀਂ ਮੈਨੂੰ ਘੰਟਾ ਹੋਏਗਾ, ਕਦੇ ਮਿਰਜ਼ਾ ਸਾਹਿਬ ਵੱਲ ਲੈ ਜਾਂਦੇ ਹੋ, ਕਦੇ ਨਹੀਂ, ਉਹ ਮੈਂ ਬਿਜੀ ਸਾਂ ਤੇ ਉਹ ਤੁਹਾਡੇ ਨਾਲ ਲੱਗੇ ਸਨ, ਵੈਸੇ ਹੀ ਰੌਣਕ ਮੇਲਾ ਕੁਝ ਡਜ ਹੋਏ ਤੁਸੀਂ, ਤੇ ਮੈਂ ਤੁਹਾਡੇ ਤੋਂ ਉਮਰ 'ਚ ਵੱਡਾ ਵਾਂ, ਤੁਸੀਂ ਸਵਾਲ ਕਰੋ, ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਲੇਕਿਨ ਹੁਣ ਸਰ ਜੀ ਤੁਹਾਡੇ ਕੋਲ ਰਿਕੁਐਸਟ ਹੈ, ਠੀਕ ਹੈ, ਗਾਲੀ ਦੀ ਜ਼ਿਆਦਾ ਪਰਹੇਜ਼ ਕਰੀਓ, ਕਿਉਂਕਿ ਮੈਨੂੰ ਪਤਾ ਕਿ ਤੁਸੀਂ ਜਿਹੜਾ ਗਾਲੀ ਵੱਲ ਆਉਂਦੇ ਹੋ ਨਾ, ਸਾਨੂੰ ਯਾਰ ਬੜੀ ਤਕਲੀਫ ਅਹਿਮਦ ਸਾਹਿਬ ਜੀ ਸਰ। ਗਾਲੀ ਕਿਉਂ ਦੇਣੀ ਸਰ, ਲੇਕਿਨ ਤੁਸੀਂ ਇੱਕ ਸਵਾਲ ਕਰਨਾ ਹੈ, ਤੇ ਸਵਾਲ ਤੇ ਤੁਸੀਂ, ਮੈਨੂੰ ਨਹੀਂ ਪਤਾ ਹੁਣ ਕਿਹੜਾ ਕਰਨਾ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਮੁਸ਼ਕਲ ਸਵਾਲ ਕਰੋਗੇ। ਜਵਾਬ ਤੇ ਮੈਂ ਆਪਣੀ ਮਰਜ਼ੀ ਨਾਲ ਦੇਣਾ ਨਾ, ਜਵਾਬ ਮੈਂ ਤੁਹਾਡੀ ਮਰਜ਼ੀ ਨਾਲ ਦੇਣਾ। ਨਾ ਠੀਕ ਹੈ, ਜੋ ਜਿਸ ਦੀ ਤੁਹਾਨੂੰ ਸਮਝ ਆਉਣੀ ਹੈ ਤੁਸੀਂ ਉਹ ਹੀ ਦੇਣਾ ਨਾ। ਤੁਸੀਂ ਸਵਾਲ ਆਪਣਾ ਕਰਨ 'ਚ ਆਜ਼ਾਦ ਹੋ ਤੇ ਮੈਂ ਜਵਾਬ ਦੇਣ 'ਚ ਆਜ਼ਾਦ ਹਾਂ, ਤੁਸੀਂ ਔਖੇ ਤੋਂ ਔਖਾ ਸਵਾਲ ਕਰੋ। ਨਹੀਂ ਔਖਾ, ਮੈਂ ਤੇ ਅਨਪੜ੍ਹ ਹਾਂ, ਮੈਂ ਔਖਾ ਕੋਈ ਨਹੀਂ। ਜੋ ਮੇਰੇ ਜ਼ਿਹਨੀ ਸਵਾਲ ਆਇਆ ਨਾ, ਮੈਂ ਉਹ ਪੁੱਛਣਾ। ਮੈਂ ਤੁਹਾਡੇ ਕੋਲ ਪੁੱਛੋ। ਸਰ ਜੀ, ਇਹ ਮੁਸਲਮਾਨ ਦੀ ਤਾਰੀਫ ਕੀ ਆ? ਜਿਹੜਾ ਕੁਰਾਨ 'ਚੋਂ ਕੱਢ ਕੇ ਦੱਸ ਦਿਓ, ਕੋਈ ਹਦੀਸ 'ਚ ਕੱਢ ਕੇ ਦੱਸ ਦਿਓ ਕਿ ਮੁਸਲਮਾਨ ਕਿਸ ਨੂੰ ਕਹਿੰਦੇ ਨੇ, ਉਹਦੀ ਕੀ ਤਾਰੀਫ ਕੀ ਹੈ? एक सेकंड हो गया। अस्सलाम वालेकुम वरहमतुल्लाहि वबरकातुह। की हाल चाल है जी मुजाहिदो? रहमतुल्लाहि वबरकातुह। अच्छा भाईजान, साथी को आए ने लगता जमाते अहमदिया नाल तल्लक है जी, यह ना जिन्हें लिखा मेरा बाप जमाते अहमदिया तो हो जी? जी अल्लाह दे फजल नाल। हाँ जी, वो आमिर भाई नाल गल कर कहंदे जी अल्लाह दे फजल नाल। अच्छा ते तुसी की पुछ रहे सो कुरान पाक चों मुसलमान दी तारीफ दसनी? कुरान पाक जी कर दो या हदीस जी कट के दस दो कि मुसलमान दी तारीफ की है। अच्छा, तानू जमाते अहमदिया नु तुसी कबूल कीता, तानू नहीं किसे दसी जे कुरान पाक चों तारीफ मुसलमान? नहीं दसी। मैं तोड़े मुंह सुनना चाहना हूं। वाकई? हाँ, मैं तोड़ी तारीफ जड़ी है ना, तानू किसे ने नहीं दसी? नहीं दसी, इसे वजह तो तोड़े को आया। अच्छा, ते तुसी कुरान पाक दी तारीफ मान लैणगे? इंशाल्लाह मनांगे, कुरान पाक दी तारीफ मनांगे। अच्छा, कुरान पाक जो तानू तारीफ दसदा ही है ते फिर उस तारीफ नु मान लैणगे? इंशाल्लाह मनांगे। हदीस शरीफ तो चलो बाद च, कुरान पाक तो बाद च आएगा ना? हाँ ठीक है सही है। ठीक हो गया जी, पक्की गल है जी, मुकरदे तो नहीं आ? पक्की ना पक्की क्यों नहीं यार। चलो सुनो जी, फिर तारीफ तो सुना देने। अल्लाह ताला फरमाता है, सूरह बकरा है, कुलू आमन्ना बिल्लाहि वमा उनजिला इलैना वमा उनजिला इला इब्राहीम व इस्माईला व याकूबा वल अस्बाती वमा उतिया मूसा व ईसा वमा उतिया नबिय्युना मिर रब्बिहिम ला नुफर्रिकु बैना अहदिम मिनहुम व नहनु लहू मुस्लिमून। अच्छा। अल्लाह ताला फरमाता है, कह दीजिए कि हम ईमान लाए उस पर जो हमारी तरफ नाजल किया गया और जो इब्राहीम, इस्माइल, इसहाक, याकूब और उनकी औलाद अलैहिमुस्सलाम की तरफ उतारा गया और जो मूसा और ईसा अलैहिमुस्सलाम को दिया गया और जो दूसरे नबियों को उनके रब की तरफ से दिया गया। हम उनमें से किसी में फ़र्क नहीं करते और हम ही हैं मुसलमान। सही है, ठीक है। तो अल्लाह ताला ने मुसलमान की तारीफ ये बयान की कि जो नबी पाक सल्लल्लाहु अलैहि वसल्लम पर नाजल हुआ उस पर ईमान लाए और जो उससे पहले नबियों पर नाजल हुआ उस पर ईमान लाए, वो है मुसलमान। ठीक है जी, तारीफ ठीक है। मान ली आपने तारीफ? मेरी गल तो सुनो सर जी, मैं तुहानू पहले दिन दस्या, पहली दफा दस्या कि मैं ना अनपढ़ हाँ। एक तारीफ नबी करीम सल्लल्लाहु अलैहि वसल्लम, ठीक है, कोई गल उन्होंने कीती हुई है। नहीं, कुरान पाक वाली नहीं, तानू कुरान पाक वाली नहीं कबूल? नहीं, ਉਹ ਵੀ ठीक है। तो यार नबी नाले तुसी आंदे हो मैं अनपढ़ आ, नाले तुसी मैनू दस दिओ पहले ते अल्लाह दा कलाम है ना, उस तो बाद जो कुरान पाक जो ना लभेगी फिर असीं चलांगे ना नबी पाक सल्लल्लाहु अलैहि वसल्लम कोलों भी। हां, ते कुरान पाक दी क्यों नहीं मानदे? कुरान पाक दा की मसला तानू? मैं क्या कि ठीक है जी, तो अल्लाह ताला फरमा रहा है कि जेड़े, हाँ ठीक है, तुसी मान लिया। हुण अल्लाह ताला ने ऐ सानू दस दिता कि जेड़ा नबी पाक सल्लल्लाहु अलैहि वसल्लम ते नाज़िल हुआ उस पर जो ईमान लाए और जो उनसे पहले नबियों पर नाज़िल हुआ उस पर जो ईमान लाता है वो है मुस्लिम।
व नहनु लहु मुस्लिमून, और हम ही हैं मुसलमान। तो अल्लाह ताला ने अच्छा। मुसलमान के लफ्ज़ के साथ तारीफ बयान कर दी, ये तारीफ है। अब आप अच्छा, मुझे ठीक बताएं, हाँ। आप कहते हैं कि आपका ताल्लुक जमात अहमदिया से है, ठीक आप है। कहते हैं आपका ताल्लुक जमात अहमदिया से है, तो हाँ जो जी। मिर्ज़ा साहब पर नाजल हुआ उसको आप मानते हैं? ਉਹ ਫਿਰ ਯਾਰ ਤੁਸੀਂ ਮਿਰਜ਼ਾ ਸਾਹਿਬ ਦੇ ਪਿੱਛੇ ਯਾਰ ਕਿਉਂ ਜਾ ਕੇ ਚੁੱਪਦੇ ਹੋ ਯਾਰ? ਅੱਲਾਹ ਦਾ ਵਾਸਤਾ मैं मेरा चलो नहीं छुप नहीं छुप नहीं ठीक है, नहीं छुपते, नहीं छुपते। अब फिर ऐलान कर दें, ऐलान कर दें ना। अब मैं नहीं छुपता, आपने कहा कि ना छुपे, मैंने कहा जी ठीक है नहीं छुपते, मैंने आपकी बात मान ली। अब आप अगले की भी सुनेंगे ना, अपनी तो नहीं ना सुना। आप मुझे बता दें कि जो नबी पाक सल्लल्लाहु अलैहि वसल्लम पर नाजल हुआ और जो हाँ उससे जी। पहले नाजल हुआ, इसके अलावा किसी और किस्म के नाजल हुए कलाम को मानने वो कौन है? कोई नहीं है। अगर हूँ मैं देखो हूँ कोई चीज़ नहीं। ਅਸੀਂ ਗੱਲ ਸੁਣੋ, वो ਹੁਣ मुसलमान ਅਸੀਂ- है या नहीं है? नहीं है ठीक है ना। ਹੁਣ देखो ना नहीं, मैं बस ਇਹਨਾਂ ठीक, ਚੀਜ਼ਾਂ ਨੂੰ बहुत ਮੰਨ- मैं ना मेरी गल सुनो ना सर जी, मैं ना चीज़ां मान लेता, मैं मुसलमान हो गया कि कोई नहीं होया? मैं मुसलमान हो गया कि नहीं होया? ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨ ਲਓ ਤੇ ਬਿਲਕੁਲ ਤੁਸੀਂ ਮੁਸਲਮਾਨ ਹੋ। मैं मान लेता, फिर ਸਾਨੂੰ ਤੁਸੀਂ ਕਾਫਰ ਕਿਉਂ ਕਹਿੰਦੇ ਹੋ? ਤੁਸੀਂ ਇਹਨਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦੇ, ਕਿ ਕੋਈ ਇਲਾਮ ਨਹੀਂ ਮੰਨਦੇ? ਕਿਹੜੀਆਂ? ਮਸਲਨ ਤੁਸੀਂ ਡੰਡੀ ਮਾਰ ਰਹੇ ਹੋ ਨਾ। ਤੁਸੀਂ ਇਹਨਾਂ ਤੋਂ ਇਲਾਵਾ ਕੋਈ ਅੱਲਾ ਦਾ ਕਲਾਮ ਨਹੀਂ ਮੰਨਦੇ, ਯਾਨੀ ਜੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਨਾਜ਼ਲ ਹੋਇਆ ਤੇ ਜੋ ਉਹਨਾਂ ਤੋਂ ਪਹਿਲੇ ਨਬੀਆਂ ਤੇ ਨਾਜ਼ਲ ਹੋਇਆ, ਇਸ ਤੋਂ ਇਲਾਵਾ ਤੁਸੀਂ ਕੋਈ ਅੱਲਾ ਦਾ ਕਲਾਮ ਨਹੀਂ ਮੰਨਦੇ? ਯਾਰ ਦੱਸਿਆ ਜਿਹੜੀ ਤੂੰ ਐਸ ਮੈਨੂੰ ਆਇਤ ਪੜ੍ਹ ਕੇ ਦੱਸੀ ਹੈ, ਇਹਨੂੰ ਅਸੀਂ ਮੰਨਦੇ ਹਾਂ, ਲੇਕਿਨ ਮੰਨ ਕੇ ਅਸੀਂ ਹੁਣ ਮੁਸਲਮਾਨ ਹੋ ਗਏ, ਹੁਣ ਸਾਨੂੰ ਸਰਟੀਫਿਕੇਟ ਮਿਲ ਗਿਆ ਮੁਸਲਮਾਨ ਹੋਣ ਦਾ, ਕਿ ਹੱਲੀ ਨਹੀਂ ਮਿਲਿਆ? ਨਹੀਂ, ਉਹ ਅੱਲਾਹ ਤਾਲਾ ਫਰਮਾਂਦਾ ਨਾ ਕੁਰਾਨ ਪਾਕ ਦੇ ਵਿੱਚ ਕਿ ਇਹ ਮੁਸਲਮਾਨ ਹੋਣ ਤੋਂ ਬਾਅਦ ਵੀ ਇਸਲਾਮ ਤੋਂ ਨਿਕਲ ਗਏ ਨੇ। ਉਹ ਵੀ ਤੁਹਾਨੂੰ ਦੱਸਦੇ ਆ ਆਇਤ। ਅੱਛਾ, ਨਿਕਲ ਉਹ ਗਏ ਕਿਉਂ ਨਿਕਲ ਗਏ ਨੇ ਕਿ ਮੂੰਹ ਤੇ ਆਂਦੇ ਨੇ ਕਿ ਅਸੀਂ ਇਹਨਾਂ ਨੂੰ ਮੰਨਨੇ ਆ, ਲੇਕਿਨ ਠੀਕ ਹੈ। ਜਾਂਦੇ ਹੋਰ ਪਾਸੇ ਨੇ। ਮੂੰਹ ਤੁਸੀਂ ਜਿਸ ਤਰੀਕੇ ਕਹਿ ਰਹੇ ਹੋ ਕਿ ਅਸੀਂ ਮੰਨਨੇ ਆ, ਲੇਕਿਨ ਜਦੋਂ ਮੈਂ ਤੁਹਾਨੂੰ ਪੁੱਛਾਂ ਵੀ ਹਾਂ। ਤੁਸੀਂ ਕਿਹਾ ਇਸ ਤੋਂ ਇਲਾਵਾ ਵੀ ਕੋਈ ਅੱਲਾ ਦਾ ਕਲਾਮ ਮੰਨਦੇ ਹੋ ਕਿ ਨਹੀਂ ਮੰਨਦੇ, ਤੁਸੀਂ ਕੀ ਆਖਣਗੇ? ਤੁਸੀਂ ਆਖਣਾ ਜੀ ਮੈਂ ਇਹਨਾਂ ਤੋਂ ਇਲਾਵਾ ਵੀ ਮੰਨਦਾ। ਜਦੋਂ ਤੁਸੀਂ ਇਹਨਾਂ ਤੋਂ ਇਲਾਵਾ ਮੰਨਦੇ ਹੋ ਤੇ ਤੁਸੀਂ ਤਾਂ ਨਿਕਲ ਗਏ। ਅੱਛਾ ਠੀਕ ਹੈ। ਤੇ ਹਾਂਜੀ, ਜਾਂ ਤੇ ਇਨਕਾਰ ਕਰੋ ਇਸ ਤੋਂ ਇਲਾਵਾ ਦਾ, ਤਾਂ ਤੁਸੀਂ ਪੱਕੇ ਮੁਸਲਮਾਨ ਹੋ। ਨਹੀਂ ਇਹ ਜਿਹੜੇ ਮੁਸਲਮਾਨ ਨਹੀਂ ਦਾ ਬਿਸਮਿਲ੍ਲਾ। ਸਰਟੀਫਿਕੇਟ, ਮੇਰੀ ਗੱਲ ਸੁਣੋ ਨਾ, ਇਹ ਜਿਹੜੇ ਮੁਸਲਮਾਨ ਦਾ ਲਕਬ ਦੇਣਾ ਜਾਂ ਸਰਟੀਫਿਕੇਟ ਦੇਣਾ, ਇਹ ਦੱਸੋ ਇਹ ਕਿਸੇ ਬੰਦੇ ਦੇ ਇਖਤਿਆਰ ਵਿੱਚ ਹੈ? ਕਿਸੇ ਬੰਦੇ ਦੇ ਇਖਤਿਆਰ ਵਿੱਚ ਹੈ? ਅੱਲਾ ਨੇ ਦਿੱਤਾ ਨਾ, ਬੰਦੇ ਦੇ ਇਖਤਿਆਰ 'ਚ ਤਾਂ ਹੈ ਹੀ ਨਹੀਂ ਨਾ, ਅੱਲਾ ਨੇ ਦਿੱਤਾ। ਅੱਲਾ ਨੇ ਅਸੀਂ ਦੇਖੋ ਜੀ, ਅਸੀਂ ਮੰਨ ਲਿੱਤਾ ਹੈ ਕੁਰਾਨ ਕਰੀਮ ਦੀ ਜਿਹੜੀ ਤੁਸੀਂ ਮੰਨ ਲਿਆ ਨਾ, ਤਾਂ ਹੁਣ ਮੰਨੋ, ਫਿਰ ਇਕਰਾਰ ਕਰੋ ਕਿ ਮੁਸਲਮਾਨ ਜਿਹੜਾ ਹੈ ਉਹ ਉਹੀ ਆ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਜੋ ਨਾਜ਼ਲ ਹੋਇਆ ਤੇ ਜਿਹੜਾ ਉਹਨਾਂ ਤੋਂ ਪਹਿਲੇ ਨਬੀਆਂ ਤੇ ਨਾਜ਼ਲ ਹੋਇਆ, ਉਹੀ ਮੁਸਲਮਾਨ ਆ। ਇਸ ਤੋਂ ਇਲਾਵਾ ਕੋਈ ਹੋਰ ਉਰਾ ਪਰਾ ਜਾਵੇ ਤੇ ਉਹ ਮੁਸਲਮਾਨ ਨਹੀਂ। ਕਰੋ ਇਕਰਾਰ। ਉਰਾ ਪਰਾਂ ਆਉਣ ਦੀ ਜਿਹੜੀ ਗੱਲ ਹੈ ਨਾ, ਉਹ ਉਧਰ ਵੀ ਆਮਨੇ ਆ, ਲੇਕਿਨ ਉਧਰ ਹੁਣੇ ਆਉਣਾ ਪੈਣਾ ਨਾ, ਜਦੋਂ ਕੁਰਾਨ ਦੀ ਗੱਲ ਮੰਨਣੀ ਆ ਤਾਂ ਫਿਰ ਹੁਣੇ ਆਉਣਾ ਪੈਣਾ ਨਾ। ਮੰਨ ਲਈਏ ਨਾ ਮੂੰਹ ਦੱਸ ਯਾਰ, ਮੈਂ ਇਹਨਾਂ ਚੀਜ਼ਾਂ ਤੇ ਮੰਨਣਾ ਈਮਾਨ ਲਾਣਾ, ਲੇਕਿਨ ਦੱਸੋ ਮੈਂ ਹੁਣ ਮੁਸਲਮਾਨ ਹੋ ਗਿਆ ਕਿ ਨਹੀਂ ਹੋਇਆ? ਨਹੀਂ, ਜਦੋਂ ਤੁਸੀਂ ਇਕਰਾਰ ਕਰਨਗੇ ਹੋ ਕਿ ਮੈਂ ਇਹਨਾਂ ਤੋਂ ਇਲਾਵਾ ਕਿਸੇ ਕੋਈ ਕਲਾਮ ਅੱਲਾ ਦਾ ਨਹੀਂ ਮੰਨਦਾ, ਫਿਰ ਤੁਸੀਂ ਹੋਣਗੇ। ਜਦੋਂ ਤੁਸੀਂ ਇਹਨਾਂ ਦੇ ਨਾਲ ਵੀ ਮੰਨਣਗੇ ਤੇ ਅੱਲਾਹ ਤਾਲਾ ਕੁਰਾਨ ਦੇ ਵਿੱਚ ਹੀ ਫਰਮਾ ਰਿਹਾ ਨਾ ਕਿ ਮੂੰਹ ਭਲਾ ਕੀ ਕਹਿੰਦੇ ਨੇ। ਆ ਮੈਂ ਸੁਣ ਲਓ ਤੁਹਾਨੂੰ ਕੁਰਾਨ ਪਾਕ ਚ ਦੱਸ ਦਿੰਦਾ ਨਾ, ਸੁਣ ਲਓ। अल्लाह ताला फरमांदा अलम तरा इलल लजीना यज़उमूना अन्नहुम आमनु बिमा उनजिला इलैका वमा उनजिला मिन क़ब्लिका युरीदून अन यतहाकमू इलत तागूत। अल्लाह ताला फरमाता क्या तुमने नहीं देखा उन लोगों को, उन मर्दइयों को? हाँ जी, ये उन लोगों से मुराद मर्दई भी हैं क्योंकि ये उसी कैटेगरी में आते हैं। क्या तुम मर्दई दिखा शाबाश। चलो मैं तुहानू काट के बखाना। क्या तुम लोगों ने उन लोगों को नहीं देखा जो दावा करते हैं कि हम ईमान लाए? ठीक है, हुणे निकलने लगा ना मरज़ई, सुन तो लो ना, फिर ही मरज़ई निकलेगा ना। ठीक है। क्या तुमने नहीं देखा उन लोगों को जो दावा करते हैं कि हम ईमान लाए उस पर जो आप पर नाज़िल हुआ, यानी नबी पाक सल्लल्लाहु अलैहि वसल्लम पर, और जो आपसे पहले नाज़िल हुआ। युरीदूना अन यतहाकमू इलत तागूत, लेकिन करते क्या हैं? चाहते हैं कि वो किसी और को हकम बना लें, यानी इसके अलावा किसी और तरफ भागते हैं वो। वक़द उमिरू अन यकफुरू बिह, अल्लाह ताला फरमाता है जबकि मैंने इनको हुक्म किया है कि उसका तुमने इनकार करना है।
यानी जो नबी पाक सल्लल्लाहु अलैहि वसल्लम पर और उनसे पहले अंबिया पर नाज़िल हो, इसके अलावा का तुमने इनकार करना है, इसके अलावा कोई अल्लाह का कलाम नहीं है। तो अल्लाह ताला फरमाता है कि मैंने इनको हुक्म दिया है कि तुमने इनका इनकार करना है जो इसके अलावा इधर उधर जाते हैं। ठीक है, तो आप बताएं आप लोग उनमें शामिल हैं या नहीं हैं? जो मुंह से तो कहते हैं, जैसे भी आप कह रहे हैं कि हाँ हम इन पे मान लाते हैं, लेकिन साथ ही आप मिर्जा साहब की तरफ भी जाते हैं कि नहीं, उन पर भी कलाम नाज़िल हुआ। मेरा भाई गल सुन, अगर असी जाने ना जाने ਤੇ ਫਿਰ ਵੀ ਤੁਹਾਡੇ ਕੋਲ ਇਖਤਿਆਰ ਨਹੀਂ ਹੈ, ਫਿਰ ਵੀ ਤੁਹਾਡੇ ਕੋਲ ਇਖਤਿਆਰ ਨਹੀਂ ਹੈ ਕਿ ਤੁਸੀਂ ਕਿਸੇ ਨੂੰ आप बिल्कुल ठीक है जी, ਮੁਸਲਮਾਨ ਦਾ ਜਾਂ ਕਾਫਰ ਦਾ ਲਕਬ ਦਿਓ। ਇਹ ਨਬੀ ਸੱਲਮ ਨਾਮ ਹੀ ਕਿਹਾ ਸੀ। ਅੱਲਾਹ ਨੂੰ ਤੇ ਹੈ ਨਾ, ਅੱਲਾਹ ਨੂੰ ਤੇ ਹੈ ਨਾ ਇਖਤਿਆਰ, ਅੱਲਾਹ ਤਾਲਾ ਅੱਲਾਹ ਨੂੰ ਹੈ ਕਿ ਨਹੀਂ? ਅੱਲਾਹ ਤਾਲਾ ਨੂੰ ਹੈ ਨਾ। ਆ ਤੇ ਅੱਲਾਹ ਤਾਲਾ फरमा रहा है शैतान दी पैरवी करना, यतहाकमु इला तागूत, कि जो इधर उधर जाके किसी और को हकम बनाते हैं वो शैतान को हकम बनाते हैं। देखो अल्लाह ताला ने नबी करीम अल्लाह ताला तो है ना इख्तियार। गल सुनना यार, गल सुनना मेरी गल सुनना, मैं थोड़ा आसान लफ्ज़ां नाल दस कि नबी करीम सल्लल्लाहु अलैहि वसल्लम नूं भी इस अल्लाह ताला ने इजाज़त नहीं दी कि ये जेह्ड़े मूँह कहते हैं कि मैं मुसलमान हाँ, तो तुहाडे कोल इख्तियार नहीं है कि तुसी कहो नहीं तुसी मुसलमान नहीं हो जी, तुसी काफर हो। ठीक है, लेकिन दसो तुसी तुहाडे कोल केड़ा इख्तियार आ गया? नहीं तुसी झूठ बोल रहे हो, नाले आंदे हो मैं अनपढ़ हाँ। ए नबी पाक सल्लल्लाहु अलैहि वसल्लम ने नहीं फरमाया, अल्लाह ताला ने खुद नबी पाक सल्लल्लाहु अलैहि वसल्लम ने फरमाया कि इन्हां नूं काफिर कह, कुल या अय्युहल काफिरून, कह इनको है काफिरो। अल्लाह ताला ने तो खुद नबी पाक सल्लल्लाहु अलैहि वसल्लम को फरमाया। आप पता नहीं कहाँ साथ कहते हैं मैं अनपढ़ हूँ, साथ आप मुफस्सर भी बने हुए हैं। अल्लाह ताला ने कुरान पाक में खुद नबी पाक सल्लल्लाहु अलैहि वसल्लम को फरमाया कि तू इनको कह ए काफिरो। तो नबी पाक सल्लल्लाहु अलैहि वसल्लम ने तो कहा है काफिर लोगों को। तो आप मुझे आप बताएं कि जो अल्लाह ताला फरमाता है कि जो इधर उधर जाए कोई और अल्लाह का कलाम माने, अब आप फैसला कर लें कि आपने मिर्ज़ा साहब पर नाज़िल हुआ कलाम भी मानना है, तो अल्लाह ताला फरमाता है ये शैतान की पैरवी है, और अगर आप उसका इनकार करते हैं तो आप पक्के मुसलमान हैं। अब फैसला करें क्या करना है आपने। भाई ये तू मिर्ज़ा साहब ने विच लेके आना, क्यों असी बार बार तू मिर्ज़ा साहब ने विच लेके आना? मिर्ज़ा साहब ते साडा टॉपिक ही नहीं है। क्यों अल्लाह ने फरमाया है ना कि इधर उधर जाते हैं। मिर्ज़ा साहब चलो नाम नहीं लेते, कोई और आप इनके अलावा किसी और का कलाम, पट्टी पुट्टी की, दोस्त रेतर की शीशी, इस तरह के कलाम को आप अल्लाह का कलाम माने, तो आप अल्लाह ताला फरमाता है ये शैतान की पैरवी करना है। आप खुद गए, हम तो नहीं लेके गए ना आपको, आप रहें अल्लाह की बात पे, आप पक्के मुसलमान हैं। बताएं आप क्या फैसला करना है। लेकिन इंसान तुसी क्यों कहते हो काफर ने? हेलो, हम नहीं कह रहे, अल्लाह ताला कह रहा है, हमने तो नहीं कहा। नहीं नहीं ए जेह्ड़े तुसी आवाज़ नहीं आ रही? नहीं आवाज़ आ रही है थोड़ी। ए जेह्ड़े तुसी कानून बनाए ने, क्या किसी दा दीन दा या ईमान दा फैसला करना ये हुकूमतां दा काम है कि ये जी है काफर है? वो बाद च गल करांगे, वो ये टॉपिक नहीं है, वो बाद च गल करदे हैं। पहले आए तो फैसला कर लो ना भी तुसी है कौन हो, तुसी कुरान दी मनन वाले हो या उरा परां जाण वाले हो। पहले आए तो फैसला करो ना। ਅਸੀਂ ਕੁਰਾਨ ਪਾਕ ਦੀ ਮੰਨਦੇ हुकूमतां दे बाद चो करदे हम हुकूमतां ने की कीता। ਅਸੀਂ ਕੁਰਾਨ ते फिर बिस्मिल्लाह करो, ऐलान करो कि जेड़ा ऐलान करो फिर अज इत्थे कि जेड़ा नबी पाक सल्लल्लाहु अलैहि वसल्लम ते नाज़िल होया कलाम ते उन्हां तो पहले पैगंबरां ते नाज़िल होया, उस तो इलावा कोई जेड़ा कलाम मन्ने वो शैतान दी पैरवी कर रहा वे, ए अल्लाह ताला दा हुक्म है कुरान पाक। आखो मैं भी आई मान किताब नाज़िल होई है, ਅਸੀਂ ਉਹਨੂੰ ਮੰਨਦੇ ਹੋਈਏ, ਫਿਰ ਤੂੰ ਗੱਲ ਕਰੇ ਨਾ। ਜਦ ਉਸ ਤੋਂ ਇਲਾਵਾ ਹੋਰ ਕੋਈ किताब नाज़िल होई नहीं। नहीं किसी और नूं, किसी होर नूं, इन्हां दोवां तो इलावा किसी होर नूं जेड़ा अपना हकम मन्ने, जेड़ा कह रहे किसी और नूं यतहाकमु इला तागूत। हाँ, जेड़ा इन्हां तो इलावा जो नबी पाक सल्लल्लाहु अलैहि वसल्लम ते नाज़िल होया ते उस तो इलावा पहले अंबिया ते नाज़िल, इस तो इलावा किसी कलाम नूं कोई हकम मन्ने, ऐ नहीं क्या भी किताब नाज़िल होई कि नहीं, कोई कलाम भावें एक कलाम ही होए उन्होंने कोई हकम मान लै कि ऐ भाई मैं ते मान लैना, वो भी ऐसे कैटेगरी च किताबां दा नहीं लिखिया होया इत्थे। तुसी ऐ मानदे हो अल्लाह दा कलाम है, ऐ पट्टी पुट्टी गई, दोस्त रेतर की शीशी, पेट फट गया, मुंह काले, इनू मानदे हो अल्लाह दा कलाम? नहीं असीं नहीं मानदे, नहीं मानदे। बड़ी मेहरबानी। ऐ मिर्जा साहब ने आख्या मेरे रब ने इल्हाम कीते ने, पट्टी पुट्टी गई, दोस्त रेतर की शीशी, पेट फट गया, मुंह काले,
वल्ला वल्ला सीधा होया, वल्ला बीमार, बहुत ही चीखे मारता है, लाहौर में एक बेशरम है, ये लानत अभी वजीराबाद में बरसी है। मिर्जा साहब आंदे ने खुदा दा कलाम है जेड़ा मेरे ते नाज़िल होया। यार तुसी बार-बार मिर्जा साहब ਨੂੰ ਵਿੱਚ ਕਿਉਂ ਲੈ ਕੇ ਆਉਂਦੇ ਹੋ? ਮੇਰਾ ਮੁਤਾਬਕ ਨਹੀਂ ਹੈ। ਹੁਣ ਇਸ ਵਜ੍ਹਾ ਤੋਂ ਲੈ ਕੇ ਆਨੇ ਆ ਕਿ ਅੱਲਾਹ ਤਾਲਾ ਫਰਮਾਂਦਾ, ਇਸ ਵਜ੍ਹਾ ਤੋਂ ਲੈ ਕੇ ਆਨੇ ਕਿ ਤੁਸੀਂ ਕੁਰਾਨ ਤੋਂ ਹਟ ਕੇ ਤੇ ਉਰਾਂ ਪਰਾਂ ਗਏ ਹੋ ਨਾ, ਤਾਂ ਲੈ ਕੇ ਆਨੇ। ਨਹੀਂ ਗਏ ਤਾਂ ਤੁਸੀਂ ਇਨਕਾਰ ਕਰ ਦਿਓ ਵੀ ਮੈਂ ਨਹੀਂ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ, ਮੈਂ ਉਹਨਾਂ ਦੇ ਕਲਾਮ ਨੂੰ ਵੀ ਨਹੀਂ ਮੰਨਦਾ, ਫਿਰ ਮੈਂ ਅਸੀਂ ਕਿਉਂ ਜਾਣਾ ਉਧਰ? ਯਾਰ ਤੂੰ ਮਿਰਜ਼ਾ ਸਾਹਿਬ ਨੂੰ ਵਿੱਚ ਨਾ ਲੈ ਕੇ ਆਣਾ। ਮੈਂ ਜੋ ਤੂੰ ਕੁਰਾਨ ਕਰੀਮ ਦੀ ਆਇਤ ਪੜ੍ਹੀ ਹੈ ਨਾ, ਹਾਂ, ਤੇ ਕੁਰਾਨ ਪਾਕ 'ਚ ਅੱਲਾਹ ਤਾਲਾ ਕਹਿੰਦਾ ਨਾ ਜਿਹੜਾ ਉਰਾਂ ਪਰਾਂ ਜਾਏ, ਇਹ ਦੋ ਕਿਸਮ ਦੇ ਜਿਹੜੇ ਅੱਲਾਹ ਤਾਲਾ ਨੇ ਕਲਾਮ ਨਾਜ਼ਲ ਕੀਤੇ ਨੇ ਨਾ, ਇੱਕ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਇੱਕ ਪਹਿਲੇ ਅੰਬੀਆ। ਇਹ ਤੋਂ ਇਲਾਵਾ ਜਿਹੜਾ ਉਰਾਂ ਪਰਾਂ ਜਾਏ, ਅੱਲਾਹ ਤਾਲਾ ਫਰਮਾਂਦਾ ਕਿ ਉਹ ਸ਼ੈਤਾਨ ਦੀ ਪੈਰਵੀ ਕਰਦਾ। ਹੁਣ ਤੁਸੀਂ ਇਨਕਾਰ ਵੀ ਨਹੀਂ ਕਰ ਰਹੇ ਤੇ ਨਾਂ ਲੈਣਾ, ਤੁਸੀਂ ਇਹਦਾ ਨਾਂ ਨਾ ਲਓ। ਉਰਾਂ ਪਰਾਂ ਦੀ ਕੀ ਮੁਰਾਦ ਹੈ ਤੁਹਾਡੀ? ਬੇਕ ਤੋਂ ਹਟ ਕੇ ਕਿਸੇ ਹੋਰ ਦੇ ਕਲਾਮ ਨੂੰ ਵੀ ਮੰਨੇ ਆਖਿਆ ਲਾਹੌਰ में एक बेशरम है ते पट्टी पुट्टी की दोस्त रहते की शीशिया भी खुदा दा कलाम है भाई। वो कलाम नहीं आंदा, ठीक है ना, वो किताब आंदी है एक आम जेड़ा, वो तुसी भी लिख सकते हो, कोई और बंदा पढ़ा लिखिया है वो भी लिख सकता है। वो नहीं साडी अपनी लिखी हुई गल नहीं, वो ईमान अपनी लिखी हुई गल नहीं, ईमान लियावन वास्ते किताब नहीं वो तो मैं भी लिख, ठीक है ना, वो तो मैं भी लिख सकदा। वो गल मैं वो मैं गल ताडी मान लई है, वो ताडी गल ठीक है, वो मैं भी लिख दियां तो कोई मसला नहीं। ਜਿਹੜਾ ਬੰਦਾ ਇਹ ਕਹੇ ਕਿ ਖੁਦਾ ਦੀ ਤਰਫੋਂ ਨਾਜ਼ਲ ਹੋਇਆ ਕਲਾਮ ਮੇਰੇ ਤੇ, ਉਹਦੀ ਗੱਲ ਕਰ ਰਹੇ। ਯਾਰ ਮੇਰੀ ਗੱਲ ਹੈ, ਅਸੀਂ ਮਿਰਜ਼ਾ ਸਾਹਿਬ ਨੂੰ ਮੰਨ ਲਿੱਤਾ ਹੈ, ਉਹ ਜਿਸ ਤਰ੍ਹਾਂ ਦਾ ਵੀ ਹੈ ਨੇ, ਤੁਸੀਂ ਮਿਰਜ਼ਾ ਸਾਹਿਬ ਨੂੰ ਵਿੱਚ ਲੈ ਕੇ ਨਾ ਆਵੋ। ਕਿਉਂ? ਇਸ ਵਜ੍ਹਾ ਤੋਂ ਵੇਖੋ, ਤੁਹਾਡਾ ਨਾਂ ਕੀ ਹੈਗਾ? ਨਾਂ ਵੀ ਨਹੀਂ ਦੱਸਿਆ ਤੁਸੀਂ। ਇਸ ਵਜ੍ਹਾ ਤੋਂ ਤੁਹਾਨੂੰ ਦੱਸ ਰਹੇ ਹਾਂ ਕਿ ਅੱਲਾਹ ਤਾਲਾ ਫਰਮਾਂਦਾ ਕਿ ਜਦੋਂ ਤੁਸੀਂ ਉਰਾਂ ਪਰਾਂ ਜਾਣਗੇ ਨਾ, ਤੁਸੀਂ ਸ਼ੈਤਾਨ ਦੀ ਪੈਰਵੀ ਕਰ ਰਹੇ ਹੋ। ਹੁਣ ਤੁਸੀਂ ਆਂਦੇ ਹੋ ਅਸੀਂ ਮਿਰਜ਼ਾ ਸਾਹਿਬ ਨੂੰ ਮੰਨ ਲਿਆ, ਅੱਲਾਹ ਤਾਲਾ ਆਂਦਾ ਜਿਹੜਾ ਇਸ ਤੋਂ ਇਲਾਵਾ ਕਿਸੇ ਨੂੰ ਮੰਨੇ ਤੇ ਉਹ ਤੇ ਸ਼ੈਤਾਨ ਦੀ ਪੈਰਵੀ ਹੈ। ਯਾਨੀ ਕਿ ਮਿਰਜ਼ਾ ਸਾਹਿਬ ਨੂੰ ਦੇਖੋ ਨਾ, ਅਸੀਂ ਤੁਹਾਡੇ ਲਫ਼ਜ਼ਾਂ 'ਚ ਮੰਨਣੇ ਆ ਇਮਾਮ ਜਾਂ ਨਬੀ ਜਾਂ ਰਸੂਲ, ਠੀਕ ਐਸੇ ਤਰ੍ਹਾਂ ਹੀ ਹੈ ਨਾ। ਇਹੀ ਤੁਹਾਡਾ ਮਕਸਦ ਹੈ? ਸਾਡੇ ਲਫ਼ਜ਼ਾਂ 'ਚ ਨਹੀਂ, ਤੁਸੀਂ ਆਪਣੇ ਲਫ਼ਜ਼ਾਂ 'ਚ ਮੰਨਦੇ ਹੋ, ਅਸੀਂ ਤੇ ਨਹੀਂ ਤੁਹਾਨੂੰ ਕਿਹਾ ਮੰਨੋ। ਬਿਲਕੁਲ ਅਸੀਂ ਮੰਨਣੇ ਆ। ਤੁਹਾਡਾ ਮਕਸਦ ਹੈ ਕਿ ਅਸੀਂ ਇਹ ਮਿਰਜ਼ਾ ਸਾਹਿਬ ਨੂੰ ਨਾ ਮੰਨੀਏ ਚੀਜ਼ਾਂ ਤੇ ਅਸੀਂ ਮੁਸਲਮਾਨ ਹਾਂ, ਇਸੇ ਤਰ੍ਹਾਂ ਹੀ ਹੈ। ਸਾਡਾ ਮਕਸਦ ਨਹੀਂ, ਸਾਡਾ ਨਹੀਂ ਮਕਸਦ, ਨਾ ਗਲਤ ਗੱਲ ਨਾ ਕਰੋ, ਸਾਡਾ ਮਕਸਦ ਨਹੀਂ। ਅੱਲਾਹ ਤਾਲਾ ਫਰਮਾ ਰਿਹਾ ਕੁਰਾਨ ਪਾਕ 'ਚ। ਨਹੀਂ ਚਲੋ ਅੱਲਾਹ ਤਾਲਾ ਫਰਮਾ ਰਿਹਾ ਹੈ, ਲੇਕਿਨ ਤੁਸੀਂ ਵੀ ਜਦੋਂ ਮਕਸਦ ਇਹ ਵੀ ਕੱਢ ਦਿੰਦਾ ਕਿ ਜੀ ਮਿਰਜ਼ਾ ਸਾਹਿਬ ਨੂੰ ਛੱਡ ਦਿਓ ਤੇ ਤੁਸੀਂ ਪੱਕੇ ਮੁਸਲਮਾਨ ਹੋ। ਇੱਧਰ ਉੱਧਰ ਵਿੱਚ ਇਹ ਹੀ ਆ ਰਹੇ, ਮਿਰਜ਼ਾ ਸਾਹਿਬ ਹੀ ਆ ਰਹੇ ਨਾ। ਅਸੀਂ ਨਹੀਂ ਨਾ ਮਕਸਦ ਕੱਢ ਰਿਹਾ, ਫਿਰ ਤੁਸੀਂ ਆਖ ਰਹੇ ਹੋ ਅਸੀਂ ਮਕਸਦ, ਅਸੀਂ ਨਹੀਂ ਨਾ ਕੱਢ ਰਿਹਾ। ਨਹੀਂ ਫਿਰ ਕੀ ਅਸੀਂ ਨਹੀਂ ਕੱਢ ਰਹੇ ਬਜ਼ੁਰਗੋ, ਇਹ ਅੱਲਾਹ ਤਾਲਾ ਨੇ ਕੁਰਾਨ ਪਾਕ 'ਚ ਫਰਮਾਇਆ, ਅਸੀਂ ਨਹੀਂ ਕੱਢ ਰਹੇ। ਜੀ ਮੇਰੀ ਗੱਲ ਹੈ, ਤੁਸੀਂ ਬਾਰ-ਬਾਰ ਮਿਰਜ਼ਾ ਸਾਹਿਬ ਦਾ ਮੈਨੂੰ ਹਵਾਲਾ ਭੇਜ ਦਿੰਦੇ ਹੋ, ਤੇ ਇਹਦਾ ਮਤਲਬ ਤੁਸੀਂ ਮਿਰਜ਼ਾ ਸਾਹਿਬ ਨੂੰ ਵਿੱਚ ਲਿਆ ਰਹੇ ਹੋ ਕਿ ਤੁਸੀਂ ਮਿਰਜ਼ਾ ਸਾਹਿਬ ਤੇ ਇਮਾਨ। ਅੱਛਾ, ਮਤਲਬ ਤੁਸੀਂ ਫਿਰ ਮੰਨਿਆ ਕਿਉਂ ਜੇ? ਤੁਸੀਂ ਜੇ ਮੰਨਿਆ, ਤੁਸੀਂ ਨਾਲੇ ਆਖੀ ਜਾਂਦੇ ਹੋ ਅਸੀਂ ਮੰਨ ਲਿਆਂਦਾ, ਫਿਰ ਅਸੀਂ ਤੁਹਾਨੂੰ ਪੁੱਛਣਾ ਨਹੀਂ ਵੀ ਦੋ ਅੱਲਾਹ ਆਂਦਾ ਐਸ ਦੋ ਤਰ੍ਹਾਂ ਦੇ ਕਲਾਮ ਤੋਂ ਉਰਾਂ ਪਰਾਂ ਜਿਹੜਾ ਜਾਏ ਸ਼ੈਤਾਨ ਦੀ ਪੈਰਵੀ, ਤੇ ਅਸੀਂ ਤੁਹਾਨੂੰ ਪੁੱਛਣਾ ਨਹੀਂ ਵੀ ਫਿਰ ਮਿਰਜ਼ਾ ਸਾਹਿਬ ਨੂੰ ਕਿਉਂ ਮੰਨਿਆ ਜੇ? ਯਾਰ ਉਹ ਤੁਹਾਡਾ ਕੰਮ ਹੈ ਨਹੀਂ, ਅਸੀਂ ਤੁਹਾਨੂੰ ਦੱਸਿਆ ਨਾ ਕਿ ਨਾਲੇ ਤੁਸੀਂ ਮਿਰਜ਼ਾ ਸਾਹਿਬ ਨੂੰ ਵੀ ਮੰਨਦੇ ਹੋ ਇੱਥੋਂ ਹਟ ਕੇ, ਨਾਲੇ ਆਂਦੇ ਹੋ ਸਾਨੂੰ ਮੁਸਲਮਾਨ ਵੀ ਕਹੋ। ਮੈਂ ਤੇ ਉਹ ਹੀ ਕਹਿ ਰਿਹਾ, ਮੁਸਲਮਾਨ ਦਾ ਜਿਹੜਾ ਲਕਬ ਹੁੰਦਾ ਹੈ, ਜਿਹੜਾ ਸਰਟੀਫਿਕੇਟ ਹੁੰਦਾ ਹੈ, ਉਹ ਤੁਸੀਂ ਦੇਣਾ ਹੈ, ਗੌਰਮੈਂਟ ਆਫ ਪਾਕਿਸਤਾਨ ਨੇ ਦੇਣਾ ਹੈ ਜਾਂ ਕਿਸ ਨੇ ਦੇਣਾ ਹੈ? ਉਹ ਤੇ ਅੱਲਾਹ ਨੇ ਦੇ ਦਿੱਤਾ, ਉਹੀ ਤਾਂ ਤੁਹਾਨੂੰ ਮੈਂ ਸਮਝਾਈ ਜਾਂਦਾ। ਮੈਂ ਕੋਈ ਫਾਰਸੀ ਤੇ ਨਹੀਂ ਪੜ੍ਹ ਰਿਹਾ ਵੀ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ। ਉਹ ਅੱਲਾਹ ਤਾਲਾ ਨੇ ਦੱਸਿਆ ਕਿ ਮੁਸਲਮਾਨ ਕੌਣ ਨੇ। ਹੁਣ ਤੁਸੀਂ ਉਸ ਗੱਲ ਤੇ ਆ ਨਹੀਂ ਰਹੇ, ਤੁਸੀਂ ਆਂਦੇ ਹੋ ਨਾਲ ਅਸੀਂ ਮਿਰਜ਼ਾ ਸਾਹਿਬ ਨੂੰ ਵੀ ਮੰਨਣਾ। ਉਹ ਮੈਂ ਅੱਛਾ ਵਿੱਚ ਨਾਲ ਮਿਰਜ਼ਾ ਸਾਹਿਬ ਨੂੰ ਵੀ ਤਾਂ ਮਨਾ ਰਹੇ ਹੋ ਨਾ, ਰੌਲਾ ਇਹ ਹੈ ਨਾ ਗੱਲ ਤੁਹਾਡਾ। ਮੈਂ ਤੁਹਾਡਾ ਸਮਝਦਾ ਕਿ ਤੁਸੀਂ ਅਸਲ 'ਚ ਜਿਹੜਾ ਮੈਨੂੰ ਸਮਝਾਉਣਾ ਚਾਹੁੰਦੇ ਹੋ ਨਾ ਜਾਂ ਕਹਿਣਾ ਚਾਹ ਰਹੇ ਹੋ, ਉਹ ਇਹ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਮੰਨਣਾ ਛੱਡ ਦਿਓ ਤੇ ਫਿਰ ਤੁਸੀਂ ਸਹੀ ਮੁਸਲਮਾਨ ਹੋ। ਇਹੀ ਤੁਹਾਡਾ ਮਕਸਦ ਹੈ ਨਾ, ਉਂਝ ਨਹੀਂ ਤੁਸੀਂ ਮੁਸਲਮਾਨ। ਇਹੀ ਹੈ ਨਾ ਤੁਹਾਡਾ ਮਕਸਦ। ਇਹ ਅੱਲਾਹ ਤਾਲਾ ਫਰਮਾ ਰਿਹਾ ਨਾ, ਤਾਂ ਮੈਂ ਤੁਹਾਨੂੰ ਕਹਿ ਰਿਹਾ। ਅੱਲਾਹ ਤਾਲਾ ਫਰਮਾਇਆ ਤਾਂ ਤੁਹਾਨੂੰ ਕਹਿ ਰਿਹਾ ਨਾ। ਜੋ ਤੁਸੀਂ ਅੱਲਾਹ ਤਾਲਾ ਫਰਮਾਇਆ ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ ਜੀ। ਨਹੀਂ ਮੈਂ ਤੁਹਾਡੇ ਪੁੱਛਿਆ ਜੋ ਤੁਸੀਂ ਤਸ਼ਰੀਹ, ਮੈਂ ਤਾਂ ਨਹੀਂ ਤਸ਼ਰੀਹ ਕਰ ਰਿਹਾ, ਇਹ ਤੇ ਅੱਲਾਹ ਤਾਲਾ ਦਾ ਸਿੱਧਾ ਫਰਮਾਨ ਆ। ਅੱਛਾ ਚਲੋ ਹਾਂ ਬਿਲਕੁਲ, ਤੁਸੀਂ ਮਿਰਜ਼ਾ ਸਾਹਿਬ ਨੂੰ ਜਿੰਨੀ ਦੇਰ ਮੰਨਣਗੇ ਹੋ ਤੇ ਤੁਸੀਂ ਮੁਸਲਮਾਨ ਨਹੀਂ ਹੋ ਸਕਦੇ, ਕਿਉਂਕਿ ਤੁਸੀਂ ਇੱਕ ਨਵਾਂ ਕਲਾਮ ਮੰਨ ਲਿਆ, ਨਵਾਂ ਇਲਹਾਮ ਮੰਨ ਲਿਆ। ਤੁਸੀਂ ਅਸਲ ਜੋ ਮੈਨੂੰ ਸਮਝਾਉਣਾ ਚਾਹ ਰਹੇ ਹੋ, ਮੁਸਲਮਾਨ ਹੋ ਸਕਦੇ ਨਾ ਉਹ ਆ ਗਈ ਨਾ ਗੱਲ। ਅਸਲ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਉਹ ਮਿਰਜ਼ਾ ਸਾਹਿਬ ਨੇ, ਯਾਨੀ ਕਿ ਤੁਸੀਂ ਇੱਕ ਲਫ਼ਜ਼ਾਂ 'ਚ ਨਬੀ ਨੂੰ ਬੰਦ ਕਰ ਰਹੇ ਹੋ ਕਿ ਨਬੀ ਨਬੂਵਤ ਬੰਦ ਹੈ, ਠੀਕ ਹੈ। ਇਹ ਗੱਲ ਹੈ ਨਾ ਕਿ ਨਬੀ ਨਹੀਂ ਆ ਸਕਦਾ, ਠੀਕ ਹੈ। ਜਿਹੜਾ ਵੀ ਨਬੀ ਨੂੰ ਮੰਨੇਗਾ, ਚਲੋ ਫਿਰ ਉਧਰ ਚਲੇ ਗਏ ਹੋ।
ਫਿਰ ਪਤਾ ਨਹੀਂ ਤੁਸੀਂ ਕਿਹੜੇ ਪਾਸੇ ਟੁਰ ਪਏ ਹੋ। ਨਾ ਅੱਛਾ ਤੁਸੀਂ ਮੈਨੂੰ ਇਹ ਗੱਲ ਦੱਸੋ, ਇਹ ਗੱਲ ਦੱਸੋ ਹੁਣ ਮੈਨੂੰ ਗੱਲ ਦੱਸੋ। ਹੁਣ ਤੁਸੀਂ ਮੇਰੇ ਕੋਲ ਪੁੱਛ ਰਿਹਾ ਨਾ ਇੰਨਾ, ਮੇਰੀ ਗੱਲ ਤਾਂ ਤੁਸੀਂ ਮੰਨੀ ਨਹੀਂ, ਮੈਂ ਤੁਹਾਡੀ ਮੰਨ ਲੈਣਾ। ਹੁਣ ਜਿਹੜਾ बंदा आखे कि लाहौर में एक बेशरम है, ये लानत अभी वजीराबाद में बरसी है, मुंह काले, पट्टी पुट्टी की, पेट फट गया, खुदा दा कलाम है, वो बंदा मुसलमान है या की है ਤੁਹਾਡੇ ਨਜ਼ਦੀਕ? ਭਾਈ ਜੀ ਮੈਂ ਤੈਨੂੰ ਦੱਸਿਆ ਯਾਰ, ਮੈਂ ਕਿਤਾਬਾਂ ਨਹੀਂ ਪੜ੍ਹੀਆਂ। ਤੂੰ ਮਿਰਜ਼ਾ ਸਾਹਿਬ ਦੇ ਜੋ ਨਹੀਂ ਕਿਤਾਬਾਂ ਨੇ, ਮੈਂ ਨਾਂ ਹੀ ਨਹੀਂ ਲਿਆ ਮਿਰਜ਼ਾ ਸਾਹਿਬ ਦਾ। ਮੈਂ ਤੁਹਾਨੂੰ ਕਹਿ ਰਿਹਾ ਭਾਈ, ਮੈਂ ਮਿਰਜ਼ਾ ਸਾਹਿਬ ਦਾ ਨਾਂ ਹੀ ਨਹੀਂ ਲਿਆ। ਮੈਂ ਤੁਹਾਡੇ ਕੋਲ ਮਸਲਾ ਪੁੱਛ ਰਿਹਾ ਕਿ ਜਿਹੜਾ ਬੰਦਾ ਆਖੇ ਕਿ ਇਹ पट्टी पुट्टी गई, दोस्त रेतर की शीशी, पेट फट गया, मुंह काले, ए अल्लाह दा कलाम है, वो बंदा मुसलमान है या काफिर है? नहीं देखो मैंने पता है थोड़े ਇਹਦੇ ਨਾ ਕਿ एक जोड़ ਜਿਹੜੇ ਨਾ ਉਹ ਮਿਰਜ਼ਾ ਸਾਹਿਬ ਹੀ ਨੇ। ਠੀਕ ਹੈ, ਮਿਰਜ਼ਾ ਸਾਹਿਬ ਸੁਬਹ ਉੱਠਦੇ ਹੋ ਤੇ ਮਿਰਜ਼ਾ ਸਾਹਿਬ, ਰਾਤੀ ਸੌਂਦੇ ਹੋ ਤੇ ਮਿਰਜ਼ਾ ਸਾਹਿਬ। ਮੈਨੂੰ ਪਤਾ ਹੈ ਤੂੰ ਮਿਰਜ਼ਾ ਸਾਹਿਬ ਹੀ ਲੈ ਰਹੇ ਹੋ ਨਾ। ਮੈਨੂੰ ਇਹ ਦੱਸੋ ਕਿ ਮਿਰਜ਼ਾ ਸਾਹਿਬ ਅੱਛਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਇਹ ਮੰਨ ਲਈਏ ਕਿ ਇਹ ਪੱਟੀ ਪੁੱਟੀ ਗਈ, ਦੋਸਤ ਰੇਤਰ ਕੀ ਸ਼ੀਸ਼ੀ ਹੈ, ਖੁਦਾ ਦਾ ਕਲਾਮ ਹੈ, ਫਿਰ ਠੀਕ ਹੈ, ਇਹ ਮੰਨ ਲਈਏ। ਇਹ ਚਾਹੁੰਦੇ ਹੋ ਤੁਸੀਂ? ਮੈਂ ਨਹੀਂ ਮੰਨਦਾ। ਜੇ ਅਗਰ ਕੁਰਾਨ ਤੁਸੀਂ ਇਹਨੂੰ ਖੁਦਾ ਦਾ ਕਲਾਮ ਨਹੀਂ ਮੰਨਦੇ? ਅਗਰ ਤੇ ਕੁਰਾਨ ਕਰੀਮ ਜਾਂ ਜਿਹੜੇ ਲਫ਼ਜ਼ ਜਿਹੜੇ ਤੁਸੀਂ ਮੈਨੂੰ ਦੱਸਦੇ ਹੋ ਪਏ ਅਗਰ ਹੈ ਨੇ, ਇਹਨਾਂ ਦੇ ਚੀਜ਼ਾਂ ਈਮਾਨ ਲਿਆਉਂਦੇ ਹੋ ਤੁਸੀਂ। ਅਗਰ ਤੁਸੀਂ ਈਮਾਨ ਲਿਆਂਦਾ ਤੁਸੀਂ ਪਹਿਲੇ ਤੁਸੀਂ ਲਿਆਉਣਾ, ਅਸੀਂ ਤਾਂ ਜੀ ਮੁਸਲਮਾਨ ਹੋਏ ਨਹੀਂ ਨਾ। ਤਾਂ ਕੁਰਾਨ ਦੇ ਵਿੱਚ ਇਹ ਆ ਕਿ ਲਾਹੌਰ में एक बेशरम है, ना कुरान ਦੇ ਵਿੱਚ ਇਹ ਆ ਕਿ ये लानत अभी वजीराबाद में बरसी है, ना लाहौर च पट्टी पुट्टी गई है, ना लाहौर सॉरी कुरान पाक च दोस्त रेतर की शीशी, कुछ भी नहीं है कुरान पाक। ਆਇਸ਼ਾ ਦਾ ਆ ਰਹੇ ਹੋ ਨਾ ਆਪਣੀ ਅਸਲੀਅਤ ਹੀ, ਇਹ ਗੱਲ ਨਹੀਂ ਆ ਚੰਗੀ। ਆਇਸ਼ਾ ਦਾ ਤੁਸੀਂ ਨਾ, ਇਹ ਅਸਲੀਅਤ ਵਾਲੀ ਕਿਹੜੀ ਗੱਲ ਆ ਬਈ? ਗੱਲ ਸੁਣੋ, ਤੁਸੀਂ ਇਹ ਗਲਤ ਗੱਲ ਕਿਉਂ ਕਰ ਰਹੇ ਹੋ? ਨਹੀਂ ਗਲਤ ਗੱਲ ਕਿਉਂ ਕਰ ਰਹੇ ਹੋ ਨਾ? ਵੇਖੋ ਤੁਹਾਡੇ ਮਿਰਜ਼ਾ ਸਾਹਿਬ ਆਂਦੇ ਨੇ ਖੁਦਾ ਦਾ ਕਲਾਮ ਹੈ, ਮੈਂ ਤੁਹਾਨੂੰ ਆਨਾ ਵੀ ਇਹ ਖੁਦਾ ਦਾ ਕਲਾਮ ਮੰਨਦੇ ਹੋ ਕਿ ਨਹੀਂ ਮੰਨਦੇ? ਤੁਸੀਂ ਆਂਦੇ ਹੋ ਕਿ ਅਸਲੀਅਤ ਤੇ ਆ ਰਹੇ ਆ ਵੀ ਮੈਂ ਕੀ ਗਲਤੀ ਕੀਤੀ ਹੈ? ਯਾਰ ਇਹ ਜਿਹੜੀਆਂ ਤੂੰ ਅੱਤਰ ਸ਼ੀਸ਼ਿਆਂ ਦੀ ਗੱਲ ਪਿਆ ਕਰਨਾ ਹੈ ਨਾ, ਠੀਕ ਹੈ ਨਾ, ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। अच्छा मिर्जा साहब ने नहीं भाई, ये मिर्जा साहब ने क्या क्या खुदा दा लाम है, दो उस तरह तेतर की शीशी। यार फिर गल में साडा टॉपिक मिर्जा साहब है नहीं है मेरा भाई। तो फिर तुसी क्यों कह रहे हो कि मैं गलत गल कर रहा? मैं गलत गल तो नहीं ना कर रहा। ये लानत अभी वजीराबाद में बरसी है, ये मिर्जा साहब कहते हैं ये खुदा का कलाम है। हुण दसो असीं की करिए? इहनूं खुदा दा कलाम मान लईए? तो यार तू ना मान तेन कोई किसी डंडा सोटा लेके बैठा है कि तू मान। तू तो मान ना, तू तो नबी मने ना, तू तो मान ना, तू तो कहना हाँ मैं इन्हू खुदा दा कलाम मानना, तू तो मान ना। ए मानना है खुदा दा कलाम कि ये लानत भी वजीराबाद में बरसी है, ए खुदा दा कलाम मानना है? गल है कि मैं बार बार पे कहना मैं कि मैं किसी पढ़ांगी ना, पढ़ांगा नहीं ना, सुनांगी ना किसी। अच्छा चलो यूसुफी भाई नो, चलो कोई बंदा मॉडरेटर कॉल तो चुक लो। चुको जी केड़ा बंदा मॉडरेटर? अच्छा लाहौर में एक बेशरम है, चलो ओदा ਤੁਹਾਨੂੰ नहीं पता है। लाहौर में एक बेशरम है, एनु मानते हो खुदा का कलाम? ज़िया भाई इनके साथ बाद में भी हम डिस्कस कर लेते हैं। नीचे बहन है, उनका कोई सवाल है। एक मिनट जनाब, एक मिनट रुक जाओ, अल्लाह दे बंदे हो, आपसे डिस्कस करते हैं, हम आपसे करते हैं। नीचे बहन है, उनको कोई मॉडरेटर ऊपर कॉल पे ले, उन्होंने कोई जरूरी सवाल करना है, वो करके तो फिर चली जाती है, तो फिर इनके साथ कर लीजिए। क्या नाम है उनका? सफिया बाजी को ले लें कॉल पे। अच्छा सफिया बाजी, एक मिनट जी जनाब तुसी जरा माइक म्यूट कर लो 2-4 मिनट। ये मेरे ख्याल से उनकी प्राइवेट आईडी है, लगता है वो मुझे नहीं कॉल शो हो रही। सफिया बाजी प्राइवेट है तो नहीं भाई, मैं मॉडरेटर ही नहीं आया भाई, मैं मॉडरेटर भेजी है, आ गई। वालेकुम सलाम। सॉरी, आप लोगों की इतनी इंपॉर्टेंट डिस्कशन चल रही थी लेकिन